ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਉਜਲ ਪਹਿਰ ਕਾਪਰੇ, ਪਾਨ ਸੁਪਾਰੀ ਖਾਹੇ। ਏਕਸ ਹਰਿ ਕੇ ਨਾਮ ਬਿਨ, ਬਾਧੇ ਜਮ ਪੁਰ ਜਾਹੇ। ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਹੇ। ਏਕਸ ਹਰਿ ਕੇ ਨਾਮ ਬਿਨ, ਬਾਧੇ ਜਮ ਪੁਰ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ। ਦਸਾਂ ਸਤਿਗੁਰਾਂ ਜੀ ਦੀ ਆਤਮਿਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸੰਗਤ ਜੀ, ਜਵਾਬ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ। ਪਵਿੱਤਰ ਗੁਰਬਾਣੀ ਪੜ੍ਹਨ ਸੁਣਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਇਸ ਮਨੁੱਖਾ ਜਨਮ ਦੇ ਸਮੇਂ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤ ਸੰਗਤ ਦੀਆਂ ਮੂਲਕ ਘੜੀਆਂ ਬਖਸ਼ਦੇ ਨੇ। ਆਓ ਕੁਝ ਕੁ ਸਮਾਂ ਬੈਠ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਮੋਲਕ ਬਚਨ ਸੁਣੀਏ। ਬਾਣੀ ਦੁਆਰਾ ਮਹਾਰਾਜ ਕੀ ਸਮਝਾਉਂਦੇ ਹੈ। ਬ੍ਰਹਮ ਗਿਆਨੀ ਭਗਤ ਕਬੀਰ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਵਿੱਤਰ ਸਲੋਕਾਂ ਦੀ ਕਥਾ ਆਪ ਗੁਰਸਿੱਖ ਸੰਗਤਾਂ ਸਰਵਣ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਰੱਬੀ ਬਾਣੀ ਉਚਾਰ ਰਹੇ ਨੇ। ਇਸ ਕਰਕੇ ਸਤ ਸੰਗਤ ਵਿੱਚ ਬੈਠ ਕਰਕੇ ਆਪਣੇ ਮਨ ਤੇ ਚਿੱਤ ਨੂੰ ਇੱਕ ਕਰਕੇ ਸਤਿਗੁਰੂ ਮਹਾਰਾਜ ਦੇ ਗਿਆਨ ਨੂੰ, ਗੁਰਮਤਿ ਨੂੰ ਸਮਝਣਾ ਕਰੀਏ। ਇਹ ਜੋ ਦੁਨੀਆ ਹੈ, ਇਹ ਸਾਧ ਸੰਗਤ ਜੀ ਇੱਕ ਤਮਾਸ਼ਾ ਹੈ। ਇਸ ਤਮਾਸ਼ੇ ਨੂੰ ਜਦੋਂ ਮਨਮੁਖ ਜੀਵ ਵੇਖਦਾ ਤੇ ਇਹ ਸਾਧ ਸੰਗਤ ਜੀ ਨੂੰ ਸੱਚ ਮੰਨ ਲੈਂਦਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਮਹਾਰਾਜ ਕਹਿੰਦੇ ਜਿਵੇਂ ਬਾਜੀਗਰ ਬਾਜੀ ਪਾਉਂਦਾ ਖੇਡ ਵਿਖਾਉਂਦੇ ਨੇ। ਦੇਖਣ ਵਾਲਿਆਂ ਨੂੰ ਇਉਂ ਇੱਕ ਵਾਰ ਲੱਗਣ ਲੱਗ ਜਾਂਦਾ ਵੀ ਇਹ ਸੱਚ ਹੈ, ਪਰ ਹੈ ਤਮਾਸ਼ਾ ਹੀ ਹੈ। ਇਸੇ ਪ੍ਰਕਾਰ ਇਹ ਜੋ ਸੰਸਾਰ ਹੈ ਤਮਾਸ਼ਾ ਹੀ ਹੈ। ਤਾਂ ਹੀ ਤੇ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਸਤਿਗੁਰਾਂ ਨੇ ਆਖਿਆ ਨਾ,
ਮਹਾਰਾਜ ਕਹਿੰਦੇ ਨੇ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਗਤ ਨੂੰ ਤਮਾਸ਼ਾ ਜਾਣਿਆ ਗੁਰੂ ਸਾਹਿਬ ਨੇ ਦੱਸਿਆ, ਦਰਸਾਇਆ ਕਿ ਜਗਤ ਇੱਕ ਤਮਾਸ਼ਾ ਹੈ। ਤਮਾਸ਼ੇ ਵਿੱਚ ਬਹੁਤ ਕੁਝ ਹੁੰਦਾ। ਜਦੋਂ ਨਾਟਕ ਖੇਡਿਆ ਜਾਂਦਾ ਨਾ, ਨਾਟਕ ਦੇ ਵਿੱਚ, ਉਹ ਖੇਡ ਦੇ ਵਿੱਚ ਬਹੁਤ ਕੁਝ ਕੀਤਾ ਜਾਂਦਾ ਹੈ। ਵੇਖਣ ਵਾਲਿਆਂ ਨੂੰ ਪ੍ਰਤੀਤ ਹੁੰਦਾ ਵੀ ਸੱਚ ਹੀ ਇਹ ਹੈ, ਪਰ ਗੁਰੂ ਸਾਹਿਬ ਉਹ ਕਹਿੰਦੇ ਕਿ ਸੱਚ ਨਹੀਂ ਹੈ। ਗੁਰੂ ਸਾਹਿਬ ਜੀ ਵੀ ਮਹਾਰਾਜ ਇਹੀ ਕਹਿੰਦੇ, ਸੰਸਾਰ ਦਾ ਤਮਾਸ਼ਾ ਸੱਚਾ ਥੋੜ੍ਹੀ ਹੈ, ਇਹ ਤੇ ਖੇਡ ਕੀਤੀ ਹੋਈ ਹੈ ਗੁਰੂ ਸਾਹਿਬ ਦੀ। ਤੂੰ ਵੇਖ ਆਪਣੇ ਕਰਮ ਕੀ ਕਰਨੇ ਹੈ ਇੱਥੇ ਆ ਕੇ। ਜਿਹੜਾ ਮਨਮੁਖ ਦੁਨੀਆ 'ਤੇ ਆ ਕੇ ਜਗਤ ਦੇ ਤਮਾਸ਼ੇ ਨੂੰ ਸੱਚਾ ਕਰਕੇ ਬਹਿ ਗਿਆ, ਉਹ ਖੁਦ ਤਮਾਸ਼ੇ ਦਾ ਹੀ ਰੂਪ ਹੋ ਗਿਆ, ਖੁਦ 84 ਲੱਖ ਜੂਨਾਂ ਦਾ ਹੀ ਰੂਪ ਹੋ ਗਿਆ। ਆਪ ਤਮਾਸ਼ਾ ਬਣ ਕੇ ਬਹਿ ਗਿਆ, ਆਪ ਤਮਾਸ਼ਾ ਬਣ ਕੇ ਰਹਿ ਗਿਆ। ਪਰ ਗੁਰਮੁਖਾਂ ਨੇ ਸਤ ਸੰਗਤ ਦੇ ਦੁਆਰਾ ਜਾਣਿਆ ਕਿ ਜਿਹੜਾ ਸੰਸਾਰ ਹੈ ਇਹ ਤੇ ਝੂਠਾ ਹੀ ਹੈ ਨਾ। ਤੇਰੇ ਜੀਵਨ ਦਾ ਤਮਾਸ਼ਾ ਨਾ ਬਣੇ ਦਰਗਾਹ ਦੇ ਵਿੱਚ। ਸਾਧ ਸੰਗਤ ਜੀ, ਪਤ ਸੇਤੀ ਆਪਣੇ ਘਰ ਜਾਹੀ, ਇੱਜ਼ਤ ਦੇ ਸਹਿਤ ਆਪਣੇ ਘਰ ਜਾਂਦੇ ਨੇ ਉਹ। ਸਾਧ ਸੰਗਤ ਜੀ, ਇਸੇ ਪ੍ਰਕਾਰ ਇਹ ਤਮਾਸ਼ਾ ਦੇ ਵਿੱਚ ਜਿੰਨੇ ਵੀ ਜੀਵ ਫਿਰ ਵੇਖਦੇ ਨੇ ਤਮਾਸ਼ੇ ਨੂੰ, ਮਨ ਇਹਦੇ ਵਿੱਚ ਲੱਗ ਗਿਆ, ਮਨ ਇਹਦੇ ਵਿੱਚ ਪਰਚਿਆ ਗਿਆ, ਮਨ ਦੀ ਬੁੱਧੀ ਇਹਦੇ ਵਿੱਚ ਹੀ ਪ੍ਰਵਿਰਤ ਹੋ ਗਈ। ਸਾਧ ਸੰਗਤ ਜੀ, ਸਤ ਸੰਗਤ ਕਰਨ ਦੇ ਦੁਆਰਾ, ਗੁਰਬਾਣੀ ਨਾਮ ਦਾ ਅਭਿਆਸ ਕਰਨ ਦੇ ਦੁਆਰਾ ਮਨੁੱਖ ਪਹਿਲਾਂ ਮਨ ਤੱਕ ਪਹੁੰਚਦਾ। ਦੇਖੋ, ਮਨ ਤੱਕ ਪਹੁੰਚਣਾ ਵੀ ਬੜੀ ਔਖੀ ਗੱਲ ਹੈ। ਇਹ ਬੜੀ ਮੰਜ਼ਿਲ ਡੂੰਘੀ ਗੱਲ ਹੈ ਨਾ, ਮਨ ਤੱਕ ਪਹੁੰਚਣਾ। ਮਨ ਤੱਕ ਤਾਂ ਕੋਈ ਪਹੁੰਚਦਾ ਹੀ ਨਹੀਂ ਹੈ, ਕੋਈ ਵਿਰਲਾ ਹੈ। ਨਹੀਂ, ਤਨ ਤੱਕ ਹੀ ਪਹੁੰਚੇ ਹੋਏ ਨੇ ਸਾਰੇ। ਨਾਮ ਗੁਰਬਾਣੀ ਮਨ ਦੀ ਖੁਰਾਕ ਹੈ, ਮਨ ਨੂੰ ਸ਼ੁੱਧ ਕਰਨ ਵਾਲੀ ਹੈ। ਜਿਹੜਾ ਮਨ ਤੱਕ ਪਹੁੰਚ ਗਿਆ ਨਾ, ਫਿਰ ਮਨ ਤੋਂ ਬਾਅਦ ਆਉਂਦੀ ਹੈ ਬੁੱਧੀ, ਬੁੱਧ। ਤੇ ਸਾਧ ਸੰਗਤ ਜੀ, ਬੁੱਧੀ ਤੋਂ ਪਰੇ ਹੈ ਵਾਹਿਗੁਰੂ। ਬੁੱਧੀ ਤੋਂ ਪਰੇ ਪਰਮੇਸ਼ਰ ਬੈਠਾ, ਬ੍ਰਹਮ ਗਿਆਨ ਬੈਠਾ ਹੈ। ਇੰਨੀਆਂ ਮੰਜ਼ਲਾਂ ਤੈਅ ਕਰਕੇ ਬ੍ਰਹਮ ਗਿਆਨੀ ਹੋਈਦਾ। ਨਾ ਅਸੀਂ ਆਪਣੇ ਮਨ ਨੂੰ ਘੜਿਆ ਹੈ। ਸਤ ਸੰਗਤ ਵਿੱਚ ਆ ਕੇ ਮਨ ਘੜਿਆ ਜਾਂਦਾ ਨਾ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਬਚਨ ਹੈ ਧੰਨ ਗੁਰੂ ਨਾਨਕ ਦੇਵ ਜੀ ਪਿਤਾ ਦਾ। ਟਕਸਾਲ ਕਿਹਨੂੰ ਆਖਿਆ? ਜਿੱਥੇ ਸਿੱਕੇ ਘੜੇ ਜਾਂਦੇ ਨੇ ਉਹਨੂੰ ਟਕਸਾਲ ਕਹਿੰਦੇ ਨੇ। ਮਹਾਰਾਜ ਕਹਿੰਦੇ ਇਹ ਮਨ ਰੂਪੀ ਸਿੱਕੇ ਕਿੱਥੇ ਘੜੇ ਜਾਂਦੇ ਨੇ? ਸਤ ਸੰਗਤ ਰੂਪੀ ਟਕਸਾਲ ਦੇ ਵਿੱਚ। ਘੜੀਐ ਸ਼ਬਦ, ਸ਼ਬਦ ਦੇ ਨਾਲ ਆਪਣੇ ਮਨ ਨੂੰ ਘੜ ਲਿਆ। ਜਿਸ ਨੇ ਆਪਣੇ ਮਨ ਨੂੰ ਘੜ ਲਿਆ, ਉਸ ਨੇ ਮਨ ਤੇ ਜਿੱਤ ਪ੍ਰਾਪਤ ਕਰ ਲਈ। ਦੁਨੀਆ ਨੂੰ ਤਮਾਸ਼ਾ ਲੱਗਣ ਲੱਗ ਜਾਵੇਗਾ। ਹੁਣ ਦੁਨੀਆ ਤਮਾਸ਼ਾ ਨਹੀਂ ਲੱਗਦਾ, ਇਹ ਲੱਗਦੀ ਦੁਨੀਆ ਦੇ ਰੰਗ ਢੰਗ ਪਦਾਰਥ। ਪਰ ਜਿੰਨਾ ਚਿਰ ਸਾਧ ਸੰਗਤ ਦੀ ਮਨ ਤੱਕ ਨਹੀਂ ਸਾਡਾ ਇਹ ਅਸੀਂ ਪਹੁੰਚ ਕਰਦੇ, ਸਰੀਰ ਤੱਕ ਹੀ ਪਹੁੰਚ ਹੈ ਨਾ ਸਾਰਿਆਂ ਦੀ। ਸਰੀਰਕ ਰਿਸ਼ਤਿਆਂ ਨਾਲ ਹੀ ਪਹੁੰਚ ਹੈ ਨਾ ਸਾਡੀ। ਕਿਉਂਕਿ ਗੁਰੂ ਸਾਹਿਬ ਦਾ ਰਿਸ਼ਤਾ ਜਿੱਥੇ ਸਰੀਰ ਨਾਲ, ਉੱਥੇ ਮਨ ਨਾਲ ਹੈ ਜ਼ਿਆਦਾ। ਮਨ ਨਾਲ, ਮਨ ਦੇ ਕੇ ਹੀ ਨਾਮ ਮਿਲਦਾ ਨਾ। ਸਰੀਰ ਦੇ ਕੇ ਤਾਂ ਨਾਮ ਥੋੜ੍ਹੀ ਮਿਲਦਾ। ਦੱਸੋ, ਸਰੀਰ ਦੇ ਕੇ ਕਿਸੇ ਨੇ ਨਾਮ ਲਿਆ ਕਿ ਮਹਾਰਾਜ ਮੇਰਾ ਸਰੀਰ ਹਾਜ਼ਰ ਹੈ, ਨਾਮ ਦੇ ਦਿਓ। ਮਹਾਰਾਜ ਕਹਿੰਦੇ ਨਹੀਂ, ਮਨ। ਗੁਰੂ ਸਾਹਿਬ ਦਾ ਰਿਸ਼ਤਾ ਹੀ ਮਨ ਨਾਲ ਹੈ।
ਇਹ ਕਿਉਂ ਭੁੱਲ ਗਏ ਕਿ ਗੁਰੂ ਤੇ ਆਪ ਸਰੀਰ ਨਹੀਂ ਹੈ, ਗੁਰੂ ਤੇ ਜੋਤ ਹੈ। ਗੁਰੂ ਸਰੀਰ ਥੋੜੋਂ ਹੈ। ਉਹ ਜੇ ਆਪ ਸਰੀਰ ਹੋਵੇਗਾ ਤੇ ਫੇਰ ਹੀ ਉਹਨੂੰ ਸਰੀਰ ਦੀ ਲੋੜ ਹੈ ਨਾ। ਉਹ ਤੇ ਸ਼ਬਦ ਹੈ, ਉਹ ਤੇ ਜੋਤ ਹੈ। ਤੇ ਮਨ ਕੀ ਹੈ? ਮਨ ਵੀ ਜੋਤ ਹੈ। ਮਨ ਵੀ ਜੋਤ ਹੈ, ਮਨ ਵੀ ਪ੍ਰਕਾਸ਼ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮਨ ਜੋਤ ਹੈ, ਵਾਹਿਗੁਰੂ ਜੋਤ ਹੈ, ਵਾਹਿਗੁਰੂ ਸ਼ਬਦ ਹੈ, ਵਾਹਿਗੁਰੂ ਪ੍ਰਕਾਸ਼ ਰੂਪ ਹੈ। ਉਹ ਸਰੀਰ ਨਹੀਂ ਹੈ, ਸਰੀਰ ਤੋਂ ਪਰੇ ਹੈ। ਇਸ ਕਰਕੇ ਉਸ ਨੂੰ ਸਰੀਰ ਨਹੀਂ ਚਾਹੀਦਾ। ਪਰ ਸਰੀਰ ਬਹੁਤ ਵੱਡਾ ਸਾਧਨ ਹੈ ਇੱਕ ਮਨ ਨੂੰ ਸਿੱਧਾ ਕਰਨ ਵਾਸਤੇ। ਗੁਰਮੁਖੋ, ਮਨ ਇੱਦਾਂ ਸਿੱਧਾ ਨਹੀਂ ਹੋ ਸਕਦਾ। ਸਰੀਰ ਇੱਕ ਬੜਾ ਵੱਡਾ ਸਾਧਨ, ਇੰਜਣ ਹੈ। ਇੰਜਣ ਇਉਂ ਸਮਝ ਲਵੋ। ਇੰਜਣ ਤੋਂ ਬਿਨਾ ਕੋਈ ਗੱਡੀ, ਕਾਰ, ਮੋਟਰ, ਰੇਲ ਗੱਡੀ ਚੱਲ ਸਕਦੀ ਹੈ? ਵੱਡੇ ਵੱਡੇ ਜਹਾਜ਼ ਇੰਜਣ ਨਾਲ ਭੱਜੇ ਫਿਰਦੇ ਨੇ। ਸਰੀਰ ਇੱਕ ਇੰਜਣ ਹੈ। ਤੇ ਗੁਰਮੁਖੋ, ਘੜੀਐ ਸ਼ਬਦ ਸੱਚੀ ਟਕਸਾਲ। ਜਿਹਨੇ ਮਨ ਘੜ ਲਿਆ, ਮਨ ਤੱਕ ਪਹੁੰਚ ਗਿਆ ਜਿਹੜਾ। ਮਨ ਤੋਂ ਬਾਅਦ ਆਉਂਦੀ ਹੈ ਬੁੱਧੀ। ਬੁੱਧ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਗਿਆਨ ਦਾ। ਪਰ ਜਦੋਂ ਹੀ ਬੁੱਧ ਦੇ ਵਿੱਚ ਅਸਲ ਸੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਨਾ, ਗਿਆਨ ਲਿਆ ਨਹੀਂ ਜਾਂਦਾ, ਗਿਆਨ ਹੋ ਜਾਂਦਾ ਹੈ। ਸਾਧ ਸੰਗਤ ਜੀ, ਆਪਾਂ ਕਹਿ ਦਿੰਦੇ ਹਾਂ ਗਿਆਨ ਲਓ, ਠੀਕ ਆ, ਗਿਆਨ ਲੈ ਕੇ ਹੀ ਗਿਆਨ ਹੋਏਗਾ। ਪਰ ਜਿਹੜਾ ਅਨੁਭਵੀ ਗਿਆਨ ਉਹ ਲਿਆ ਨਹੀਂ ਜਾਂਦਾ। ਅਨੁਭਵੀ ਗਿਆਨ ਹੁੰਦਾ ਹੈ ਅੰਦਰੋਂ। ਅਨੁਭਵ ਗਿਆਨ ਉਹ ਗਿਆਨ ਜਿਹੜਾ ਅੱਖਰਾਂ 'ਚ ਨਹੀਂ ਹੈ। ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨਮੈ ਨਾਹੀਂ। ਮਹਾਰਾਜ ਕਹਿੰਦੇ ਦੁਨੀਆ ਦੇ ਅੱਖਰ ਤੇ ਖਿਰ ਜਾਣਗੇ, ਪਰ ਉਹ ਅੱਖਰ ਇਹਦੇ 'ਚ ਹੈ ਨਹੀਂ ਹੈ। ਇਸੇ ਕਰਕੇ ਤੇ ਸਾਧ ਸੰਗਤ ਜੀ, ਮਨ ਤੋਂ ਬਾਅਦ ਇਹ ਬੁੱਧ, ਤੇ ਬੁੱਧ ਵਿੱਚ ਨਾਮ ਗਿਆਨ ਦਾ ਪ੍ਰਕਾਸ਼ ਹੋ ਗਿਆ ਨਾ, ਬਸ ਉਹੀ ਸੰਤ ਹੈ। ਉਹ ਕੋਈ ਚਾਹੇ ਮਾਈ ਹੋਵੇ, ਚਾਹੇ ਕੋਈ ਭਾਈ ਹੋਵੇ, ਕੋਈ ਨੌਜਵਾਨ ਹੋਵੇ, ਕੋਈ ਬੱਚਾ ਹੋਵੇ, ਜਿਹੜਾ ਮਨ ਤੋਂ ਪਰੇ ਬੁੱਧੀ ਤੇ ਆ ਗਿਆ। ਬੁੱਧੀ ਤੇ ਪਰੇ ਵਾਹਿਗੁਰੂ ਪਰਮੇਸ਼ਰ ਦਾ ਐਟੋਮੈਟਿਕ ਹੀ ਮਿਲ ਜਾਣਾ ਹੈ। ਜਦ ਬੁੱਧ ਵਿੱਚ ਨਾਮ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਸਾਧ ਸੰਗਤ ਜੀ, ਤੇ ਉਸ ਵੇਲੇ ਫਿਰ ਕਰਮ ਨਿਰਮਲ ਹੋ ਜਾਣੇ ਆ। ਇਉਂ ਇਹ ਡੂੰਘੀਆਂ ਵਿਚਾਰਾਂ ਨੇ। ਤੇ ਘੜੀਐ ਸ਼ਬਦ ਸੱਚੀ ਟਕਸਾਲ ਹੈ। ਪਹਿਲਾਂ ਮਨ ਨੂੰ ਘੜਨਾ ਕਰੀਏ। ਸਤ ਸੰਗਤ ਦੇ ਦੁਆਰਾ ਆ ਕੇ ਮਨ ਘੜੀਏ। ਮਨ ਸਾਧ ਸੰਗਤ ਜੀ, ਜਿਸ ਤਰ੍ਹਾਂ ਖੋਟਿਆਂ ਦੀ ਖੋਟੇ ਸਿੱਕੇ ਹੋਣ, ਉਹਦੀ ਕੀਮਤ ਨਹੀਂ ਹੈ, ਖਰਿਆਂ ਦੀ ਕੀਮਤ ਹੈ। ਖੋਟੇ ਸੋਨੇ ਦੀ ਕੋਈ ਕੀਮਤ ਨਹੀਂ ਹੈ। ਗਲਾਂ 'ਚ ਸਾਡੇ ਪਾਏ ਨੇ, ਹੱਥਾਂ 'ਚ ਪਾਏ ਨੇ, ਖੋਟੇ ਨਹੀਂ ਪਾਏ, ਖਰਾ ਸ਼ੁੱਧ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਵੀ ਸ਼ੁੱਧ ਮਨ ਦੀ ਲੋੜ ਹੈ, ਖਰੇ ਮਨ ਦੀ ਲੋੜ ਹੈ। ਖੋਟੇ ਸੰਗ ਖਰੇ, ਤਾਂ ਹੀ ਤੇ ਗੁਰਬਾਣੀ ਕਹਿੰਦੀ ਸਤ ਸੰਗਤ ਵਿੱਚ ਆ। ਰੱਬ ਦੇ ਪਿਆਰਿਆਂ ਗੁਰਮੁਖਾਂ ਦੀ ਮਹਾਰਾਜ ਦੱਸਦੇ ਹੈ ਕਿ ਸਤ ਸੰਗਤ ਕਰ ਲੈ, ਤੇਰਾ ਜਿਹੜਾ ਖੋਟਾ ਮਨ ਹੈ ਖਰਾ ਹੋ ਜਾਏਗਾ, ਸ਼ੁੱਧ ਹੋ ਜਾਏਗਾ। ਪਰ ਕਲਯੁਗ ਦਾ ਸਮਾਂ ਇਹ ਤਮਾਸ਼ੇ 'ਚ ਲੱਗਿਆ ਹੋਇਆ। ਇਹਨੇ ਆਪਣੇ ਮਨ ਨੂੰ ਘੜਨਾ ਹੀ ਨਹੀਂ ਕੀਤਾ, ਮਨ ਨੂੰ ਸ਼ੁੱਧ ਕਰਨਾ ਹੀ ਨਹੀਂ ਕੀਤਾ, ਤਮਾਸ਼ੇ 'ਚ ਹੀ ਲੱਗ ਗਿਆ। ਯਾਦ ਰੱਖੀ, ਤਮਾਸ਼ੇ 'ਚ ਲੱਗਿਆ ਹੋਇਆ ਤੇਰਾ ਵੀ ਤਮਾਸ਼ਾ ਬਣੇਗਾ ਇੱਕ ਦਿਨ। ਕਿਹੜਾ ਤਮਾਸ਼ਾ? ਕਿਹੜਾ ਬਣੇਗਾ? ਬਹੁਤ ਸਜਾਏ ਪਾਇਆ ਦੇਸ਼ ਲੰਮੇ। ਮਹਾਰਾਜ ਕਹਿੰਦੇ 84 ਲੱਖ ਜੂਨ ਭੋਗਣ ਵਿੱਚ ਤੈਨੂੰ ਉਹ ਤਮਾਸ਼ਾ ਹੈ ਨਾ ਜਿਹੜਾ ਬਣੇਗਾ ਤੇਰਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਾਣ ਲੈ, ਸਮਝ ਲੈ, ਰੱਬ ਦੇ ਵਾਹਿਗੁਰੂ ਦੇ ਗੁਣ ਗਾ ਲੈ, ਪਰਮੇਸ਼ਰ ਦੇ ਉਸ ਦੀ ਬਾਣੀ ਨੂੰ ਪੜ੍ਹ ਲੈ, ਸੁਣ ਲੈ। ਇਉਂ ਫਿਰ ਭਗਤ ਕਬੀਰ ਸਾਹਿਬ ਜੀ ਰੱਬੀ ਗਿਆਨ ਬਖਸ਼ਦੇ ਹੈ, ਸਾਨੂੰ ਸਮਝਾਉਂਦੇ ਹੈ। ਬੈਠ ਕੇ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਜੀ। ਕਬੀਰ ਉਜਲ ਪੈਰਹਿ, ਕਾਪਰੇ ਤੇ ਵਿਸਰਾਮ। ਕਬੀਰ ਉਜਲ ਪਹਿਰ ਕਾਪਰੇ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਮਹਾਰਾਜ ਕਾਂਸ਼ੀ ਰਹਿੰਦੇ ਹੈ।
ਕੋਈ ਵਿਕਾਰੀ ਆਦਮੀ ਸਾਧ ਸੰਗਤ ਜੀ ਬਹੁਤੇ ਉਜਲ ਸੁੰਦਰ ਕੱਪੜੇ ਪਾ ਕੇ ਨਾ ਵਸਤਰ ਪਹਿਨ ਕੇ ਇਉਂ ਸਾਧ ਸੰਗਤ ਜੀ ਮੂੰਹ ਦੇ ਵਿੱਚ ਮੁਖ ਦੇ ਵਿੱਚ ਪਾਨਾਂ ਦਾ ਉਹ ਪਾਨ ਖਾਇਆ ਕਰੇ। ਥਾਂ ਥਾਂ ਤੇ ਸਾਧ ਸੰਗਤ ਜੀ ਉਹ ਇਉਂ ਫਿਰ ਥੁੱਕ ਸਿੱਟਦਾ ਫਿਰਦਾ ਸੀ, ਇਉਂ ਇੱਧਰ ਉੱਧਰ ਬੜਾ ਘੁੰਮਿਆ ਕਰੇ। ਆਨੰਦ ਕਹਿੰਦਾ ਬਹੁਤ ਆਉਂਦਾ ਆ ਪਾਨ ਖਾ ਕੇ। ਉਹਨੂੰ ਭਗਤੀ ਦੇ ਮਾਰਗ ਤੇ ਲਾਉਣੇ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਭਗਤ ਜੀ ਫਿਰ ਸਾਧ ਸੰਗਤ ਜੀ ਬਚਨ ਉਚਾਰਦੇ ਐ। ਮਹਾਰਾਜ ਨੇ ਜਦੋਂ ਵੇਖਿਆ ਕਿ ਇਸ ਨੂੰ ਵੀ ਭਗਤੀ ਦੇ ਮਾਰਗ ਤੇ ਲਾ ਲਈਏ, ਇਹ ਵੀ ਪਾਨ ਖਾ ਖਾ ਕੇ ਗੰਦਾ ਹੋਇਆ ਫਿਰਦਾ, ਮਨ ਵੀ ਤੇ ਤਨ ਵੀ। ਇਸੇ ਪ੍ਰਕਾਰ ਗੁਰੂਦੇਵ ਦੱਸਦੇ ਹਨ, ਕਬੀਰ ਉਜਲ ਪੈ ਰਹਿ ਕੱਪੜੇ। ਮਹਾਰਾਜ ਕਹਿੰਦੇ ਤੂੰ ਉਜਲ ਚਿੱਟੇ ਕੱਪੜੇ ਤਾਂ ਪਹਿਨੇ ਹੋਏ ਹਨ, ਪਾਨ ਸੁਪਾਰੀ ਖਾਹੇ। ਕੱਪੜੇ ਤੂੰ ਚਿੱਟੇ ਪਾਏ ਐ ਤੇ ਮੁਖ ਦੇ ਵਿੱਚ ਪਾਨ ਸੁਪਾਰੀ ਖਾ ਰਹੇ ਆ। ਗੁਰੂ ਸਾਹਿਬ ਨੇ ਤੇ ਆਖਿਆ ਕਿ ਪਾਨ ਸੁਪਾਰੀ ਖਾਤੀ ਆ, ਮੁਖ ਬੀੜੀਆ ਲਾਈਆ, ਹਰ ਹਰ ਕਦੇ ਨਾ ਚੇਤੇ ਉਹ ਜਮ ਪਕੜ ਚਲਾਈਆ। ਦੇਖੋ ਗੁਰੂ ਰਾਮਦਾਸ ਪਿਤਾ ਦੇ ਬਚਨੇ ਆਉਂਦੇ ਆ ਸਾਧ ਸੰਗਤ ਜੀ ਤਲੰਗ ਰਾਗ ਦੇ ਅੰਦਰ। ਧੰਨ ਗੁਰੂ ਰਾਮਦਾਸ ਪਰ ਸਾਡਿਆਂ ਸਿੱਖਾਂ ਨੂੰ ਤੇ ਕਾਹਦਾ ਭਰੋਸਾ ਆ ਸਾਧ ਸੰਗਤ ਜੀ ਬਾਣੀ ਤੇ। ਚੰਗੇ ਭਲਿਆਂ ਨੂੰ ਭਰੋਸਾ ਨਹੀਂ ਹੈ ਮਹਾਰਾਜ ਦੀ ਬਾਣੀ ਤੇ, ਭਾਵੇਂ ਅੰਮ੍ਰਿਤ ਛਕਿਆ ਗੁਰੂਦੇਵ ਦੇ ਬਚਨਾਂ ਤੇ ਭਰੋਸਾ ਹੀ ਨਹੀਂ ਆਉਂਦਾ ਵੀ ਕਹਿ ਕੀ ਰਹੇ ਨੇ ਮਹਾਰਾਜ। ਮਹਾਰਾਜ ਕਹਿੰਦੇ ਜਿਹੜਾ ਪਾਨ ਸੁਪਾਰੀ ਖਾਂਦਾ ਆ, ਮੁਖ ਦੇ ਵਿੱਚ ਬੀੜੀਆਂ ਲਾਉਂਦਾ ਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਐ ਹਰ ਹਰ ਕਦੇ ਨਾ ਚੇਤੇ ਉਹ ਜਮ ਪਕੜ ਚਲਾਈਆ। ਸੱਚੇ ਪਾਤਸ਼ਾਹ ਕਹਿੰਦੇ ਹਨ, ਮਹਾਰਾਜ ਕਹਿੰਦੇ ਭਾਈ ਹਰ ਹਰ ਕਦੇ ਨਾ ਚੇਤੇ, ਉਸਨੇ ਵਾਹਿਗੁਰੂ ਪਰਮੇਸ਼ਰ ਨੂੰ ਕਦੇ ਚੇਤੇ ਨਹੀਂ ਕੀਤਾ, ਇਸ ਕਰਕੇ ਜਮ ਪਕੜ ਚਲਾਈਆਂ। ਫਿਰ ਜਮ ਸਾਧ ਸੰਗਤ ਜੀ ਪਕੜ ਲੈਂਦੇ ਐ, ਜਮ ਤੇ ਨਹੀਂ ਛੂਟੇ, ਉਹ ਫਿਰ ਜਮਾਂ ਦੀ ਮਾਰ ਤੋਂ ਛੁੱਟਦੇ ਹੀ ਨਹੀਂ ਹੈ ਸਾਧ ਸੰਗਤ ਜੀ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਉਹ ਜਿਹੜਾ ਆਦਮੀ ਪਾਨ ਖਾਂਦਾ ਸੀ, ਥਾਂ ਥਾਂ ਕਿਤੇ ਸਾਧ ਸੰਗਤ ਜੀ ਥੁੱਕਦਾ ਫਿਰਦਾ ਸੀ, ਇਉਂ ਮਨ ਤੇ ਤਨ ਗੰਦਾ ਹੋਇਆ ਸੀ, ਉਹਨੂੰ ਭਗਤੀ ਦੇ ਮਾਰਗ ਤੇ ਲਾਉਣ ਵਾਸਤੇ ਮਹਾਰਾਜ ਜੀ ਬਚਨ ਕਰਦੇ ਐ। ਕਹਿੰਦੇ ਤੂੰ ਉਜਲ ਚਿੱਟੇ ਕੱਪੜੇ ਤਾਂ ਪਹਿਨੇ ਹੋਏ ਐ। ਮਹਾਰਾਜ ਕਹਿੰਦੇ ਕੀ ਹੋ ਗਿਆ ਜੇ ਉਜਲ ਕੱਪੜੇ ਪਾ ਲਏ, ਮਨ ਤਾਂ ਤੇ ਤਨ ਤਾਂ ਤੇਰਾ ਗੰਦਾ ਹੀ ਹੈ, ਕਿਉਂਕਿ ਮਨ ਤਾਂ ਇਹ ਜਿਹੜਾ ਸਰੀਰ ਹੈ ਤੇਰੀ ਰਸਨਾ ਪਾਨ ਸੁਪਾਰੀ ਖਾਹੇ। ਇਉਂ ਮਹਾਰਾਜ ਕਹਿੰਦੇ ਪਾਨ ਸੁਪਾਰੀ ਹੋਈ ਤੂੰ ਖਾ ਰਿਹਾ। ਏਕਸ ਹਰਿ ਕੇ ਨਾਮ ਬਿਨਾ। ਮਹਾਰਾਜ ਕਹਿੰਦੇ ਇੱਕ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ, ਜਿਸ ਨੇ ਨਾਮ ਦਾ ਅਭਿਆਸ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ, ਬਾਧੇ ਜਮਪੁਰ ਜਾਹੇ। ਉਹ ਜਮਾਂ ਦੇ ਬੰਨੇ ਹੋਏ ਕੈਦ ਕੀਤੇ ਹੋਏ ਜਮਾਂ ਦੀ ਪੁਰੀ ਨੂੰ ਜਾਂਦੇ ਐ। ਸਾਧ ਸੰਗਤ ਜੀ ਅੰਤ ਕੋ ਧਾਮ ਸੁਧਾਰੇ, ਜਿਵੇਂ ਬਚਨ ਵੀ ਆਉਂਦਾ। ਇਸ ਕਰਕੇ ਉਹ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਚਾਹੇ ਕੋਈ ਜਿਹੜਾ ਮਰਜੀ ਹੋਵੇ, ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਮਹਾਰਾਜ ਕਹਿੰਦੇ ਭਾਵੇਂ ਸਵਰਗ ਲੋਕ ਵਿੱਚ ਰਹਿੰਦਾ ਹੋਵੇ, ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਜਿੱਤ ਤੇ ਪ੍ਰਿਥਵੀ, ਇਹ ਪ੍ਰਿਥਵੀ ਨੂੰ ਨਵਾਂ ਖੰਡਾਂ ਨੂੰ ਵੀ ਜਿੱਤਿਆ ਹੋਵੇ, ਏਡਾ ਵੀ ਜੇ ਕੋਈ ਹੋਵੇ ਪ੍ਰਤਾਪੀ ਰਾਜਾ, ਐਡਾ ਵੀ ਕੋਈ ਮਹਾਰਾਜ ਕਹਿੰਦੇ ਜਪ ਤਪ ਕਰਕੇ ਪ੍ਰਤਾਪੀ ਹੋ ਜੇ ਕਿ ਨਵਾਂ ਖੰਡਾਂ ਨੂੰ ਹੀ ਜਿੱਤ ਲਵੇ। ਮਹਾਰਾਜ ਕਹਿੰਦੇ ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ, ਬਸੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਪਰਮ। ਬਿਸਰੰਤ ਹਰ ਗੋਪਾਲ ਹੈ, ਜਿਸ ਨੇ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਦਿੱਤਾ, ਉਹ ਗੋਬਿੰਦ ਵਾਹਿਗੁਰੂ ਜੀ ਨੂੰ ਵਿਸਾਰ ਦਿੱਤਾ। ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਸ ਨੂੰ ਇਉਂ ਜਾਣੋ ਕਿ ਜੰਗਲ ਵਿੱਚ ਜਿਵੇਂ ਕੋਈ ਭਟਕਦਾ ਹੋਵੇ, ਜੰਗਲ ਵਿੱਚ ਭਟਕਦੇ ਹੋਏ ਜੀਵ ਨੂੰ ਸ਼ਾਂਤੀ ਨਹੀਂ ਹੈ। ਸਾਧ ਸੰਗਤ ਜੀ ਉਸ ਦਾ ਕੋਈ ਥਾਂ ਟਿਕਾਣਾ ਥੋ ਨਹੀਂ ਹੁੰਦਾ। ਇਸੇ ਪ੍ਰਕਾਰ ਸੰਸਾਰ ਰੂਪੀ ਜੰਗਲ 'ਚ ਭਟਕਦੇ ਹੀ ਫਿਰਦੇ ਐ। ਭਾਵੇਂ ਸੰਸਾਰ ਵਿੱਚ ਮਹਾਰਾਜ ਕਹਿੰਦੇ ਜਿੱਤ ਤੇ ਪ੍ਰਿਥਵੀ ਨਵ ਖੰਡਣੇ, ਸਾਰੇ ਸੰਸਾਰ ਨੂੰ ਹੀ ਜੇ ਕੋਈ ਜਿੱਤ ਲਵੇ, ਪਰ ਮਹਾਰਾਜ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ, ਜੇ ਵਾਹਿਗੁਰੂ ਦੀ ਨਜ਼ਰ ਵਿੱਚ ਨਹੀਂ ਆਇਆ ਤਾਂ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਮਹਾਰਾਜ ਕਹਿੰਦੇ ਨੇ ਇਉਂ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਤੂੰ ਜਮਾਂ ਦੀ ਪੁਰੀ ਵਿੱਚ ਜਾਹੇਗਾ, ਬੰਨਿਆ ਹੋਇਆ ਤੈਨੂੰ ਦੱਸਦੇ ਹਨ।
ਕਬੀਰ ਉਜਲ ਪੈਰ ਹੈ ਕਾਪਰੇ। ਮਹਾਰਾਜ ਕਹਿੰਦੇ ਤਨ ਤੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਹ, ਮਨਹੁਕ ਸੁੱਧਾ ਕਾਲੀਆ, ਬਾਹਰ ਚਿਟਵੀਆਹ। ਬਾਹਰੋਂ ਤੇ ਚਿੱਟੇ ਬਣ ਕੇ ਅਸੀਂ ਵੀ ਦਿਖਾਉਣੇ ਆ। ਉਜਲ ਸਾਧ ਸੰਗਤ ਜੀ ਕੱਪੜੇ ਬੜੇ ਚਿੱਟੇ ਪਹਿਣੇ ਹੋਏ ਹਨ। ਪਾਨ ਸੁਪਾਰੀ ਖਾਹੇ। ਮਹਾਰਾਜ ਕਹਿੰਦੇ ਮੁਖ ਤੇ ਤਨ ਨੂੰ ਤੇ ਮਨ ਨੂੰ ਤਾਂ ਵਿਸ਼ੇ ਹੀ ਲੱਗੇ ਹੋਏ ਨੇ। ਨਸ਼ੇ ਵਿਚਿਆਂ 'ਚ ਹੀ ਅਸੀਂ ਜਿਹੜਾ ਜਨਮ ਹੈ ਉਹ ਲੰਘਾਈ ਜਾ ਰਹੇ ਆ। ਸਾਧ ਸੰਗਤ ਜੀ ਨਸ਼ਾ ਤੇ ਵਾਹਿਗੁਰੂ ਜੀ ਦੇ ਨਾਮ ਦਾ ਤੇ ਰੋਟੀ ਦਾ ਹੀ ਹੋਣਾ ਚਾਹੀਦਾ ਆ। ਹੋਰ ਕਿਸੇ ਚੀਜ਼ ਦਾ ਨਸ਼ਾ ਨਹੀਂ ਕਰਨਾ। ਖਾਲਸੇ ਨੇ ਮਹਾਰਾਜ ਦਾ ਬਚਨ ਆਉਂਦਾ ਹੈ ਗੁਰਬਾਣੀ ਦੇ ਵਿੱਚ, ਔਰ ਹੁਕਮ ਵੀ ਮਹਾਰਾਜ ਕਰਦੇ ਹੈ। ਸਾਧ ਸੰਗਤ ਜੀ ਭੋਜਨ ਖਾਣ ਵਾਸਤੇ ਦਿੱਤਾ ਤੇ ਜਪਣ ਵਾਸਤੇ ਬਾਣੀ ਮਹਾਰਾਜ ਨੇ ਦਿੱਤੀ ਹੈ। ਪਰ ਜਿਹੜੇ ਨਸ਼ੇ ਵਿਸ਼ੇ ਕਰਦੇ ਹੈ, ਉੱਪਰੋਂ ਤੇ ਭਾਵੇਂ ਉਜਲ ਕੱਪੜੇ ਪਹਿਣੇ ਹੋਏ ਹੈ, ਉਹ ਕਹਿੰਦੇ ਆ ਕਿ ਅਸੀਂ ਚਿੱਟੇ ਕੱਪੜੇ ਪਾ ਕੇ ਸ਼ਾਇਦ ਦੁਨੀਆ ਨੂੰ ਬਹੁਤੇ ਚੰਗੇ ਲੱਗੀਏ। ਇਹ ਕਿਉਂ ਭੁੱਲ ਜਾਂਦੇ ਕਿ ਮਨਹੁਕ ਸੁੱਧਾ ਕਾਲੀ ਆ। ਮਨ ਤੇ ਤੁਹਾਡਾ ਕਾਲਾ ਹੋਇਆ ਪਿਆ, ਬਾਹਰੋਂ ਚਿਟਵੀ ਆ। ਬਾਹਰੋਂ ਚਿੱਟਾ ਬਣ ਕੇ ਦਿਖਾਉਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵਾਹਿਗੁਰੂ ਤਾਂ ਜਾਣਦਾ ਨਾ ਤੈਨੂੰ, ਸਤਿਗੁਰੂ ਜੀ ਤਾਂ ਜਾਣਦੇ ਨਾ ਤੈਨੂੰ ਭਾਈ। ਪਰ ਮਹਾਰਾਜ ਕਹਿੰਦੇ ਭਾਵੇਂ ਚਿੱਟੇ ਬਸਤਰ ਪਾ ਲੈ ਤੂੰ, ਗੁਰੂ ਸਾਹਿਬ ਕਹਿੰਦੇ ਭਾਈ ਮਨ ਤਾਂ ਤੇਰਾ ਨਾ ਮੈਲਾ ਹੀ ਹੈ, ਮਨ ਤੇਰਾ ਸ਼ੁੱਧ ਨਹੀਂ ਹੈ। ਇਸੇ ਕਰਕੇ ਨਾ ਮਨ ਸ਼ੁੱਧ ਹੋਣੇ ਕਰਕੇ, ਨਾ ਵਾਹਿਗੁਰੂ ਜੀ ਦੀ ਬਾਣੀ ਪੜ੍ਹਨੇ ਸੁਣਨੇ ਕਰਕੇ ਤੂੰ ਵਾਧੇ ਜਮ ਪਰ ਜਾਹੇ। ਜਮਾਂ ਦੀ ਪੁਰੀ ਨੂੰ ਬੰਨ੍ਹ ਕੇ ਤੈਨੂੰ ਲੈ ਕੇ ਜਾਣਗੇ, ਬੰਨਿਆ ਹੋਇਆ ਜਾਏਗਾ। ਇਉਂ ਮਹਾਰਾਜ ਦੱਸਦੇ ਨੇ ਏਕ ਸਹਰ ਕੇ ਨਾਮ ਬਿਨ। ਮਹਾਰਾਜ ਕਹਿੰਦੇ ਇੱਕ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਬਾਧੇ ਜਮ ਪੁਰ ਜਾਹੇ। ਇਹ ਜਿਹੜੇ ਵਿਕਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਬੰਨ ਕੇ ਤੈਨੂੰ ਆਪਣੀ ਪੁਰੀ 'ਚ ਹੀ ਲੈ ਗਏ। ਤੂੰ ਸਾਰੀ ਜ਼ਿੰਦਗੀ ਵਿਕਾਰੀ ਰਿਹਾ। ਕਈ ਸਾਧ ਸੰਗਤ ਜੀ ਕਈਆਂ ਦੀ ਉਮਰ ਵੀ ਬੜੀ ਵੱਡੀ ਹੋ ਜਾਂਦੀ ਏ, ਪਰ ਉਹ ਵਿਕਾਰ, ਨਸ਼ੇ ਵਿਕਾਰ ਜੇ ਔਰ ਜਿਹੜੇ ਦੁਨੀਆਦਾਰੀ ਦੇ ਇਹ ਮੋਹ ਪਦਾਰਥ ਇਹ ਨਹੀਂ ਛੱਡਦਾ। ਕਿਉਂਕਿ ਕਾਮ ਕ੍ਰੋਧ ਲੋਭ ਮੋਹ ਨੇ, ਹੰਕਾਰ ਨੇ, ਇਹ ਜਮਾਂ ਨੇ ਬੰਨਿਆ ਹੋਇਆ। ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਜਮਾਂ ਨੇ ਬੰਨ ਲਿਆ। ਵਿਕਾਰ ਨੇ, ਕਿਹੜੇ ਕਿਹੜੇ ਵਿਕਾਰ ਨੇ ਬੰਨਿਆ? ਮੋਹ ਨੇ, ਮੋਹ ਕਰਦਾ ਰਹਿੰਦਾ। ਭਾਵੇਂ ਸਾਰਾ ਕੁਝ ਗੁਰੂ ਸਾਹਿਬ ਦੱਸ ਦੇਣਗੇ ਬਾਣੀ 'ਚ, ਭਾਵੇਂ ਬਾਣੀ ਪੜ੍ਹਦਾ ਏ ਰੋਜ਼, ਪਰ ਫਿਰ ਵੀ ਮੋਹ ਤੇ ਲੋਭ ਹੰਕਾਰ ਕਰਕੇ ਨਿਹੰਗਤਾ ਲੱਗੀ ਹੋਈ ਹੈ। ਹਉ ਮੈਂ ਮਮਤਾ ਲੱਗੀ ਹੋਈ ਹੈ। ਇਸੇ ਪ੍ਰਕਾਰ ਇਹ ਵਿਕਾਰਾਂ ਨੇ, ਜਿਹੜੇ 5 ਵਿਕਾਰ ਨੇ, ਇਹ ਜਮਾਂ ਨੇ ਤੈਨੂੰ ਬੰਨ੍ਹ ਕੇ ਆਪਣੀ ਪੁਰੀ 'ਚ ਲੈ ਕੇ ਗਏ ਹੋਏ ਨੇ। ਹਰੀ ਦੇ ਨਾਮ ਤੋਂ ਬਿਨਾਂ ਤਾਂ ਹੀ ਤੇ ਮਾਰ ਸਹਿਣਾ ਫਿਰਦਾ ਇਸ ਦੀ। ਹੁਣ ਵੀ ਤੈਨੂੰ ਮਾਰ ਪੈਂਦੀ ਹੈ ਜਮਾਂ ਦੀ, ਅੱਗੇ ਪਰਲੋਕ ਵਿੱਚ ਪ੍ਰਤੱਖ ਜਮਾਂ ਦੀ ਵੀ ਤੈਨੂੰ ਮਾਰ ਪਏਗੀ। ਉਸ ਤੋਂ ਬਾਅਦ ਫਿਰ 84 ਲੱਖ ਜੂਨ ਦੀ ਵੀ ਮਾਰ ਪਏਗੀ ਤੈਨੂੰ। ਇਹ ਤੇ ਗੁਰੂਦੇਵ ਨੇ ਸਾਧ ਸੰਗਤ ਜੀ ਤਾਂ ਹੀ ਤੇ ਆਖਿਆ ਨਾ ਮਹਾਰਾਜ ਜੀ ਨੇ ਕਿ ਮਹਾਰਾਜ ਕਹਿੰਦੇ ਹੀਰਾ ਇਹ ਜਿਹੜਾ ਜਨਮ ਹੈ ਤੇਰਾ, ਇਹ ਕੌਡੀਆਂ ਦੇ ਭਾਅ ਤੂੰ ਕਾਹਤੋਂ ਗਵਾ ਰਿਹਾ। ਰੈਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰਾ ਰੂਪੀ ਜਨਮ ਤੂੰ ਕਿਉਂ ਕੌਡੀਆਂ ਦੇ ਭਾਅ ਗਵਾ ਰਿਹਾ? ਹਰੀ ਨੂੰ ਚੇਤੇ ਕਰ ਲੈ, ਨਿਰੰਕਾਰ ਨੂੰ ਯਾਦ ਕਰ ਲੈ। ਕਬੀਰ ਬੇੜਾ ਜਰਜਰਾ। ਭਗਤ ਕਬੀਰ ਸਾਹਿਬ ਜੀ ਇੱਕ ਦਿਨ ਸਾਧ ਸੰਗਤ ਜੀ ਆਪਣੀ ਮੌਜ ਦੇ ਵਿੱਚ ਭਗਤ ਜੀ ਦੇ ਰੰਗ ਵਿੱਚ ਰੰਗੇ ਹੋਏ, ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੇ ਮਸਤ ਹੋਏ, ਲੀਨ ਹੋਏ ਨਾ, ਇੱਕ ਦਰਿਆ ਦੇ ਕਿਨਾਰੇ ਤੇ ਸਾਧ ਸੰਗਤ ਜੀ ਸੈਰ ਕਰ ਰਹੇ ਸਨ। ਇਉਂ ਭਗਤ ਕਬੀਰ ਜੀ ਜਦੋਂ ਦਰਿਆ ਦੇ ਕਿਨਾਰੇ ਤੇ ਨਦੀ ਦੇ ਕਿਨਾਰੇ ਤੇ ਸੈਰ ਕਰਦੇ ਐ, ਸਾਧ ਸੰਗਤ ਜੀ ਉੱਥੇ ਭਗਤ ਜੀ ਨੇ ਇੱਕ ਘਟਨਾ ਵੇਖੀ। ਕੀ ਹੋਇਆ ਕਿ ਇੱਕ ਬਹੁਤਾ ਹੀ ਪੁਰਾਣਾ ਸਾਧ ਸੰਗਤ ਜੀ ਬੇੜਾ ਸੀ, ਜਹਾਜ਼ ਸੀ, ਉਹਦੇ ਨਿੱਕੇ ਨਿੱਕੇ ਹਜ਼ਾਰਾਂ ਹੀ ਉਹਦੇ ਵਿੱਚ ਛੇਕ ਸਨ। ਸਾਧ ਸੰਗਤ ਜੀ ਕਿਤੇ ਉਹਨਾਂ ਛੇਕਾਂ ਰਾਹੀਂ ਪਾਣੀ ਭਰ ਕੇ ਸਾਧ ਸੰਗਤ ਜੀ ਬੇੜੇ ਦੇ ਵਿੱਚ ਆ ਗਏ ਆ। ਬੇੜੇ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਸੀ ਉਹ ਪਾਣੀ ਆਉਣ ਕਰਕੇ ਡੁੱਬ ਗਿਆ। ਇੱਥੇ ਥੋੜ੍ਹਾ ਮੈਂ ਬਾਹਰੀ ਅਰਥ ਕਰਕੇ ਦੱਸਾਂ, ਅੰਤਰੀ ਅਰਥ ਕਰਕੇ ਦੱਸਾਂ। ਸੰਸਾਰ ਵੀ ਇੱਕ ਪਾਣੀ ਰੂਪ ਹੈ, ਇਹਦੇ ਵਿੱਚ ਸਾਡੀ ਜ਼ਿੰਦਗੀ ਬੇੜੇ ਰੂਪ ਹੈ। ਯਾਦ ਰੱਖਿਓ ਜਿਹੜਾ ਬੇੜਾ ਹੁੰਦਾ ਨਾ, ਦੇਖੋ ਪਾਣੀ ਦੀ ਤਰਨਾ ਉਸਨੇ, ਜੇ ਪਾਣੀ ਨਾ ਹੋਵੇ ਚੱਲ ਨਹੀਂ ਸਕਦਾ। ਉਹੀ ਪਾਣੀ ਜੇ ਕਿਤੇ ਬੇੜੇ ਵਿੱਚ ਆ ਜਾਏ ਨਾ ਕਿਤੇ,
ਸਾਧ ਸੰਗਤ ਜੀ ਸਾਰਿਆਂ ਦਾ ਕੀਰਤਨ ਸੋਹਿਲਾ ਪੜ੍ਹ ਦੂਗਾ ਜਿੰਨੇ ਬੈਠੇ ਨੇ ਉਹਦੇ 'ਚ। ਇਸੇ ਪ੍ਰਕਾਰ ਦੁਨੀਆ ਦੇ ਵਿੱਚ ਰਹਿ ਕੇ ਜੇ ਤੇ ਸਾਡਾ ਬੈਲੈਂਸ ਬਣਿਆ ਰਹੇਗਾ, ਜੇ ਤੇ ਸਾਡੇ ਮਨ ਰੂਪੀ ਬੇੜੇ ਵਿੱਚ ਮੋਹ ਰੂਪੀ ਪਾਣੀ ਨਹੀਂ ਪਏਗਾ ਤਾਂ ਅਸੀਂ ਡੁੱਬਾਂਗੇ ਨਹੀਂ। ਜਿਹੜੇ ਸਾਧ ਸੰਗਤ ਜੀ ਜਿਨ੍ਹਾਂ ਦੇ ਮਨ ਰੂਪੀ ਬੇੜੇ ਦੇ ਵਿੱਚ ਪਦਾਰਥਾਂ ਰੂਪੀ ਮੋਹ ਰੂਪੀ ਪਰਿਵਾਰ ਦਾ ਬਹੁਤਾ ਹੀ ਮੋਹ ਲਾਲਚ ਲੱਗਿਆ, ਕਦੇ ਧਰਮ ਨਹੀਂ ਕਮਾਇਆ, ਗੁਰੂ ਸਾਹਿਬ ਦਾ ਖਿਆਲ ਤੱਕ ਨਹੀਂ ਕੀਤਾ। ਕਈ ਤਾਂ ਮੈਂ ਇਹੋ ਜਿਹੇ ਵੀ ਵੇਖੇ ਐ, ਸਪਸ਼ਟ ਕਹਿਣਾ ਆ ਸਾਧ ਸੰਗਤ ਜੀ ਅੰਮ੍ਰਿਤ ਛਕਿਆ ਮਹਾਰਾਜ ਦਾ ਨਾਮ ਹੀ ਨਹੀਂ ਮੁੱਖ ਤੇ ਦੱਸੋ। ਇੱਕ ਪਖੰਡੀ ਕਰਦੇ ਐ, ਕਿਤੇ ਭੁੱਲ ਕੇ ਗੁਰੂਦੇਵ ਦਾ ਨਾਮ ਤੱਕ ਵੀ ਨਹੀਂ ਲੈਂਦੇ ਸਾਧ ਸੰਗਤ ਜੀ। ਇਉਂ ਕਹਿੰਦੇ ਜਿਹੜਾ ਫਿਰ ਉਹ ਜਿਨ੍ਹਾਂ ਦਾ ਮਨ ਰੂਪੀ ਬੇੜਾ ਮੋਹ ਰੂਪੀ ਪਾਣੀ ਨਾਲ ਭਰ ਗਿਆ ਨਾ ਗੁਰਮੁਖੋ, ਉਹ ਡੁੱਬੇਗਾ ਹੀ ਡੁੱਬੇਗਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਕੀ ਵੇਖਿਆ, ਦਰਿਆ ਦੇ ਕਿਨਾਰੇ ਤੇ ਸੈਰ ਕਰਦੇ ਜਾਂਦੇ ਐ, ਉਥੇ ਗੁਰਮੁਖੋ ਇੱਕ ਘਟਨਾ ਘਟੀ ਹੈ ਕਿ ਬੇੜੇ ਵਿੱਚ ਛੇਕ ਸੀ, ਉਹ ਛੇਕ ਹੋਣੇ ਕਰਕੇ ਉਹਦੇ ਥਾਈਂ ਪਾਣੀ ਭਰ ਗਿਆ। ਜਦੋਂ ਬੇੜੇ ਵਿੱਚ ਪਾਣੀ ਆ ਗਿਆ ਸਾਧ ਸੰਗਤ ਜੀ ਪਾਣੀ ਭਰ ਗਿਆ, ਬੇੜਾ ਡੁੱਬਣਾ ਸ਼ੁਰੂ ਹੋ ਗਿਆ, ਡੁੱਬ ਗਿਆ ਬੇੜਾ। ਬੈਠੇ ਹੋਏ ਲੋਕ ਵੀ ਡੁੱਬਣ ਲੱਗੇ। ਜਿਹੜੇ ਤਾਂ ਸਰੀਰ ਦੇ ਹਲਕੇ ਸਨ ਮਹਾਰਾਜ ਭਗਤ ਕਬੀਰ ਜੀ ਵੇਖ ਰਹੇ ਨੇ ਸਾਧ ਸੰਗਤ ਜੀ, ਜਿਹੜੇ ਹਲਕੇ ਸਨ ਸਰੀਰ ਦੇ ਉਹ ਤਾਂ ਤੈਰ ਕੇ ਸਾਧ ਸੰਗਤ ਜੀ ਕਿਨਾਰੇ ਤੇ ਆ ਗਏ। ਜਿਹੜੇ ਸਰੀਰ ਦੇ ਭਾਰੇ ਸਨ ਔਰ ਤੈਰਨਾ ਨਹੀਂ ਸੀ ਆਉਂਦਾ ਉਹ ਸਾਧ ਸੰਗਤ ਜੀ ਡੁੱਬ ਕੇ ਮਰਨ ਲੱਗੇ ਐ। ਭਗਤ ਕਬੀਰ ਜੀ ਮਹਾਰਾਜ ਇਹ ਘਟਨਾ ਨੂੰ ਵੇਖ ਕੇ ਫਿਰ ਬਚਨ ਉਚਾਰਦੇ ਨੇ, ਅੰਤਰੀਵ ਸਿੱਖਿਆ ਦਿੰਦੇ ਹੋਏ ਬਚਨ ਕਰਦੇ ਹਨ, ਮਨ ਨੂੰ ਸਮਝਾਉਂਦੇ ਹੋਏ ਇਹ ਬਚਨ ਕਰਦੇ ਹਨ ਕਬੀਰ ਜੀ ਮਹਾਰਾਜ। ਫੂਟੇ ਛੇਕ ਹਜ਼ਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜੇ ਕੋਈ ਬੇੜਾ ਕਬੀਰ ਬੇੜਾ ਜਰਜਰਾ ਦਾ ਭਾਵ ਹੈ ਪੁਰਾਣਾ ਹੋ ਜੇ। ਜੇ ਕੋਈ ਜਹਾਜ਼ ਬਹੁਤਾ ਪੁਰਾਣਾ ਹੋ ਜੇ ਉਹਦੇ ਵਿੱਚ ਦੱਸਦੇ ਹਨ ਫੂਟੇ ਛੇਕ ਹਜ਼ਾਰ। ਹਜ਼ਾਰਾਂ ਹੀ ਛੇਕ ਪੈ ਜਾਣ, ਫੂਟੇ ਫੁੱਟ ਪਏ ਹੋਣ, ਉਹ ਥਾਂ ਥਾਂ ਤੋਂ ਟੁੱਟਿਆ ਹੋਵੇ। ਹਰੂਏ ਹਰੂਏ ਤੈਰ ਗਏ। ਹਰੂਏ ਤੈਰ ਗਏ, ਉਹ ਜਹਾਜ਼ ਡੁੱਬ ਜਾਂਦਾ ਹੈ। ਉਹਦੇ ਵਿੱਚੋਂ ਜਿਹੜੇ ਹੌਲੇ ਪੁਰਖ ਹੈ ਉਹ ਤੇ ਭਾਈ ਤੈਰ ਗਏ ਤਰ ਗਏ। ਡੂਬੇ ਜਿਨ ਸਿਰ ਭਾਰ। ਮਹਾਰਾਜ ਕਹਿੰਦੇ ਜਿਹੜੇ ਭਾਈ ਭਾਰੇ ਸਰੀਰ ਦੇ ਸਨ, ਜਿਨ੍ਹਾਂ ਦੇ ਸਿਰ ਤੇ ਭਾਰ ਚੁੱਕਿਆ ਹੋਇਆ ਸੀ ਉਹ ਤੇ ਭਾਈ ਡੁੱਬ ਗਏ। ਦੁਨੀ ਚੰਦ ਵਰਗੇ ਜਿਹਨਾਂ ਸਰੀਰ ਮੱਝ ਵਰਗਾ ਕੀਤਾ ਸੀ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਉਹ ਤਾਂ ਡੁੱਬ ਗਏ। ਹੁਣ ਮਨ ਨੂੰ ਸਮਝਾਉਂਦੇ ਹੋਏ ਅੰਤਰੀਵ ਬਚਨ ਕਰਦੇ ਹਨ ਕਬੀਰ ਬੇੜਾ ਜਰਜਰਾ। ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਜਦੋਂ ਇਹ ਘਟਨਾ ਦੇਖੀ ਹੈ ਉੱਥੇ ਮਹਾਰਾਜ ਨੇ ਪਰਮ ਉਪਦੇਸ਼ ਬਖਸ਼ਿਆ। ਮਹਾਰਾਜ ਕਹਿੰਦੇ ਹੈ ਭਾਈ ਇਹ ਜਿਹੜਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਸਰੀਰ ਰੂਪੀ ਬੇੜਾ ਜਹਾਜ਼ ਹੈ ਨਾ ਇਹ ਵੀ ਪੁਰਾਣਾ ਹੋ ਗਿਆ। ਇਉਂ ਗੁਰੂਦੇਵ ਜੀ ਦੱਸਦੇ ਹਨ ਫੂਟੇ ਛੇਕ ਹਜ਼ਾਰ। ਜਹਾਜ਼ ਪੁਰਾਣਾ ਹੋਣ ਕਰਕੇ ਇਹਦੇ ਵਿੱਚ ਵਿਸ਼ੇ ਵਿਕਾਰ ਨਿੰਦਿਆ ਚੁਗਲੀ ਈਰਖਾ ਕਮਾਦਕ ਵਿਕਾਰ ਰੋਗ ਸਾਧ ਸੰਗਤ ਜੀ ਇਉਂ ਦੋਸ਼ ਵੀ ਹੈ ਨਾ, ਹਰ ਇੱਕ ਚੀਜ਼ ਦਾ ਦੋਸ਼ ਲੱਗਦਾ ਆ। ਇਹ ਗੁਰਮੁਖੋ ਖਿਆਲ ਰੱਖਣ ਯੋਗ ਗੱਲ ਹੈ। ਜੇ ਕੋਈ ਧਰਮ ਤੋਂ ਗੁਰੂ ਸਾਹਿਬ ਦੇ ਬਚਨਾਂ ਤੋਂ ਕੋਈ ਉਲੰਘਣਾ ਹੋ ਜੇ ਦੋਸ਼ ਲੱਗਦਾ ਉਸ ਦਾ। ਮਹਾਰਾਜ ਕਹਿੰਦੇ ਇਹ ਦੋਸ਼ ਰੂਪੀ ਹਜ਼ਾਰਾਂ ਹੀ ਛੇਕ ਨੇ ਸਰੀਰ ਰੂਪੀ ਬੇੜੇ ਦੇ ਵਿੱਚ। ਹਰੂਏ ਤੈਰ ਗਏ। ਜਿਹੜੇ ਭਾਈ ਹੌਲੇ ਪੁਰਖ ਸਨ ਭਾਵ ਕੇ ਜਿਨ੍ਹਾਂ ਨੂੰ ਕੋਈ ਮਾਣ ਨਹੀਂ ਹੈ। ਅੱਛਾ ਹੌਲੇ ਕਿਵੇਂ ਹੋਈਦਾ, ਪਾਪਾਂ ਦਾ ਭਾਰ ਕਿਵੇਂ ਲੈਂਦਾ। ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸ ਕਰਕੇ ਬਾਣੀ ਨੂੰ ਪੜ੍ਹ ਸੁਣ ਕੇ ਹੀ ਪਾਪਾਂ ਦਾ ਭਾਰ ਲੈਂਦਾ ਆ। ਕਿਲ ਵਿਖ ਕੱਟੇ ਸਾਧ ਸੰਗਤ ਜੀ ਉਦੋਂ ਜ਼ਹਿਰ ਦੇ ਬੱਜਰ ਦੇ ਸਮਾਨ ਜਿਹੜੇ ਪਾਪ ਨੇ ਕੱਟੇ ਜਾਂਦੇ ਐ। ਸਤ ਸੰਗ ਦੇ ਵਿੱਚ ਆ ਕੇ ਕੰਨਾਂ ਦੇ ਨਾਲ ਜਦੋਂ ਵਾਹਿਗੁਰੂ ਦੇ ਜਸ ਨੂੰ ਸੁਣਦੇ ਆ ਉਦੋਂ ਮਨ ਦਾ ਭਾਰ ਹੌਲਾ ਹੁੰਦਾ ਆ। ਮਹਾਰਾਜ ਕਹਿੰਦੇ ਉਹ ਤਾਂ ਭਾਈ ਤਰ ਗਏ
ਜਿਹੜੇ ਹੌਲੇ ਸਨ, ਜਿਨ੍ਹਾਂ ਦਾ ਮਨ ਹੌਲਾ ਸੀ, ਉਹ ਸੰਸਾਰ ਸਮੁੰਦਰ ਤੋਂ ਤਰ ਗਏ। ਸੰਸਾਰ ਸਮੁੰਦਰ ਤੋਂ ਤਰ ਗਏ ਭਾਈ, ਪ੍ਰਤੱਖ ਸਮੁੰਦਰ ਤੋਂ ਵੀ ਤਰ ਗਏ ਜਿਹੜੇ ਹੌਲੇ ਸਨ। ਡੂਬੇ ਜਿਨ ਸਿਰ ਭਾਰ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਡੂਬੇ ਜਿਨ ਸਿਰ ਭਾਰ। ਮਹਾਰਾਜ ਸਤਿਗੁਰੂ ਜੀ ਕਹਿੰਦੇ ਭਾਈ, ਜਿਨ੍ਹਾਂ ਦੇ ਸਿਰ ਤੇ ਦੋਸ਼ ਸੀ, ਨਿੰਦਿਆ ਸੀ, ਮਹਾਰਾਜ ਕਹਿੰਦੇ ਵਿਕਾਰ ਸੀ, ਮੋਹ ਰੂਪੀ ਭਾਰ ਚੱਕਿਆ, ਔਗਣ ਰੂਪੀ ਭਾਰ ਚੱਕਿਆ ਸੀ। ਡੂਬੇ ਜਿਨ ਸਿਰ ਭਾਰ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮਹਾਰਾਜ ਕਹਿੰਦੇ ਉਹ ਸੰਸਾਰ ਸਮੁੰਦਰ 'ਚ ਡੁੱਬ ਗਏ। ਇੱਕ ਵਾਰ ਜੇ ਕਿਤੇ ਮਨੁੱਖਾ ਜਨਮ ਹਾਰ ਗਏ ਨਾ, ਗੁਰਮੁਖੋ ਦੁਬਾਰਾ ਨਹੀਂ ਜੇ ਮਿਲਣਾ। ਇਸ ਕਰਕੇ ਇਹ ਤੇ ਜਿੱਤ ਜੋਗ ਜਿਵੇਂ ਕਿਵੇਂ ਨਾ ਕਿਵੇਂ। ਸਾਧ ਸੰਗਤ ਜੀ, ਭਾਵੇਂ ਤੂੰ ਵੱਲ ਛਲ ਕਰਕੇ ਮਨੁੱਖਾ ਜਨਮ ਜਿੱਤ ਲੈ, ਸਾਧ ਸੰਗਤ ਜੀ ਮਨੁੱਖਾ ਜਨਮ ਜਿੱਤ ਲੈ, ਬਾਜੀ ਜਿੱਤਦਾ ਮਨੁੱਖਾ ਜਨਮ ਦੀ। ਸਾਧ ਸੰਗਤ ਜੀ, ਜੇ ਕਿਤੇ ਮਨੁੱਖਾ ਜਨਮ ਦੀ ਬਾਜੀ ਹਾਰ ਗਏ ਆ, ਫਿਰ ਬਹੁਤ ਹੀ ਫਿਰ ਸਾਧ ਸੰਗਤ ਜੀ ਦੁੱਖ ਹੀ ਦੁੱਖ ਹੈ। ਮਹਾਰਾਜ ਦਾ ਬਚਨ ਹੈ ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਪਿਤਾ ਜੀ ਦਾ ਬਚਨ ਆਉਂਦਾ ਆ। ਮਹਾਰਾਜ ਕਹਿੰਦੇ ਸਤਿਗੁਰ ਤੇ ਜੋ ਮੋਹ ਫੇਰੇ ਤੇ ਬੇਮੁਖ ਬੁਰੇ ਦਸਨ, ਧਰਤ ਅਸਮਾਨ ਨਾ ਝੱਲਈ ਵਿੱਚ ਵਿਸਟਾ ਪਏ ਪਚੰਨ। ਮਹਾਰਾਜ ਕਹਿੰਦੇ ਜਿਹੜੇ ਗੁਰੂ ਸਾਹਿਬ ਤੋਂ ਮੂੰਹ ਫੇਰੀ ਫਿਰਦੇ ਐ ਬੁਰੇ ਲੋਕ ਨੇ, ਸਤਿਗੁਰ ਤੇ ਜੋ ਮੋਹ ਫੇਰੇ ਸੇ ਬੇਮੁਖ ਬੁਰੇ ਦਸਨ। ਸੱਚੇ ਪਾਤਸ਼ਾਹ ਕਹਿੰਦੇ ਬੇਮੁਖ ਨੇ, ਬੁਰੇ ਨੇ, ਉਹ ਬੁਰੇ ਦਿਸਦੇ ਐ, ਧਰਤ ਅਸਮਾਨ ਨਾ ਝੱਲਈ। ਦੀਨ ਦੁਨੀਆ ਦੇ ਸਤਿਗੁਰੂ ਕਹਿੰਦੇ ਉਹਨਾਂ ਨੂੰ ਧਰਤ ਅਸਮਾਨ ਵੀ ਨਹੀਂ ਝੱਲ ਸਕਦਾ ਭਾਈ, ਇੰਨੇ ਬੁਰੇ ਨੇ। ਵਿੱਚ ਵਿਸਟਾ ਪਏ ਪਚੰਨ, ਗੰਦਗੀ ਵਿੱਚ ਕੀੜੇ ਹੋ ਕੇ ਰਹਿੰਦੇ ਐ, ਫਿਰ ਕੀਟਾਂ ਅੰਦਰ ਕੀਟ ਘਰ ਹੈ। ਇਸੇ ਕਰਕੇ ਕਿਤੇ ਮਨੁੱਖਾ ਜਨਮ ਦੀ ਬਾਜੀ ਨਾ ਹਾਰ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਗੁਰੂਦੇਵ ਕਿਰਪਾ ਕਰੋ ਮੇਰੇ ਤੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਸਿਰ ਤੇ ਨਿੰਦਿਆ ਰੂਪੀ ਭਾਰ ਸੀ, ਦੋਸ਼ਾਂ ਰੂਪੀ ਭਾਰ ਸੀ, ਔਗਣ ਸੀ, ਮਹਾਰਾਜ ਕਹਿੰਦੇ ਵਿਕਾਰਾਂ ਕਰਕੇ ਭਾਰ ਪਿਆ ਸੀ, ਹੌਲੇ ਪੁਰਖ ਤਾਂ ਤਰ ਗਏ, ਨਾਮ ਜਪਣ ਵਾਲੇ ਅਭਿਆਸੀ ਤਾਂ ਤਰ ਗਏ, ਜਿਨ੍ਹਾਂ ਦੇ ਸਿਰ ਤੋਂ ਭਾਰ ਲੈ ਗਏ ਆ। ਗੁਰਮੁਖੋ ਸਤ ਸੰਗਤ ਪਾਪਾਂ ਦਾ ਭਾਰ ਲਾਉਂਦੀ ਏ, ਗੁਰਬਾਣੀ ਪਾਪਾਂ ਦਾ ਭਾਰ ਲਾਉਂਦੀ ਏ। ਸਤਿਗੁਰ ਦਾ ਬਚਨ ਆ ਗਿਆ, ਸਾਡਾ ਜਿਹੜਾ ਮਨ ਤੇ ਭਾਰ ਪਿਆ ਨਾ ਪਾਪਾਂ ਕਰਕੇ, ਔਗਣਾ ਕਰਕੇ, ਜਿਵੇਂ ਗੁਰੂ ਦੇਵ ਕਹਿੰਦੇ ਐ, ਸੱਚੇ ਪਾਤਸ਼ਾਹ ਦਾ ਬਚਨ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਭਾਈ ਰੰਗ ਮਾਣ ਲੈ ਪਿਆਰਿਆ, ਜਾ ਜੋਬਨ ਨਾ ਹੁਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ, ਚੋਲਾ ਤੇਰਾ ਸ੍ਰੀ ਰੂਪੀ ਚੋਲਾ ਪੁਰਾਣਾ ਹੋ ਗਿਆ ਏ। ਸੱਜਣ ਮੇਰੇ ਰੰਗੋਲੇ ਜਾਏ ਸੁੱਤੇ ਜੀ ਰਾਣ, ਹੰਪੀ ਵੰਜਾ ਡੂਮਣੀ ਰੋਵਾਂ ਝੀਣੀ ਬਾਣ, ਕੀ ਨਾ ਸੁਣੇ ਹੀ ਗੋਰੀਏ, ਆਪਣ ਕੰਨੀ ਸੋਏ, ਲੱਗੀ ਆਵੇ ਸੌਹਰੇ ਨਿਤ ਨਾ ਪਈਐ ਹੋਏ। ਮਹਾਰਾਜ ਕਹਿੰਦੇ ਨਿਤ ਤੋਂ ਕਦੀ ਖਣੀ ਪੇਕੇ ਰਹਿਣਾ, ਭਾਵ ਇਸ ਲੋਕ ਮਾਤ ਲੋਕ ਵਿੱਚ ਰਹਿਣਾ, ਸਹੁਰੇ ਘਰ ਜਾਣਾ ਏ ਤੂੰ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰੂ ਜੀ ਕਹਿੰਦੇ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ। ਉਹ ਗੁਣਾ ਦੀ ਗੰਠੜੀ ਸਾਧ ਸੰਗਤ ਜੀ ਜਿਹੜੀ ਸੀ ਉਹ ਗਵਾ ਲਈ, ਔਗੁਣਾਂ ਨੂੰ ਹੀ ਪੱਲੇ ਬੰਨਿਆ ਹੋਇਆ। ਮਹਾਰਾਜ ਦੱਸਦੇ ਐ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਸਿਰ ਤੇ ਪਾਪਾਂ ਦਾ ਭਾਰ ਚੁੱਕਿਆ, ਜਿਨ੍ਹਾਂ ਨੇ ਭਾਰ ਨਹੀਂ ਲਾਇਆ ਡੁੱਬ ਗਏ ਭਾਈ। ਕਬੀਰ ਹਾੜ ਜਰੇ ਜਿਉ ਲਾਕਰੀ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਇਉਂ ਕੋਈ ਨਾ ਆਪਣੇ ਸਰੀਰ ਦਾ ਬਹੁਤਾ ਹੀ ਮਾਣ ਕਰੇ। ਇਉਂ ਜਦੋਂ ਬਹੁਤਾ ਮਾਣ ਕਰਦਾ ਸੀ ਨਾ, ਭਗਤ ਕਬੀਰ ਸਾਹਿਬ ਜੀ ਨੇ ਉੱਥੇ ਉਪਦੇਸ਼ ਦਿੱਤਾ, ਕਹਿੰਦੇ ਐਵੇਂ ਤੂੰ ਮਾਣ ਕਾਹਤੋਂ ਕਰਦਾ ਆ। ਸਾਧ ਸੰਗਤ ਜੀ ਮੁਰਦੇ ਨੂੰ ਸੜਦਾ ਦੇਖ ਕੇ ਕਬੀਰ ਸਾਹਿਬ ਜੀ ਨੇ ਭਾਈ ਇਉਂ ਫਿਰ ਸਰੀਰ ਨੂੰ ਸੰਬੋਧਨ ਹੋ ਕਰਕੇ ਬਚਨ ਕੀਤਾ ਆ। ਕਬੀਰ ਜੀ ਮਹਾਰਾਜ ਦੱਸਦੇ ਹਨ, ਕਬੀਰ ਹਾੜ ਜਰੇ ਜਿਉ ਲਾਕਰੀ। ਮਹਾਰਾਜ ਕਹਿਣ ਲੱਗੇ ਭਾਈ ਮ੍ਰਿਤਕ ਪੁਰਖ ਦਾ ਜਿਹੜਾ ਹੱਡ ਇਸ ਪ੍ਰਕਾਰ ਸੜਦਾ ਆ ਜਿਵੇਂ ਲੱਕੜੀ ਸੜਦੀ ਹੋਵੇ। ਮਹਾਰਾਜ ਕਹਿੰਦੇ ਲੱਕੜ ਵੀ ਠੋਸ ਹੈ ਤੇ ਦੇਖੋ ਹੱਡ ਵੀ ਠੋਸ ਹੀ ਹੈ, ਪਰ ਕਹਿੰਦੇ ਸੜ ਜਾਂਦੇ ਐ। ਇਹਨੂੰ ਜਦੋਂ ਅੱਗ ਦੇ ਹਵਾਲੇ ਕੀਤਾ ਜਾਂਦਾ ਨਾ, ਡਾਰ ਅਗਨ ਮੈਂ ਦੀਨਾ,
ਧੰਨ ਗੁਰੂ ਤੇਗ ਬਹਾਦਰ ਨਾਵੇਂ ਪਾਤਸ਼ਾਹ ਕਹਿੰਦੇ ਜਦੋਂ ਇਸ ਨੂੰ ਅੱਗ ਵਿੱਚ ਡਾਰ ਦਿੱਤਾ, ਸੁੱਟ ਦਿੱਤਾ ਜਾਂਦਾ ਏ, ਮਹਾਰਾਜ ਦੱਸਦੇ ਨੇ ਹਾੜ ਜਰੇ ਜੋ ਲੱਕਰੀ, ਇਵੇਂ ਹੱਡ ਜਲਦੇ ਆ ਜਿਵੇਂ ਸਾਧ ਸੰਗਤ ਦੀ ਲੱਕੜੀ ਜਲ ਸੜਦੀ ਹੋਵੇ, ਬਲਦੀ ਹੋਵੇ। ਕਾਹਨੂੰ ਤੂੰ ਮਾਨ ਕਰਦਾ ਆ? ਮਹਾਰਾਜ ਕਹਿੰਦੇ ਤੇਰੇ ਸਰੀਰ ਨੂੰ, ਆਹ ਚਮੜੀ ਨੂੰ, ਚਿੱਟੀ ਨੂੰ ਵੇਖ ਵੇਖ ਕੇ ਮਾਣ ਕਰੀ ਜਾਣਾ, ਹੱਡਾਂ ਨੂੰ ਵੇਖ ਕੇ ਇਹਨੇ ਤੇ ਲੱਕੜ ਵਾਂਗ ਸੜ ਜਾਣਾ ਭਾਈ। ਕੇਸ ਜਰੇ ਜਿਉਂ ਘਾਸ, ਜਿਹੜੇ ਤੇਰੇ ਕੇਸ ਹੈ ਮਹਾਰਾਜ ਕਹਿੰਦੇ ਇਉਂ ਸੜਨਗੇ ਜਿਵੇਂ ਘਾਹ ਸੜਦਾ ਹੋਵੇ। ਮਾਣ ਕਾਹਦਾ ਕੀਤਾ ਇਹ ਦੱਸਦੇ ਹਨ। ਇਹੋ ਜਗ ਜਰਤਾ ਦੇਖ ਕੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਇਸ ਸੰਸਾਰ ਨੂੰ ਸੜਦਾ ਬਲਦਾ ਵੇਖ ਕਰਕੇ ਭਇਓ ਕਬੀਰ ਉਦਾਸ। ਕਹਿੰਦੇ ਮੈਂ ਤਾਂ ਹੀ ਵਿਰਾਗ ਧਾਰਨ ਕੀਤਾ ਹੋਇਆ, ਤਾਂ ਹੀ ਮੈਂ ਉਪਰਾਮ ਹੋ ਗਿਆ। ਕਬੀਰ ਸਾਹਿਬ ਜੀ ਨੂੰ ਸਵਾਲ ਕੀਤਾ, ਮਹਾਰਾਜ ਸੜਨਾ ਤੇ ਆਪ ਜੀ ਨੇ ਵੀ ਹੈ, ਕਿਸੇ ਨੇ ਜਿਹੜਾ ਬਹੁਤਾ ਹੁੰਦੇ ਨੇਗੇ ਬੜਬੋਲੇ ਬਹੁਤੇ, ਅਕਲ ਨਹੀਂ ਹੁੰਦੀ ਬੋਲਣ ਦੀ। ਸਾਧ ਸੰਗਤ ਜੀ ਕਿਸੇ ਗੁਰਮੁਖ ਨੂੰ, ਰੱਬ ਦੇ ਪਿਆਰੇ ਸੰਤ ਮਹਾਤਮਾ ਨੂੰ ਵਚਨ ਕਿਵੇਂ ਕਰਨਾ ਆ ਇਹ ਪਤਾ ਹੀ ਨਹੀਂ ਹੁੰਦਾ। ਜਦੋਂ ਕਬੀਰ ਜੀ ਨੇ ਇਉਂ ਆਖਿਆ ਨਾ, ਕੋਈ ਸੀਗਾ ਮੂਰਖ ਬੈਠਾ, ਕਹਿੰਦੇ ਮਹਾਰਾਜ ਆਪ ਜੀ ਦੇ ਸਰੀਰ ਨੇ ਵੀ ਸੜਨਾ ਆ, ਕੌਣ ਸਮਝਾਵੇ? ਬ੍ਰਹਮ ਗਿਆਨੀ ਤਾਂ ਬਦੇ ਮੁਕਤ ਹੁੰਦੇ ਐ। ਭਗਤ ਕਬੀਰ ਜੀ ਸਰੀਰ ਕਰਕੇ ਸੱਚਖੰਡ ਗਏ ਐ। ਬਚਨ ਆਉਂਦਾ ਜਦੋਂ ਸਮਾਪਤੀ ਹੋਵੇਗੀ ਨਾ ਕਬੀਰ ਜੀ ਦੇ ਸ਼ਲੋਕਾਂ ਦੀ, ਉਦੋਂ ਮਹਾਰਾਜ ਦਾ ਜਿਹੜਾ ਅੰਤ ਦਾ ਸਮਾਂ ਉਹ ਗੁਰੂਦੇਵ ਦੀ ਕਿਰਪਾ ਕਰਕੇ ਆਪ ਸੰਗਤਾਂ ਨੂੰ ਸਰਵਣ ਕਰਵਾਵਾਂਗੇ। ਗੁਰਮੁਖੋ ਮਹਾਰਾਜ ਸਰੀਰ ਕਰਕੇ ਗਏ ਸੱਚਖੰਡ ਦੇ ਵਿੱਚ। ਧੰਨ ਗੁਰੂ ਨਾਨਕ ਸਾਹਿਬ ਜੀ ਵੀ ਸਰੀਰ ਕਰਕੇ ਗਏ। ਕਿਉਂ? ਰਾਜ ਹੀ ਹੈ ਮਹਾਰਾਜ ਦਾ, ਵੱਡਾ ਦੇਸ਼ ਵੱਡ ਰਾਜ। ਜਿਹੜੇ ਰਾਜੇ ਦਾ ਰਾਜ ਹੋਵੇ ਨਾ, ਜੋ ਮਰਜ਼ੀ ਕਰੇ, ਉਹ ਮਰਜ਼ੀ ਹੈ ਉਸਦੀ। ਉਹਨਾਂ ਨੇ ਸੱਚਖੰਡ ਮੁੱਲ ਲਿਆ ਹੋਇਆ, ਕੀ ਦੇ ਕੇ? ਮਨ ਦੇ ਕੇ। ਸਾਧ ਸੰਗਤ ਜੀ ਮੁੱਲ ਲੈ ਲਿਆ ਸੱਚਖੰਡ ਰੱਬ ਦੇ ਪਿਆਰਿਆਂ ਨੇ। ਵੱਡਾ ਦੇਸ਼ ਵੱਡ ਰਾਜ। ਮਹਾਰਾਜ ਕਹਿੰਦੇ ਵੱਡਾ ਦੇਸ਼ ਹੈ, ਵੱਡਾ ਹੀ ਰਾਜ ਹੈ ਰੱਬ ਦੇ ਪਿਆਰਿਆਂ ਦਾ। ਕੋਈ ਮੂਰਖ ਪੁਰਖ ਬੋਲਿਆ, ਕਹਿੰਦਾ ਮਹਾਰਾਜ ਜੀ ਤੁਹਾਡਾ ਵੀ ਸਰੀਰ ਸੜੂਗਾ। ਮਹਾਰਾਜ ਹੱਸ ਕੇ ਕਹਿਣ ਲੱਗੇ, ਉਹ ਭਾਈ ਸਰੀਰ ਤੇ ਸਾਰਿਆਂ ਦੇ ਸੜਨਾ ਇਉਂ ਫਿਰ ਦੱਸਦੇ ਹਨ। ਇਹੋ ਜਗ ਜਗ ਜਰਤਾ ਦੇਖ ਕੈ, ਇਹੋ ਜਗ ਜਰਤਾ ਦੇਖ ਕੇ ਮਹਾਰਾਜ ਕਹਿੰਦੇ ਤਾਂ ਹੀ ਤਾਂ ਮੈਂ ਸੰਸਾਰ ਸੜ ਰਹੇ ਸੰਸਾਰ ਨੂੰ ਵੇਖ ਕਰਕੇ ਭਇਓ ਕਬੀਰ ਉਦਾਸ। ਤਾਂ ਹੀ ਤੇ ਮੈਂ ਉਪਰਾਮ ਹੋ ਗਿਆ, ਵਿਰਾਗ ਦੇ ਸਹਿਤ ਹੋ ਗਿਆ। ਇੱਕ ਵਾਰ ਕੀ ਹੋਇਆ, ਭਗਤ ਕਬੀਰ ਜੀ ਦਾ ਸੁਭਾਅ ਸੀ, ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਨਾ ਸਾਧ ਸੰਗਤ ਜੀ, ਮਹਾਰਾਜ ਕਬੀਰ ਸਾਹਿਬ ਜੀ ਉਹਦੇ ਸ਼ਸ਼ਕਾਰ ਤੇ ਜਾਇਆ ਕਰਨ। ਚਾਹੇ ਕੋਈ ਵੀ ਪੁਰਖ ਹੁੰਦਾ ਸੀ, ਮਹਾਰਾਜ ਦਾ ਸੁਭਾਅ ਹੀ ਸੀ ਇਹ। ਮਹਾਰਾਜ ਮਸਾਣਾ ਤੱਕ ਜਾਂਦੇ ਐ, ਸ਼ਮਸ਼ਾਨ ਭੂਮਾ ਤੱਕ ਜਾਂਦੇ ਐ, ਬਸ ਉੱਥੇ ਆਪਣੀ ਮੌਜ ਨਾਲ ਕੋਈ ਨਾ ਕੋਈ ਉਪਦੇਸ਼ ਉਚਾਰਦੇ ਰਹਿੰਦੇ, ਰੱਬੀ ਬਾਣੀ ਉਚਾਰਦੇ ਰਹਿੰਦੇ। ਮੌਜ ਹੀ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ। ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਪ੍ਰਵਾਹ ਨਾਹੀ ਕਿਸੇ ਕੇਰੀ ਬਾਝ ਸੱਚੇ ਨਾ। ਜਿਹੜੇ ਬ੍ਰਹਮ ਗਿਆਨੀਆਂ ਦੀ ਗੱਲ ਕਰਦਾ, ਇਹ ਮਾੜੇ ਮੋਟੇ ਦੀ ਗੱਲ ਨਹੀਂ ਕਰ ਰਿਹਾ ਸਾਧ ਸੰਗਤ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਆਪਣੀ ਮੌਜ 'ਚ ਹੀ ਵਿਚਰਦੇ ਰਹਿੰਦੇ ਐ ਸਾਧ ਸੰਗਤ ਜੀ। ਮਹਾਰਾਜ ਸ਼ਮਸ਼ਾਨ ਭੂਮਾ 'ਚ ਗਏ, ਉੱਥੇ ਸਾਧ ਸੰਗਤ ਜੀ ਕੀ ਹੋਇਆ, ਇੱਕ ਕਿਸੇ ਪ੍ਰਾਣੀ ਦਾ ਸ਼ਸ਼ਕਾਰ ਹੋ ਰਿਹਾ ਸੀ। ਉੱਥੇ ਜਦੋਂ ਸਾਧ ਸੰਗਤ ਜੀ, ਕੋਈ ਪ੍ਰੇਮੀ ਸੀ ਮਹਾਰਾਜ ਭਗਤ ਕਬੀਰ ਸਾਹਿਬ ਜੀ ਦਾ, ਉਹਨੇ ਭਗਤ ਕਬੀਰ ਸਾਹਿਬ ਜੀ ਦਾ ਪ੍ਰੇਮੀ ਇਹੋ ਜਿਹਾ ਸੀ, ਇਹ ਨਾਮ ਗਿਆਨ ਕਰਕੇ ਆਪਣੇ ਗੁਰੂਦੇਵ ਦੀ ਸੇਵਾ ਕਰਕੇ, ਭਾਵ ਕਿ ਕਬੀਰ ਜੀ ਦੀ ਸੇਵਾ ਕਰਕੇ ਨਾ, ਇੱਕ ਸੰਤ ਪੂਰੇ ਹੈ, ਗੁਰੂ ਹੈ ਪੂਰੇ, ਭਗਤ ਕਬੀਰ ਜੀ ਦੀ ਸੇਵਾ ਕਰਕੇ ਦਾ ਤੀਜਾ ਨੇਤਰ ਖੁੱਲ੍ਹ ਗਿਆ, ਭਾਵ 10ਵਾਂ ਦੁਆਰ ਖੁੱਲ੍ਹਿਆ ਹੋਇਆ ਸੀ। ਜਦੋਂ 10ਵਾਂ ਦੁਆਰ ਖੁੱਲ੍ਹਿਆ ਸੀ, ਗਿਆਨ ਸੀ, ਅੰਤਰਜਾਮਤਾ ਸੀ। ਇਹਨੇ ਕੀ ਵੇਖਿਆ, ਸਾਰਿਆਂ ਦੇ ਸਿਰਾਂ ਤੇ ਇੱਕ ਇੱਕ ਕਲਗੀ ਲੱਗੀ ਹੋਈ ਹੈ। ਸਾਧ ਸੰਗਤ ਜੀ ਜਦੋਂ ਸਸਕਾਰ ਕਰਕੇ ਵਾਪਸ ਮੁੜੇ ਤਾਂ ਕੇਵਲ ਮਹਾਰਾਜ ਭਗਤ ਕਬੀਰ ਜੀ ਦੇ ਸੀਸ ਤੇ ਕਲਗੀ ਲੱਗੀ ਵੇਖੀ। ਸਾਧ ਸੰਗਤ ਜੀ ਜਦੋਂ ਜਿਉਂ ਦੀ ਤਿਉਂ ਕਲਗੀ ਮਹਾਰਾਜ ਦੇ ਸੀਸ ਤੇ ਵੇਖੀ, ਉਸ ਵੇਲੇ ਸਾਧ ਸੰਗਤ ਜੀ ਬਾਕੀਆਂ ਦੀਆਂ ਜਿਹੜੀਆਂ ਕਲਗੀਆਂ ਲੱਗੀਆਂ ਸੀ ਸੀਸ ਤੇ ਉਹ ਮਿਟ ਗਈਆਂ। ਇਹਨੇ ਸਾਧ ਸੰਗਤ ਜੀ ਇਹ ਬੜਾ ਹੈਰਾਨ ਹੋਏ ਆ। ਹੁਣ ਮਹਾਰਾਜ ਦਾ ਪ੍ਰੇਮੀ ਸੀ, ਸਿੱਖ ਸੀ ਨਾ ਬਾਬਾ ਕਬੀਰ ਜੀ ਮਹਾਰਾਜ ਦਾ, ਕਹਿੰਦਾ ਮਹਾਰਾਜ ਜਦੋਂ ਸ਼ਸ਼ਕਾਰ ਹੋ ਰਿਹਾ ਸੀ, ਸਾਰਿਆਂ ਦੇ ਸੀਸ ਤੇ ਕਲਗੀਆਂ ਲੱਗੀਆਂ ਸਨ,
ਪਰ ਥੋੜ੍ਹੇ ਕੁ ਸਮੇਂ ਬਾਅਦ ਸ਼ਸ਼ਕਾਰ ਹੋ ਗਿਆ। ਜਦੋਂ ਘਰਾਂ ਨੂੰ ਜਾਣ ਲੱਗੇ ਉਹ ਕਲਗੀਆਂ ਮਿਟ ਗਈਆਂ। ਇਸ ਕਰਕੇ ਹੁਣ ਆਪ ਜੀ ਦੀ ਸੀਸ ਤੇ ਸੋਭ ਰਹੀ ਹੈ। ਇਹਦਾ ਕਾਰਨ ਦੱਸੋ। ਮਹਾਰਾਜ ਕਬੀਰ ਸਾਹਿਬ ਜੀ ਕਹਿਣ ਲੱਗੇ, ਭਗਤ ਜੀ ਕਹਿਣ ਲੱਗੇ, ਉਹ ਭਾਈ ਤੇਰੀ ਹੁਣ ਨਾਮ ਕਰਕੇ ਅਵਸਥਾ ਉੱਚੀ ਹੋ ਗਈ ਹੈ। ਤੈਨੂੰ ਹੁਣ ਉਹ ਜੋ ਅਦ੍ਰਿਸ਼ ਹੈ ਵੇਖਣ ਲੱਗ ਗਿਆ, ਜਿਹੜਾ ਦੇਖਣ 'ਚ ਨਹੀਂ ਆਉਂਦਾ। ਜਿਹੜਾ ਸਾਧ ਸੰਗਤ ਜੀ ਪ੍ਰਤੱਖ ਅੱਖਾਂ ਦੇ, ਹੁਣ ਰੱਬ ਕਿਹੜਾ ਪ੍ਰਤੱਖ ਅੱਖਾਂ ਨਾਲ ਵੇਖਦਾ ਆ ਰੱਬ ਪ੍ਰਤੱਖ ਅੱਖਾਂ ਨਾਲ। ਉਸ ਨੂੰ ਮਨ ਰੂਪੀ ਨੇਤਰਾਂ ਦੇ ਨਾਲ, ਬੁੱਧੀ ਰੂਪੀ ਨੇਤਰਾਂ ਨਾਲ ਵੇਖਿਆ ਜਾਂਦਾ ਆ ਸਾਧ ਸੰਗਤ ਜੀ। ਇਸੇ ਕਰਕੇ ਭਗਤ ਜੀ ਕਹਿਣ ਲੱਗੇ, ਤੁਰੇ ਜਾਂਦੇ ਆ। ਮਹਾਰਾਜ ਕਹਿਣ ਲੱਗੇ ਤੇਰੇ ਨਾਮ ਦੀ ਅਵਸਥਾ ਕਰਕੇ ਨਾ ਤੇਰੀ ਅਵਸਥਾ ਉੱਚੀ ਹੋ ਗਈ ਹੈ, ਨਾਮ ਦਾ ਅਭਿਆਸ ਕਰਕੇ। ਇਸ ਕਰਕੇ ਇਹ ਅਵਸਥਾ ਕਿਸੇ ਕਿਸੇ ਨੂੰ ਹੀ ਮਿਲਦੀ ਹੈ। ਮਹਾਰਾਜ ਕਹਿੰਦੇ ਕਾਰਨ ਇਹ ਹੈ, ਜਦੋਂ ਸ਼ਸ਼ਕਾਰ ਹੋ ਰਿਹਾ ਸੀ ਨਾ ਸਾਰੇ ਵਿਰਾਗ ਦੇ ਸਹਿਜ ਸਨ। ਅਸੀਂ ਵੀ ਮਰ ਜਾਣਾ, ਵੀ ਸਾਡਾ ਵੀ ਭੋਗ ਪੈਣਾ ਜੀ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜੋ ਥੋੜਾ ਕੁ ਸਮਾਂ ਬਾਅਦ ਸ਼ਸ਼ਕਾਰ ਹੋ ਗਿਆ, ਚੱਲ ਪਏ ਨਾ, ਉਹ ਵਿਰਾਗ ਹਟ ਗਿਆ। ਇਸ ਕਰਕੇ ਉਹ ਵਿਰਾਗ ਦੀਆਂ ਕਲਗੀਆਂ ਸਨ। ਵਿਰਾਗ ਕਰਕੇ ਥੋੜਾ ਕੁ ਸਮਾਂ ਵਿਰਾਗ ਸੀ ਕਿ ਚੱਲ ਜਾਣਾ, ਦੁਨੀਆ ਤੋਂ ਮਰ ਜਾਣਾ। ਇਸੇ ਕਰਕੇ ਸਾਰਿਆਂ ਦੇ ਸਿਰ ਤੇ ਉਹ ਵਿਰਾਗ ਦੀ ਕਲਗੀ ਆ ਗਈ ਸੀ। ਥੋੜਾ ਜਿਹਾ ਮਨ ਦੁਨੀਆ ਤੋਂ ਹਟ ਗਿਆ ਸੀ। ਸੱਚ ਬਾਤ ਹੈ, ਜਦੋਂ ਸ਼ਮਸ਼ਾਨ ਭੂਮਾ ਜਾਈਦਾ ਨਾ, ਸੱਚਮੁੱਚ ਰੱਬ ਚੇਤੇ ਆ ਹੀ ਜਾਂਦਾ ਆ। ਕੁਦਰਤੀ ਹੈ, ਵੱਡ ਪਾਪੀ ਤੋਂ ਪਾਪੀ ਜੀਵ ਵੀ ਹੋਵੇ ਕੋਈ, ਉੱਥੇ ਆ ਕੇ ਤੇ ਮਹਾਰਾਜ ਨੂੰ ਯਾਦ ਕਰ ਹੀ ਲੈਂਦਾ ਆ ਸਾਧ ਸੰਗਤ ਜੀ। ਪਰ ਸਦਾ ਵਾਸਤੇ ਨਹੀਂ ਕਰਦਾ। ਉਹੀ ਕਬੀਰ ਜੀ ਕਹਿ ਰਹੇ ਨੇ। ਮਹਾਰਾਜ ਕਹਿੰਦੇ ਭਾਈ ਪ੍ਰੇਮੀਆਂ ਅਵਸਥਾ ਤੇਰੀ ਉੱਚੀ ਹੋ ਗਈ ਏ। ਇਸੇ ਕਰਕੇ ਜਦੋਂ ਸ਼ਸ਼ਕਾਰ ਹੋ ਰਿਹਾ ਸੀ ਨਾ, ਸਾਰਿਆਂ ਦੇ ਸੀਸ ਤੇ ਵਿਰਾਗ ਦੀ ਕਲਗੀ ਸੀ ਵੀ ਜਾਣਾ ਆ ਦੁਨੀਆ ਤੋਂ। ਮਹਾਰਾਜ ਕਹਿੰਦੇ ਤੇ ਉਹ ਕਹਿੰਦਾ ਮਹਾਰਾਜ ਮਿਟ ਗਈਆਂ। ਕਹਿੰਦੇ ਹਾਂ ਮਿਟ ਗਈਆਂ। ਫਿਰ ਮਨ ਦੁਨੀਆ 'ਚ ਹੀ ਪ੍ਰਵਿਰਤ ਹੋ ਗਿਆ। ਇਸ ਕਰਕੇ ਕਹਿੰਦੇ ਮਹਾਰਾਜ ਆਪ ਜੀ ਦੇ ਸੀਸ ਤੇ ਕਾਹਤੋਂ ਹੈ। ਮਹਾਰਾਜ ਕਹਿੰਦੇ ਅਸੀਂ ਭਾਈ ਵਿਰਾਗ ਦੇ ਸਹਿਤ ਰਹਿੰਦੇ ਹਾਂ। ਉਹ ਬਚਨ ਕਰਦੇ ਹੋਏ ਬਚਨ ਉਚਾਰਦੇ ਹਨ, ਇਹੋ ਜਗ ਜਰਤਾ ਦੇਖ ਕੇ। ਉਹ ਭਾਈ ਪ੍ਰੇਮੀਆਂ ਇਹ ਸਾੜਦੇ ਹੋਏ ਸੰਸਾਰ ਨੂੰ ਵੇਖ ਕਰਕੇ ਭਇਓ ਕਬੀਰ ਉਦਾਸ। ਮਹਾਰਾਜ ਕਹਿੰਦੇ ਮੈਂ ਤੇ ਸਦਾ ਹੀ ਉਦਾਸ ਰਹਿਣਾ। ਆਖਣ ਲੱਗੇ ਭਾਈ ਪ੍ਰੇਮੀ ਦੱਸੀ ਨਾ ਕਿਸੇ ਨੂੰ ਆਪਣੀ ਅਵਸਥਾ। ਆਪਣੀ ਅਵਸਥਾ ਦੱਸੇਗਾ ਕਿਸੇ ਨੂੰ ਗੁਰਮੁਖੋ, ਤਿੱਥੇ ਥੋੜਾ ਧਿਆਨ ਦੇਣਾ। ਨਾਮ ਅਭਿਆਸ ਕਰਕੇ ਜੇ ਕੋਈ ਮੰਜ਼ਿਲ ਪ੍ਰਾਪਤ ਹੋਵੇ, ਕੁਝ ਸਾਧ ਸੰਗਤ ਜੀ ਉਸ ਨੂੰ ਦੁਨੀਆ ਵਿੱਚ ਪ੍ਰਗਟ ਨਹੀਂ ਕਰਨਾ ਚਾਹੀਦਾ। ਆਪਣੇ ਤੱਕ ਸੀਮਤ ਰੱਖੋ, ਗੁਰੂ ਦੇਵ ਤੱਕ, ਗੁਰੂ ਸਾਹਿਬ ਤੱਕ ਸੀਮਤ ਰੱਖਣਾ ਚਾਹੀਦਾ। ਸਾਧ ਸੰਗਤ ਜੀ ਕਿਸੇ ਨੂੰ ਵੀ ਆਪਣੀ ਜਿਹੜੀ ਅਵਸਥਾ ਹੈ ਨਾ ਉੱਚੀ ਦੱਸੋ ਨਾ। ਹਾਂ ਇੱਥੇ ਇੱਕ ਇਹ ਜ਼ਰੂਰ ਹੈ ਕਿ ਉਸ ਲੈਵਲ ਦਾ ਜੇ ਕੋਈ ਮਹਾਤਮਾ ਹੈ, ਤੂੰ PhD ਕੀਤੀ ਹੈ, ਤੇਰੇ ਲੈਵਲ ਦਾ ਪੜ੍ਹਾਈ ਵਾਲਾ ਹੈਗਾ ਨਾ ਕੋਈ, ਉੱਥੇ ਭਾਵੇਂ ਤੂੰ ਦੱਸ ਦੇ। ਜੇ ਕੋਈ ਅੱਗੋਂ ਵੀ ਕੋਈ ਨਾਮ ਅਭਿਆਸੀ ਕੋਈ ਮਹਾਤਮਾ ਹੈ, ਪੂਰਾ ਹੈ, ਸੰਤ ਹੈ, ਦੱਸ ਦੇ। ਉੱਥੇ ਕੋਈ ਚੱਕਰ ਨਹੀਂ। ਉੱਥੇ ਕੋਈ ਸਾਧ ਸੰਗਤ ਜੀ ਮਨ ਦੇ ਵਿੱਚ ਇਹ ਨਹੀਂ ਕਹਿਣਾ ਵੀ ਨਹੀਂ ਦੱਸਣਾ, ਕਿਉਂਕਿ ਉਹ ਤੇ ਅੱਗੋਂ ਅੰਤਰਜਾਮੀ ਹੋਣਗੇ। ਪਰ ਉਸ ਨੂੰ ਨਹੀਂ ਦੱਸਣਾ ਕਿ ਆਮ ਦੁਨੀਆ ਨੂੰ ਨਹੀਂ ਦੱਸਣਾ। ਸਾਧ ਮਨਮੁਖਾਂ ਨੂੰ ਨਹੀਂ, ਮੂਰਖਾਂ ਨੂੰ ਨਹੀਂ ਦੱਸਣਾ। ਫਿਰ ਤੇਰਾ ਜਿਹੜਾ ਨਾਮ ਦੀ ਅਵਸਥਾ ਨਾ ਉਹ ਫਿਰ ਰਸ ਨਹੀਂ ਰਹੇਗਾ। ਇਹ ਰਸ ਦੱਸਣ ਵਾਲਾ ਥੋੜੋ ਹੈ। ਕਬੀਰ ਸਾਹਿਬ ਤਾਂ ਕਹਿੰਦੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਭਾਈ ਗੂੰਗੇ ਨੂੰ ਮਠਿਆਈ ਖਵਾ ਕੇ, ਗੁੜ ਖਵਾ ਕੇ ਪੁੱਛੋ ਸਵਾਦ ਆਇਆ, ਤੇ ਸਾਧ ਸੰਗਤ ਜੀ ਦੱਸ ਨਹੀਂ ਸਕਦਾ ਬੋਲ ਕੇ, ਪਰ ਉਹਦੇ ਚਿਹਰੇ ਦੇ ਸ਼ਿਕੰਨਾਂ ਤੋਂ, ਚਿੰਨ੍ਹਾਂ ਤੋਂ ਪਤਾ ਲੱਗ ਜਾਏਗਾ ਕਿ ਇਹਨੂੰ ਸਵਾਦ ਆ ਗਿਆ। ਇਸੇ ਪ੍ਰਕਾਰ ਜਿਨ੍ਹਾਂ ਨੂੰ ਨਾਮ ਵਿੱਚੋਂ, ਵਾਹਿਗੁਰੂ ਜੀ ਦੇ ਉਸਤਤੀ ਬਾਣੀ ਵਿੱਚੋਂ ਸਵਾਦ ਆ ਗਿਆ, ਉਹਦੇ ਚਿਹਰਿਆਂ ਤੋਂ, ਉਹਦੀ ਕਰਨੀ ਤੋਂ, ਉਹਦੀ ਰੀਤੀ ਤੋਂ ਪਤਾ ਲੱਗ ਜੂ ਇਹਨੂੰ ਅੰਮ੍ਰਿਤ ਵਰਗਾ ਰਸ ਆ ਗਿਆ। ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਏ। ਮਹਾਰਾਜ ਦਾ ਬਚਨ ਹੈ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਵਾਮੀ ਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਰਸ ਚਖਿਆ ਵਾਹਿਗੁਰੂ ਜੀ ਦੇ ਨਾਮ ਦਾ, ਰੱਜ ਗਏ ਉਹ। ਤੇ ਜਿਹੜੇ ਰੱਜੇ ਹੋਏ ਹੋਣ ਨਾ, ਉਹਦੇ ਚਿਹਰੇ ਵੇਖਿਓ। ਹੁਣ ਜਿਹੜਾ ਭੁੱਖਾ ਪੁਰਖ ਹੈ ਤੇ ਰੱਜਿਆ, ਦੋਵਾਂ ਨੂੰ ਵੇਖਿਓ, ਭੁੱਖੇ ਤੇ ਰੱਜੇ ਪੁਰਖ ਦੇ ਚਿਹਰੇ ਨੂੰ ਵੇਖਿਓ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜੇ ਰੱਜ ਗਏ ਹੈ ਨਾ, ਉਹਨਾਂ ਦੇ ਚਿਹਰੇ ਹੀ ਬਦਲ ਗਏ। ਵਾਹਿਗੁਰੂ ਜੀ ਦੇ ਨਾਮ ਦੇ ਰਸ ਨੂੰ ਜਿਨ੍ਹਾਂ ਨੇ ਚਖਿਆ,
ਮਹਾਰਾਜ ਕਹਿੰਦੇ ਸਭ ਕੁਝ ਹੀ ਬਦਲ ਗਿਆ। ਇਸ ਕਰਕੇ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੀ ਅਵਸਥਾ ਉੱਚੀ ਹੋਣ ਕਰਕੇ ਵਾਹਿਗੁਰੂ ਨੇ ਤੈਨੂੰ ਕੌਤਕ ਵਿਖਾਇਆ, ਪਰਮੇਸ਼ਰ ਨੇ ਤੈਨੂੰ ਇਹ ਕੌਤਕ ਵਿਖਾਇਆ ਏ। ਇਹ ਸਾਰੀਆਂ ਕਲਗੀਆਂ ਵਿਰਾਗ ਦੀਆਂ ਉਪਰਾਮ ਦੀਆਂ ਨੇ। ਇਸ ਕਰਕੇ ਸੰਸਕਾਰ ਕਰਨ ਵੇਲੇ ਸਾਰਿਆਂ ਦੇ ਮਨ ਵਿੱਚ ਵਿਰਾਗ ਸੀ ਕਿ ਅਸੀਂ ਦੁਨੀਆ ਤੋਂ ਚਲੇ ਜਾਣਾ ਆ, ਪਰ ਹੌਲੀ ਹੌਲੀ ਕਲਗੀ ਮਿਟ ਗਈ। ਮਹਾਰਾਜ ਕਹਿੰਦੇ ਸਾਡੇ ਸੀਸ ਤੇ ਰਹਿ ਗਈ ਉਹ ਕਲਗੀ ਕਿ ਅਸੀਂ ਤਾਂ ਸਦਾ ਉਪਰਾਮ ਹੀ ਰਹਿੰਦੇ ਆ। ਇਹੀ ਘਟਨਾ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਦੇ ਸੰਸਕਾਰ ਵੇਲੇ ਹੋਏ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਬਾਬਾ ਬੁੱਢਾ ਜੀ ਦਾ ਸੰਸਕਾਰ ਕੀਤਾ ਨਾ ਮਹਾਰਾਜ ਜੀ ਨੇ ਆਪਣੇ ਹੱਥੀਂ, ਉਸ ਵੇਲੇ ਬਾਬਾ ਭਾਨਾ ਜੀ ਮਹਾਰਾਜ ਦੇ ਬਾਬਾ ਬੁੱਢਾ ਜੀ ਦੇ ਸਾਹਿਬਜ਼ਾਦੇ ਕਹਿਣ ਲੱਗੇ ਸੰਸਕਾਰ ਕੀਤਾ ਨਾ, ਸਾਰਿਆਂ ਦੀ ਸੀਸ ਤੇ ਵਿਰਾਗ ਦੀਆਂ ਕਲਗੀਆਂ ਸਨ, ਹੌਲੀ ਹੌਲੀ ਮਿਟ ਗਈਆਂ, ਕੇਵਲ ਮਹਾਰਾਜ ਦੇ ਸੀਸ ਤੇ ਰਹਿ ਗਈਆਂ। ਬਾਬਾ ਭਾਨਾ ਜੀ ਬਹੁਤਾ ਹੀ ਪ੍ਰੇਮ ਮਹਾਰਾਜ ਨਾਲ ਕਰਦੇ ਸੀ, ਸਤਿਗੁਰੂ ਜੀ ਵੀ ਬਹੁਤਾ ਪ੍ਰੇਮ ਕਰਦੇ ਸੀ ਬਾਬਾ ਬੁੱਢਾ ਜੀ ਦੇ ਸਾਹਿਬਜ਼ਾਦੇ ਹੋਣ ਕਰਕੇ। ਮਹਾਰਾਜ ਨੂੰ ਸਵਾਲ ਕੀਤਾ ਬਾਬਾ ਭਾਨਾ ਜੀ ਕਹਿਣ ਲੱਗੇ ਮਹਾਰਾਜ ਜੀ ਆਪ ਜੀ ਦੇ ਸੀਸ ਤੇ ਇੱਕ ਕਲਗੀ ਰਹਿ ਗਈ ਉਹ ਵਿਰਾਗ ਦੀ, ਉਹ ਕਿਵੇਂ? ਮਹਾਰਾਜ ਕਹਿੰਦੇ ਅਸੀਂ ਸਦਾ ਹੀ ਉਪਰਾਮ ਰਹਿੰਦੇ ਹਾਂ, ਵਿਰਾਗ ਰਹਿੰਦੇ ਹਾਂ, ਦੁਨੀਆ 'ਚ ਰਹਿੰਦੇ ਹੋਏ ਨਿਰਲੇਪ ਰਹਿੰਦੇ ਹਾਂ। ਇਸੇ ਕਰਕੇ ਬਾਕੀਆਂ ਦੇ ਸੀਸ ਤੇ ਕਲਗੀਆਂ ਇਹ ਜਿਹੜੀਆਂ ਵਿਰਾਗ, ਇਹ ਕਲਗੀ ਵਿਰਾਗ ਦੀ ਨਿਸ਼ਾਨੀ ਹੈ। ਆ ਬਾਹਰੀ ਕਲਗੀ ਦੀ ਮੈਨੇ ਗੱਲ ਨਹੀਂ ਕਰ ਰਿਹਾ, ਇਹ ਅੰਦਰ ਇੱਕ ਕਲਗੀ ਹੁੰਦੀ ਹੈ ਜੋ ਸੀਸ ਤੇ ਸੁਭਾਏਮਾਨ ਰਹਿੰਦੀ ਹੈ, ਉਹ ਵਿਰਾਗ ਦੀ ਨਿਸ਼ਾਨੀ ਹੁੰਦੀ ਹੈ, ਉਹ ਗੁਰਮੁਖੋ ਉਪਰਾਮਤਾ ਦੀ ਨਿਸ਼ਾਨੀ ਹੁੰਦੀ ਹੈ। ਇਉਂ ਮਹਾਰਾਜ ਜੀ ਦੱਸਦੇ ਨੇ ਅਸੀਂ ਤਾਂ ਸਦਾ ਉਦਾਸ ਹੀ ਰਹਿੰਦੇ ਹਾਂ। ਇਉਂ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਕਬੀਰ ਗਰਬ ਨਾ ਕੀਜੀਐ। ਮਹਾਰਾਜ ਇਸ ਸ਼ਲੋਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਤਾਂ ਹੀ ਕਹਿੰਦੇ ਹੈ ਕਿ ਤੂੰ ਉਪਰਾਮ ਵਿਰਾਗ ਧਾਰਨ ਕਰ ਲੈ, ਮਾਣ ਨਾ ਕਰਿਆ ਕਰ ਸਰੀਰ ਦਾ, ਤੇਰੇ ਹੱਡ ਤਾਂ ਲੱਕੜੀ ਵਾਂਗ ਸੜਨੇ ਐ। ਕਬੀਰ ਹਾੜ ਜਰੇ ਜੋ ਲਾਕਰੀ, ਕੇਸ ਜਰੇ ਜੋ ਘਾਸ, ਘਾਸ ਦੇ ਵਾਂਗ ਉਹ ਘਾਹ ਦੇ ਵਾਂਗ ਤੇਰੇ ਕੇਸ ਸੜਨੇ ਇੱਕਦਮ। ਨਰੂ ਮਰੈ ਨਰ ਕਾਮਨ ਆਵੇ, ਪਸ਼ੂ ਮਰੈ 10 ਕਾਜ ਸਵਾਰੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। ਆਪਣੇ ਕਰਮਾਂ ਦੀ ਗਤ ਮੈਂ ਕੀ ਜਾਣ ਸਕਦਾ, ਪਿੱਛੇ ਕੀ ਕਰਕੇ ਆਇਆ ਮਹਾਰਾਜ ਤੂੰ ਹੀ ਜਾਣਦਾ। ਤੇ ਉੱਥੇ ਵੀ ਭਗਤ ਕਬੀਰ ਜੀ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਹਾੜ ਜਰੇ ਜੈਸੇ ਲੱਕੜੀ ਕਾ ਤੂਲਾ, ਕੇਸ ਜਰੇ ਜੈਸੇ ਘਾਸ ਕਾ ਬੂਲਾ। ਜਿਹੜਾ ਘਾਸ ਦਾ ਪੂਲਾ ਹੋਵੇ ਨਾ, ਇੱਕ ਮਿੰਟ ਇੱਕ ਛਿਨ ਵਿੱਚ ਹੀ ਸਾਧ ਸੰਗਤ ਜੀ ਸੜ ਕੇ ਸੁਆਹ ਹੋ ਜਾਂਦਾ ਏ। ਇਉਂ ਕਬੀਰ ਸਾਹਿਬ ਜੀ ਫਿਰ ਇਉਂ ਪ੍ਰਕਰਣ ਮੇਲਦੇ ਹੋਏ ਬਚਨ ਕਰਦੇ ਐ। ਦੇਹ ਦੀ ਹੰਗਤਾ ਦੀ ਨਿਵਰਤੀ ਵਾਸਤੇ ਸਾਧ ਸੰਗਤ ਜੀ ਬਚਨ ਉਚਾਰਨ ਕਰਦੇ ਐ, ਵਿਰਾਗ ਧਾਰਨ ਕਰ ਲੈ ਭਾਈ। ਕਬੀਰ ਗਰਬ ਨਾ ਕੀਜੀਐ, ਮਾਣ ਨਾ ਕਰਿਆ ਕਰ, ਅਹੰਕਾਰ ਨਾ ਕਰ। ਗੁਰੂ ਸਾਹਿਬ ਕਹਿੰਦੇ ਇਸ ਸਰੀਰ ਦਾ ਕਾਹਦਾ ਮਾਣ ਕੀਤਾ ਆ, ਇਹ ਸਰੀਰ ਤਾਂ ਗੁਰੂ ਸਾਹਿਬ ਦਾ ਆ, ਸਾਧ ਤਨ ਤੇ ਮਹਾਰਾਜ ਦਾ ਹੀ ਹੈ ਨਾ, ਕਾਹਦੋਂ ਨਹੀਂ ਫਿਰ ਮੰਨਦੇ ਬਚਨ। ਕਈ ਅੰਮ੍ਰਿਤ ਛਕ ਕੇ ਨਹੀਂ ਇਹ ਗੱਲ ਮੰਨਦੇ, ਹਾਲਾਂਕਿ ਪੰਜਾਂ ਪਿਆਰਿਆਂ ਨੇ ਕਹਿਤਾ ਕਿ ਤੇਰਾ ਤਨ ਮਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ ਦਾ ਹੈ, ਪਰ ਪਤਾ ਹੀ ਨਹੀਂ ਕੀ ਮਨ ਦੇ ਅੰਦਰ ਉਹਨਾਂ ਦੇ ਚੜ੍ਹਿਆ ਹੋਇਆ ਸਾਧ ਸੰਗਤ ਜੀ ਕਿ ਉਹ ਮਨ ਹੰਕਾਰ ਵਿੱਚ ਹੀ ਲੱਗਿਆ ਰਹਿੰਦਾ, ਤਨ ਤੇ ਮਨ ਆਪਣਾ ਹੀ ਜਾਣਦਾ। ਮਹਾਰਾਜ ਕਹਿੰਦੇ ਮਾਣ ਨਾ ਕਰ, ਕਬੀਰ ਗਰਬ ਨਾ ਕੀਜੀਐ, ਹੰਕਾਰ ਨਾ ਕਰ। ਕਹਿੰਦੇ ਇਸ ਸਰੀਰ ਦਾ ਕਾਹਦਾ ਮਾਣ ਤੂੰ ਸਰੀਰ ਦਾ ਕੀਤਾ ਏ। ਚਾਮ ਲਪੇਟੇ ਹਾੜ, ਕਬੀਰ ਸਾਹਿਬ ਕਹਿੰਦੇ ਸਰੀਰ ਦੇ ਅੰਦਰ ਹੱਡ ਹੋਣੇ ਕਰਕੇ ਹੱਡੀ ਨੇ ਸਰੀਰ ਤੇ ਬਾਹਰੋਂ ਚੰਮ ਨਾਲ ਲਪੇਟਿਆ ਹੋਇਆ। ਗੁਰਮੁਖੋ ਇਹ ਚੰਮ ਨਾਲ ਲਪੇਟਿਆ ਹੋਇਆ, ਅੱਛਾ ਥੋੜੀ ਜਿਹੀ ਚਮੜੀ ਲਾ ਕੇ ਵੇਖੋ ਕੀ ਹੈ, ਖੂਨ ਹੈ, ਮਿੱਝ ਹੈ, ਨਾੜੀਆਂ ਨੇ ਸਾਧ ਸੰਗਤ ਜੀ। ਅੱਛਾ ਵੇਖੋ ਥੋੜਾ ਜਿਹਾ ਜ਼ਖਮ ਹੋ ਜੇ, ਮੱਖੀਆਂ ਆ ਕੇ ਬਹਿੰਦੀਆਂ ਏ ਨਾ, ਵਾਹਿਗੁਰੂ ਨੇ ਦੇਖੋ ਮਾਸ ਦੀ ਇਹ ਪੋਚਾ ਪਾਚੀ ਕੀਤੀ ਹੋਈ ਹੈ। ਇਹ ਸਾਧ ਸੰਗਤ ਜੀ ਦੇਖੋ ਮੱਖੀਆਂ ਨੇੜੇ ਨਹੀਂ ਆਉਂਦੀਆਂ, ਤੇ ਨਹੀਂ ਫਿਰ ਜੇ ਚਾਮਨ ਨਾ ਹੋਵੇ, ਇੱਦਾਂ ਸਿੱਧਾ ਹੀ ਸਰੀਰ ਹੋਵੇ, ਦੇਖਣ ਨੂੰ ਭੈੜਾ ਲੱਗੇਗਾ। ਮਾਣ ਕਾਹਦਾ ਕੀਤਾ, ਚਮੜੀ ਦੇ ਹੀ ਮਾਣ ਕਰ ਲਿਆ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਤਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕੁਛ ਤਿਸ ਕਾ ਦੀਆ ਦਰਬੈ। ਅਤ ਸੂਰਾ ਜੇ ਕਉ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਹੈ।
ਜੇ ਕੋ ਹੋਏ ਵਹਿ ਦਾਤਾਰ ਤਿਸ ਦੇਨਹਾਰ ਜਾਣੇਗਾ ਵਾਰ। ਦੇਣ ਵਾਲੇ ਪਰਮੇਸ਼ਰ ਨੂੰ ਨਹੀਂ ਭੁੱਲ ਗਏ, ਆਪਣੇ ਆਪ ਨੂੰ ਹੀ ਦਾਤਾ ਮੰਨ ਲਿਆ। ਤਿਸ ਦੇਨਹਾਰ ਜਾਣੇਗਾ ਵਾਰ। ਇਉਂ ਮਹਾਰਾਜ ਕਹਿੰਦੇ ਭਾਈ ਮਾਣ ਨਾ ਕਰ, ਕਾਹਦਾ ਸਰੀਰ ਦਾ ਮਾਣ ਕੀਤਾ ਤੂੰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਤੇ ਵਾਹਿਗੁਰੂ ਨੇ ਤੈਨੂੰ ਸੁੰਦਰਤਾ ਬਖਸ਼ ਦਿੱਤੀ, ਨਹੀਂ ਤਾਂ ਤੇਰੇ ਮੱਖੀਆਂ ਭਿਣਕਣੀਆਂ ਸੀ। ਮਹਾਰਾਜ ਕਹਿੰਦੇ ਵੇਖਣ ਨੂੰ ਭੱਦਾ ਜਿਹਾ ਲੱਗਣਾ ਸੀ, ਸੋਹਣਾ ਥੋੜ੍ਹੀ ਲੱਗਣਾ ਸੀ। ਇਹ ਤੇ ਗੁਰੂਦੇਵ ਨੇ ਤੇਰੇ ਤੇ ਕਿਰਪਾ ਕਰਕੇ ਤੇਰੇ ਹੱਡਾਂ ਤੇ ਚੰਮ ਨਾਲ ਉਹ ਮਹਾਰਾਜ ਕਹਿੰਦੇ ਪੋਚਾ ਲਾ ਦਿੱਤਾ, ਚੰਮ ਨਾਲ ਲਪੇਟ ਦਿੱਤਾ। ਇਉਂ ਗੁਰੂਦੇਵ ਦੱਸਦੇ ਨੇ ਕਾਹਤੋਂ ਮਾਣ ਕੀਤਾ ਆ ਤੂੰ, ਕਿਉਂ ਸਰੀਰ ਦਾ ਮਾਣ ਕੀਤਾ। ਵਾਹਿਗੁਰੂ ਦੀ ਦਾਤ ਹੈ ਵਰ ਉਪਰ ਸਤਰ ਤਰ। ਹਾਂ ਮਹਾਰਾਜ ਕਹਿੰਦੇ ਹੈ ਵਰ। ਵਰ ਨਾਮ ਹੁੰਦਾ ਸਾਧ ਸੰਗਤ ਜੀ ਸ੍ਰੇਸ਼ਟ ਦਾ, ਹੈ ਨਾਮ ਹੈ ਘੋੜੇ ਦਾ, ਜਿਹੜੇ ਸ੍ਰੇਸ਼ਟ ਘੋੜੇ ਰੱਖਣ ਵਾਲੇ ਸਨ। ਮਹਾਰਾਜ ਕਹਿੰਦੇ ਹੈ ਵਰ ਉਪਰ ਛਤਰ ਤਰ, ਜਿਨ੍ਹਾਂ ਦੇ ਅਸੀਸ ਤੇ ਕਿਤੇ ਛਤਰ ਝੁਲਦਾ ਸੀ। ਗੁਰੂ ਦੇਵ ਕਹਿੰਦੇ ਨੇ ਮਹਾਰਾਜ ਕਹਿੰਦੇ ਹੈ ਵਰ ਉਪਰ, ਘੋੜਿਆਂ ਤੇ ਬਹਿਣ ਵਾਲੇ ਸੀ, ਜਿਨ੍ਹਾਂ ਦੇ ਅਸੀਸ ਤੇ ਛਤਰ ਝੁਲਦੇ ਸਨ। ਸੱਚੇ ਪਾਤਸ਼ਾਹ ਦੱਸਦੇ ਹਨ ਤੇ ਫੁਨ ਧਰਤੀ ਗਾਡ। ਤੇ ਫੁਨ ਧਰਨੀ ਗਾਡ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਵੀ ਧਰਤੀ 'ਚ ਗੱਡੇ ਹੋਏ ਨੇ। ਮਹਾਰਾਜ ਕਹਿੰਦੇ ਅੰਤ ਵੇਲੇ ਉਹਨਾਂ ਨੂੰ ਵੀ ਧਰਤੀ 'ਚ ਹੀ ਗੱਡਿਆ ਗਿਆ। ਉਹ ਜਿਹੜੇ ਮਾਣ ਕਰਦੇ ਸੀ, ਸੱਚੇ ਪਾਤਸ਼ਾਹ ਕਹਿੰਦੇ ਹਾਥੀ ਘੋੜਿਆਂ ਤੇ ਬਹਿ ਬਹਿ ਕੇ ਉੱਚੇ ਹੋ ਕੇ ਕਹਿੰਦੇ ਸੀ ਅਸੀਂ ਰਾਜੇ ਹਾਂ। ਆਉਂ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। ਕੋਟ ਤੋ ਰੰਗ ਕੋ ਰੰਗ ਸੇ ਕੂਦਤ, ਪਾਉਣ ਕੇ ਗੌਣ ਕੋ ਜਾਤ ਨਿਵਾਰੇ। ਭਾਰੀ ਬੁਝਾਨ ਕੇ ਭੂ ਭਲੀ ਬਿਦ ਨਿਆਵਤ, ਸੀਸ ਨਾ ਜਾਤ ਵਿਚਾਰੇ। ਏ ਤੇ ਭਏ ਤੋ ਕਹਾ ਭਏ ਭੂਪਤ, ਅੰਤ ਕੋ ਨਾਗੇ ਹੀ ਭਾਏ ਪਧਾਰੇ। ਫਿਰ ਕਲੰਗੀਆਂ ਵਾਲੇ ਸੁਆਮੀ ਕਹਿੰਦੇ ਜੀਤ ਫਰੇ ਸਭ ਦੇ ਦਸਾਨ ਕੋ, ਬਾਦ ਢੋਲ ਮਰਦੰਗ ਨਗਾਰੇ। ਗੁੰਜਤ ਗੂੜ ਗੁਜਾਨ ਕੇ ਸੁੰਦਰ, ਜਿਨ੍ਹਾਂ ਦੇ ਘਰਾਂ ਦੇ ਵਿੱਚ ਹਾਥੀ ਘੋੜੇ ਬੜੇ ਸੁੰਦਰ ਨੇ। ਹਿੰਸਤ ਹੀ ਹਜ਼ਾਰ ਹਜ਼ਾਰੇ, ਹਜ਼ਾਰਾਂ ਦੀ ਗਿਣਤੀ 'ਚ ਨੇ। ਸੱਚੇ ਪਾਤਸ਼ਾਹ ਕਹਿੰਦੇ ਨੇ ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਨੇ ਨਹੀਂ ਜਾਤ ਵਿਚਾਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਏਤੇ ਭਏ ਤੋ ਕਹਾ ਭਏ ਭੂਪਤ। ਸੱਚੇ ਪਾਤਸ਼ਾਹ ਦਾ ਬਚਨ ਹੈ ਇੰਨਾ ਜੇ ਕੋਈ ਅਮੀਰ ਹੋਵੇ, ਸ਼੍ਰੀਪਦ ਸ਼੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਵਾਹਿਗੁਰੂ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਤੇ ਗੁਰੂ ਸਾਹਿਬ ਕਹਿੰਦੇ ਜਮਾਂ ਦੇ ਵਾਸੀ ਹੋਣਾ ਪਵੇਗਾ। ਕਹਾਂ ਨਰ ਗਰਬਸ ਥੋੜੀ ਬਾਤ, ਕਿਉਂ ਤੂੰ ਥੋੜੀ ਜੀ ਬਾਤ ਦਾ ਮਾਣ ਕਰਦਾ। ਮਹਾਰਾਜ ਦੱਸਦੇ ਨੇ ਮਨ ਦਾ ਸਨਾਜ ਟਕਾ ਚਾਰ ਗੰਠੀ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਚਾਰ ਕੁ ਟਕੇ ਤੂੰ ਮਹਾਰਾਜ ਕਹਿੰਦੇ ਇਕੱਠੇ ਕਰ ਲੈ। ਕੀ ਹੋ ਗਿਆ ਮਨ ਦਾ ਸਨਾਜ, ਕੀ ਮਨ ਤੂੰ ਨਾਜ ਇਕੱਠੇ ਕਰ ਲੈ। ਟਕਾ ਚਾਰ ਗੰਠੀ, ਟਕੇ ਮਾਇਆ ਇਕੱਠੀ ਕਰ ਲਈ। ਚਾਰ ਕੁ ਮਹਾਰਾਜ ਕਹਿੰਦੇ ਰੁਪਏ ਇਕੱਠੇ ਕਰ ਲੈ। ਐਂਡੋ ਟੇਡੋ ਜਾਤ, ਆਕੜ ਦੇ ਨਾਲ ਬੜੇ ਮਹਾਰਾਜ ਕਹਿੰਦੇ ਮਾਣ ਹੰਕਾਰ ਦੇ ਨਾਲ ਤੁਰਦਾ ਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਸੀਸ ਦੇ ਉੱਪਰ ਬੜੇ ਬੜੇ ਛਤਰ ਝੁਲਦੇ ਸੀ, ਘੋੜਿਆਂ ਦੇ ਉਹ ਸਾਧ ਸੰਗਤ ਜੀ ਨਾਲ ਰਹਿੰਦੇ ਸਨ, ਹਾਥੀਆਂ ਦੇ ਨਾਲ ਤੁਰਦੇ ਸਨ, ਹਾਥੀਆਂ ਤੇ ਬੈਠ ਕੇ ਸਵਾਰੇ ਕਰਦੇ ਸਨ। ਸੱਚੇ ਪਾਤਸ਼ਾਹ ਕਹਿੰਦੇ ਤੇਫਨ ਧਰਨੀ ਗਾੜ, ਉਹਨਾਂ ਨੂੰ ਧਰਤੀ ਵਿੱਚ ਹੀ ਗੱਡਿਆ ਗਿਆ। ਭਾਵ ਸੜ ਕੇ ਸਵਾਹ ਹੋ ਗਏ, ਮਿੱਟੀ ਵਿੱਚ ਹੀ ਰੁਲ ਗਏ। ਕਬਰਾਂ ਵਿੱਚ ਸਾਧ ਸੰਗਤ ਜੀ ਉਹਨਾਂ ਦਾ ਸਰੀਰ ਗੱਡਿਆ ਗਿਆ। ਇਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਇੱਥੇ ਫਿਰ ਦੁਰਯੋਧਨ ਦਾ ਪ੍ਰਮਾਣ ਆਉਂਦਾ ਆ ਕਿ ਮਹਾਰਾਜ ਕਹਿੰਦੇ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਹਰ ਹੈ ਜੋ ਜਨ ਛਤਰ ਚੱਲੇ ਥਾ, ਦੇਹੀ ਗਿਰਜ ਨਾ ਖਾਈ। ਉਸ ਦੇ ਸਰੀਰ ਨੂੰ ਗਿਰਜਾ ਨੇ ਨਹੀਂ ਵੀ ਖਾਧਾ। ਕਿਉਂ ਹੰਕਾਰੀ ਜਾਣ ਕੇ ਕਿ ਇਹ ਤੇ ਹੰਕਾਰੀ ਹੈ, ਇਹਦਾ ਜੇ ਮਾਸ ਖਾ ਲਿਆ ਨਾ ਸਾਨੂੰ ਪਾਪ ਲੱਗੇਗਾ। ਭਾਵੇਂ ਕਿ ਸਾਡੀ ਖੁਰਾਕ ਹੈ ਮਾਸ ਖਾਣਾ, ਹੰਕਾਰੀ ਪੁਰਖ ਦਾ ਮਾਸ ਨਹੀਂ ਸਾਧ ਸੰਗਤ ਜੀ ਖਾਧਾ। ਇਉਂ ਦੁਰਯੋਧਨ ਐਡਾ ਹੰਕਾਰੀ ਸੀ। ਸਾਧ ਸੰਗਤ ਜੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਬੜਾ ਸਮਝਾਇਆ। ਸ਼੍ਰੀ ਕ੍ਰਿਸ਼ਨ ਚੰਦਰ ਜੀ ਕਹਿਣ ਲੱਗੇ ਹੇ ਦੁਰਯੋਧਨ ਮਾਣ ਨਾ ਕਰ, ਸਮਝ ਜਾ। ਪਰ ਜਾਣਿਆ ਨਹੀਂ ਉਹ ਅਵਤਾਰ ਦੀ ਵੀ ਇਹ ਸਾਧ ਸੰਗਤ ਜੀ ਇਸ ਨੇ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਕਿ ਬ੍ਰਹਮ ਗਿਆਨੀ ਮਹਾਤਮਾ ਸਨ। ਸ਼੍ਰੀ ਕ੍ਰਿਸ਼ਨ ਜੀ ਤਾਂ ਸਮੇਂ ਦੇ ਅਵਤਾਰ ਸਨ ਨਾ, ਸਮੇਂ ਦੇ 16 ਕਲਾ ਸੰਪੂਰਨ ਸਨ।
ਫਿਰ ਵੀ ਉਹਨਾਂ ਦੇ ਗਿਆਨ ਧਿਆਨ ਨੂੰ ਨਹੀਂ ਜਾਣਿਆ, ਆਪਣੇ ਮਾਣ 'ਚ ਹੀ ਰਿਹਾ। ਜਿਹੜਾ ਮਾਣ ਹੈ ਨਾ, ਮਾਣ ਕੁੱਲਾਂ ਗਵਾ ਦਿੰਦਾ ਆ, ਫਿਰ ਬਹਿ ਗਿਆ ਨਾ ਗਵਾ ਕੇ 100 ਭਰਾ ਮਰਵਾ ਲਏ ਆਪਣੇ, ਰਾਜ ਭਾਗ ਚਲਿਆ ਗਿਆ ਸਾਧ ਸੰਗਤ ਜੀ ਸਾਰਾ ਕੁਝ। ਉਸ ਦੇ ਸਰੀਰ ਨੂੰ ਵੀ ਸਾਧ ਸੰਗਤ ਜੀ ਗਿਰਜਾ ਨੇ ਨਹੀਂ ਖਾਧਾ, ਪ੍ਰਤੱਖ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ। ਮਾਣ ਨਾ ਕਰ ਤੂੰ, ਹੰਕਾਰ ਨਾ ਕਰ ਆਪਣੇ ਸਰੀਰ ਦਾ। ਇਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਭਗਤ ਕਬੀਰ ਸਾਹਿਬ ਕਹਿੰਦੇ, ਤੇ ਫੁਨ ਧਰਨੀ ਗਾੜ। ਬੜਾ ਤੂੰ ਜਿੱਡਾ ਮਰਜੀ ਮਾਣ ਕਰ ਲਾ, ਅੰਤ ਨੂੰ ਤਾਂ ਸ਼ਮਸ਼ਾਨ ਭੂਮਾ 'ਚ ਲੱਕੜਾਂ 'ਚ ਹੀ ਪੈਣਾ ਆ। ਅੰਤ ਵੇਲੇ ਤਾਂ ਸੁਆਹ ਹੋਣਾ, ਉੱਥੇ ਤੇਰਾ ਮਾਣ ਕਿੱਥੇ ਜਾਏਗਾ। ਮਹਾਰਾਜ ਕਹਿੰਦੇ ਤੇਰਾ ਮਾਣ ਵੀ ਸੁਆਹ ਹੋ ਜਾਏਗਾ। ਮਾਣ ਕਰਕੇ ਤਾਂ ਆਪਣਾ ਜਨਮ ਅਜਾਈ ਗਵਾ ਲਿਆ, ਪਰ ਤੇਰਾ ਮਾਣ ਤੇਰਾ ਨਹੀਂ ਬਣੇਗਾ। ਸਾਧ ਸੰਗਤ ਜੀ ਇਹ ਵਿਕਾਰ ਕੁੱਟ ਪਵਾ ਦਿੰਦੇ ਨੇ, ਜੀਵ ਦੇ ਆਪ ਪਰੇ ਹੋ ਜਾਂਦੇ ਐ। ਇਸੇ ਤਰ੍ਹਾਂ ਹੀ ਹੈ ਨਾ, ਵਿਕਾਰ ਨੇ ਜਿਹੜੇ ਮਨ ਨੂੰ ਲੱਗੇ ਨੇ। ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ 'ਚ ਲੱਗਿਆ ਹੋਇਆ, ਅਵਿਦਿਆ ਅਗਿਆਨਤਾ 'ਚ ਲੱਗਿਆ ਹੋਇਆ। ਜਿੱਦੇ ਮੌਤ ਆ ਗਈ ਇਹਨਾਂ ਨੇ ਪਰੇ ਹੋ ਨਾ, ਵੱਢ ਤੇਰੇ ਪੈਣੀ ਹੈ, ਕੁੱਟ ਤੇਰੇ ਪੈਣੀ ਹੈ। ਸਾਧ ਸੰਗਤ ਜੀ ਸਜ਼ਾ ਤੈਨੂੰ ਭੋਗਣੀ ਪਏਗੀ। ਇਉਂ ਮਹਾਰਾਜ ਦੱਸਦੇ ਹਨ, ਕਬੀਰ ਗਰਬ ਨਾ ਕੀਜੀਐ। ਗਰਬ ਮਹਾਰਾਜ ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ ਮਾਣ ਗਰਬ ਨਹੀਂ ਕਰਨਾ ਚਾਹੀਦਾ। ਸੱਚੇ ਬਾਦਸ਼ਾਹ ਕਹਿੰਦੇ ਹੰਕਾਰ ਨਾ ਕਰ। ਉੱਚਾ ਦੇਖ ਆਵਾਸ। ਕੋਈ ਸਾਧ ਸੰਗਤ ਜੀ ਆਪਣੇ ਮਹਿਲ ਮਾੜੀਆਂ ਉੱਚੀਆਂ ਨੂੰ ਵੇਖ ਕੇ ਮਾਣ ਕਰ ਰਿਹਾ ਸੀ। ਕਹਿੰਦਾ ਸੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ, ਕਹਿੰਦਾ ਵੇਖਿਆ ਨਾ ਕਿੱਡਾ ਸੋਹਣਾ ਮੈਂ ਇਹ ਮਹਿਲ ਪਾਇਆ ਆ। ਸਾਧ ਸੰਗਤ ਜੀ ਅੱਜ ਵੀ ਕੋਠੀਆਂ ਪਾਉਣੇ ਆ। ਉਸ ਵੇਲੇ ਵੀ ਮਹਾਰਾਜ ਕਹਿੰਦੇ ਕਬੀਰ ਸਾਹਿਬ ਜੀ ਲੰਘੇ ਜਾਣ। ਮਹਾਰਾਜ ਕਬੀਰ ਸਾਹਿਬ ਤੇ ਆਖਿਆ ਤੇ ਬ੍ਰਹਮ ਗਿਆਨੀ ਪਰਮੇਸ਼ਰ ਹੈ, ਭਜਨੀ ਕਰਦੇ ਰਹਿੰਦੇ ਐ। ਸਾਧ ਸੰਗਤ ਜੀ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਅੱਜ ਵੀ ਕਬੀਰ ਜੀ ਜਿਉਂਦੇ ਜਾਗਦੇ ਬੈਠੇ ਆ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਸੱਚੇ ਪਾਤਸ਼ਾਹ ਜੀ। ਇਸੇ ਕਰਕੇ ਸਾਧ ਸੰਗਤ ਜੀ ਮਹਾਰਾਜ ਸਤਿਗੁਰੂ ਜੀ ਕਹਿੰਦੇ ਹੋਇਆ ਕਿ ਉਹ ਮਾਣ ਬੜਾ ਕਰਦਾ ਸੀ। ਇਉਂ ਪਰਿਵਾਰ ਨੂੰ ਨਾਲ ਲੈ ਕੇ ਨਾ ਆਪਣੇ ਘਰ ਨੂੰ ਵੇਖ ਰਿਹਾ ਸੀ, ਧੌਣ ਚੱਕ ਕੇ ਮੇਰਾ ਬਾਹਲਾ ਸੋਹਣਾ ਘਰ ਹੈ। ਕਬੀਰ ਸਾਹਿਬ ਜੀ ਲੰਘੇ ਜਾਣ, ਭਗਤ ਕਬੀਰ ਸਾਹਿਬ ਜੀ ਜਦੋਂ ਲੰਘੇ ਜਾਣ ਨਾ, ਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨੈ। ਵਾਹਿਗੁਰੂ ਪਰਮੇਸ਼ਰ ਦੇ ਰੱਬ ਦੇ ਪਿਆਰੇ ਬਚਨ ਕਰਦੇ ਐ। ਉਹ ਬਚਨ ਸਾਰਿਆਂ ਵਾਸਤੇ ਸਾਂਝੇ ਹਨ। ਕੀ ਕਹਿੰਦੇ ਹਨ? ਕਬੀਰ ਗਰਬ ਨਾ ਕੀਜੀਐ। ਮਹਾਰਾਜ ਕਹਿੰਦੇ ਮਾਣ ਨਾ ਕਰ ਭਾਈ, ਹੰਕਾਰ ਨਾ ਕਰ। ਉੱਚਾ ਦੇਖ ਆਵਾਸ। ਆਵਾਸ ਜਿੱਥੇ ਵਾਸਾ ਕਰ ਰਿਹਾ ਤੂੰ, ਉੱਚੇ ਆਵਾਸ ਨੂੰ ਘਰ ਨੂੰ ਵੇਖ ਕੇ ਤੂੰ ਕਾਹਦਾ ਮਾਣ ਕੀਤਾ ਏ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਦਾਤ ਨੂੰ ਜਾਣ ਲੈ, ਇਹ ਤੇ ਹਰੀ ਪਰਮੇਸ਼ਰ ਦੀ ਦਾਤ ਹੈ। ਗੁਰੂ ਸਾਹਿਬ ਕਹਿੰਦੇ ਐਵੇਂ ਤੂੰ ਮਾਣ ਨਾ ਕਰ ਉੱਚੇ ਘਰ ਨੂੰ ਵੇਖ ਕੇ। ਕਬੀਰ ਸਾਹਿਬ ਬਚਨ ਕਰਦੇ ਹਨ, ਚਾਹੀਦਾ ਵੀ ਨਹੀਂ ਮਾਣ ਕਰਨਾ। ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਗੁਰਮੁਖੋ ਸੋਹਣੇ ਬਿਸਤਰੇ ਬੈੱਡ ਤੇ ਪਿਆ ਹੈ ਨਾ, ਮਖਮਲੀ ਸੇਜਾ ਤੇ ਪਿਆ ਨਾ, ਉਹ ਗੁਰੂ ਸਾਹਿਬ ਦੀ ਰਹਿਮਤੀ ਹੈ, ਬਖਸ਼ਿਸ਼ ਹੈ। ਕੋਈ ਚੰਗਾ ਕਰਮ ਕੀਤਾ, ਕੋਈ ਗੁਰੂ ਸਾਹਿਬ ਦੀ ਦਇਆ ਤੇਰੇ ਤੇ ਹੋਈ ਹੈ। ਇਸ ਕਰਕੇ ਸਾਧ ਸੰਗਤ ਜੀ ਮੈਂ ਅੱਖੀਂ ਵੇਖਿਆ ਰੂੜੀਆਂ ਤੇ ਪਏ ਕਿਸੇ ਜੀ ਬਹੁਤ ਨੇ। ਸਾਧ ਸੰਗਤ ਜੀ ਅੱਖੀਂ ਉਥੇ ਆਪ ਮੈਂ ਚਲੋ ਮਹਾਰਾਜ ਦੀ ਕਿਰਪਾ ਆ, ਗੱਡੀ ਕਾਰ 'ਚ ਬੈਠਾ ਤੇ ਕੀ ਵੇਖਿਆ ਕਿ ਰੂੜੀਆਂ ਤੇ ਸਾਧ ਸੰਗਤ ਜੀ ਬੈਠੇ ਨੇ ਜੀਵ। ਤੇ ਉਸ ਵੇਲੇ ਵਾਹਿਗੁਰੂ ਦਾ ਖਿਆਲ ਹੈ ਕਿ ਮਹਾਰਾਜ ਬਚਨ ਤੁਹਾਡਾ ਸੱਚ ਹੈ ਕਿ ਸੱਚੇ ਪਾਤਸ਼ਾਹ ਜੀ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਹੈ ਸਾਰਾ ਕੁਝ, ਹੁਕਮ 'ਚ ਹੀ ਹੈ। ਪਰ ਹੁਕਮ ਨੂੰ ਕਿਵੇਂ ਉਹਨਾਂ ਨੇ ਰੱਬ ਦੇ ਹੁਕਮ ਨੂੰ ਨਹੀਂ ਜਾਣਿਆ ਤੇ ਰੱਬ ਦਾ ਹੁਕਮ ਵਰਤ ਗਿਆ। ਕਿਹੜਾ ਹੁਕਮ ਵਰਤਿਆ? ਮਹਾਰਾਜ ਕਹਿੰਦੇ ਜੇ ਮੇਰੇ ਨਾਲ ਲਾ ਕੇ ਰਹੇਗਾ ਸੁਖੀ ਹੋਵੇਂਗਾ, ਜੇ ਕਿਤੇ ਮੇਰੇ ਤੋਂ ਟੁੱਟ ਗਿਆ ਨਾ ਦੁਖੀ ਹੋਵੇਂਗਾ। ਉਹਨੇ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ। ਜਿਸ ਨੇ ਹੁਕਮ ਨੂੰ ਜਾਣਿਆ ਉਹ ਸੁੱਖਾਂ ਦੀ ਸਹਿਤ ਹੈ। ਸਾਧ ਸੰਗਤ ਜੀ ਨਹੀਂ ਰੂੜੀਆਂ ਤੇ ਪਏ ਨੇ, ਦੇਖੋ ਦੁਰਗਤੀ ਹੁੰਦੀ ਹੈ। ਅਸੀਂ ਮਖਮਲੀਆਂ ਸੇਜਾਂ ਤੇ ਪੈ ਕੇ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ ਪੜ੍ਹ ਸਕਦੇ। ਐਸ਼ੋ ਰਾਮ ਦੀ ਜ਼ਿੰਦਗੀ ਗੁਜ਼ਾਰ ਕੇ ਵੀ ਅਕਾਲ ਪੁਰਖ ਦਾ ਨਿਤਨੇਮ ਭਜਨ ਨਹੀਂ ਕਰ ਸਕਦੇ। ਮਾਣ ਨਾ ਕਰ।
ਉੱਚੇ ਘਰ ਨੂੰ ਵੇਖ ਕੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਮਾਣ ਕਾਹਦਾ ਕੀਤਾ ਏ। ਇਉਂ ਬਾਬਾ ਕਬੀਰ ਸਾਹਿਬ ਜੀ ਬ੍ਰਹਮ ਗਿਆਨੀ ਕਹਿੰਦੇ ਹੰਕਾਰ ਨਾ ਕਰ ਭਾਈ, ਇਹ ਵਾਹਿਗੁਰੂ ਨਿਰੰਕਾਰ ਦੀ ਦਾਤ ਹੈ। ਆਜ ਕਾਲ ਭੋਏ ਲੇਟਣਾ, ਕੋਈ ਪਤਾ ਨਹੀਂ ਅੱਜ ਤੇ ਕੱਲ ਤੂੰ ਭੋਏ ਜ਼ਮੀਨ ਵਿੱਚ ਲਿਟ ਜਾਣਾ, ਭਾਵ ਕਿ ਤੂੰ ਪੈ ਜਾਣਾ ਏ, ਭਾਵ ਤੇਰੀ ਮੌਤ ਹੋ ਕੇ ਦੱਬਿਆ ਜਾਣਾ ਕਬਰ ਵਿੱਚ। ਉੱਪਰ ਜਾਮੈ ਘਾਸ, ਮਹਾਰਾਜ ਕਬੀਰ ਜੀ ਕਹਿੰਦੇ ਉੱਪਰ ਦਾ ਤੇਰੇ ਘਾਹ ਜੰਮ ਜਾਣਾ ਆ। ਕਾਹਦਾ ਤੂੰ ਮਾਨ ਕੀਤਾ, ਕਬਰਾਂ ਤੇ ਵੀ ਘਾਹ ਉੱਗ ਆਏ। ਸਾਧ ਸੰਗ ਜਿੱਥੇ ਸ਼ਸ਼ਕਾਰ ਕੀਤਾ ਰਾਖ ਹੀ ਉੱਡ ਗਈ। ਸਾਧ ਸੰਗਤ ਜੀ ਸਾਰਾ ਕੁਝ ਹੀ ਖਤਮ ਹੋ ਗਿਆ। ਦੱਸੋ ਠੀਕ ਹੈ, ਅਸੀਂ ਜਾਣੇ ਆ ਫੁੱਲ ਪਾਉਣ ਵਾਸਤੇ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ, ਦੱਸੋ ਕਿੰਨੇ ਉੱਥੇ ਅਸਤ ਪੈਂਦੇ ਐ। ਸਾਧ ਸੰਗਤ ਜੀ ਪਾਣੀ 'ਚ ਰੁੜੇ ਹੀ ਜਾ ਰਹੇ ਐ, ਸਮੁੰਦਰਾਂ ਵਿੱਚ ਹੀ ਰੁੜੇ ਜਾ ਰਹੇ ਆ। ਦਰਿਆ ਤੇ ਕਿੱਥੇ ਹੈ, ਕਿੱਥਾ ਤੇਰਾ ਸਰੀਰ? ਤੇ ਮਾਨ ਕਾਹਦਾ ਕੀਤਾ ਏ ਦੱਸ, ਕਿਉਂ ਹੰਕਾਰ ਕੀਤਾ ਏ? ਮਹਾਰਾਜ ਕਹਿੰਦੇ ਨੇ ਕਬਰ ਵਿੱਚ ਦੱਬਿਆ ਜਾਣਾ ਆਜ ਕਾਲ ਕੋਈ ਪਤਾ ਨਹੀਂ। ਇਸੇ ਕਰਕੇ ਤੇ ਮੇਰੇ ਗੁਰੂਦੇਵ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ। ਮਹਾਰਾਜ ਕਹਿੰਦੇ ਪਤਾ ਨਹੀਂ ਅੱਜ ਜਾਂ ਕੱਲ੍ਹ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਨਸ਼ ਜਾਣਾ, ਨਾਸ਼ ਹੋ ਜਾਣਾ ਏ। ਇਸੇ ਕਰਕੇ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ, ਹਰੀ ਦੇ ਗੁਣ ਗਾਇਆ ਕਰੋ ਆਓ। 2 ਮਿੰਟ ਵਾਸਤੇ ਆਪਾਂ ਵੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਈਏ ਰਸਨਾ ਦੁਆਰਾ, ਵਾਹਿਗੁਰੂ ਦੇ ਨਾਮ ਨੂੰ ਜਪੀਏ, ਕਿਉਂਕਿ ਰਸਨਾ ਦੁਆਰਾ ਜਪਿਆ ਹੋਇਆ ਨਾਮ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰਸਨਾ ਪਵਿੱਤਰ ਹੈ। ਇਹੀ ਕਬੀਰ ਸਾਹਿਬ ਕਹਿੰਦੇ ਹੈ, ਕਬੀਰ ਸੋਈ ਮੁਖ ਧਨ ਹੈ, ਉਹ ਮੁਖੜਾ ਧਨ ਹੈ। ਜਾ ਮੁਖ ਕਹੀਐ ਰਾਮ, ਦੇਹੀ ਕਿਸ ਕੀ ਬਾਪੁਰੀ, ਪਵਿੱਤਰ ਹੋਏ ਗੋ ਗ੍ਰਾਮ। ਪਵਿੱਤਰ ਹੋ ਜਾਂਦਾ ਤਨ ਤੇ ਮਨ। ਇਸੇ ਕਰਕੇ ਆਓ 2 ਮਿੰਟ ਵਾਸਤੇ ਆਪਾਂ ਵੀ ਹਾਜ਼ਰੀ ਭਰੀਏ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ। ਸਾਧ ਸੰਗਤ ਜੀ ਮਨ ਬਿਰਤਿਆਂ ਨੂੰ ਇਕਾਗਰ ਕਰਕੇ ਸਾਰੇ ਆਖੋ ਜੀ ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਬਚਨ ਉਚਾਰਨ ਕਰਦੇ ਹਨ। ਹਾਂਜੀ,
ਆਜ ਕਾਲ ਭੋਏ ਲੇਟਣਾ। ਕਬੀਰ ਸਾਹਿਬ ਕਹਿੰਦੇ ਕੋਈ ਪਤਾ ਨਹੀਂ ਕਦੋਂ ਦੁਨੀਆ ਤੋਂ ਤੁਰ ਜਾਣਾ ਏ, ਭੋਏ ਲੇਟਣਾ, ਸਦਾ ਵਾਸਤੇ ਜ਼ਮੀਨ ਤੇ ਤੂੰ ਲੇਟ ਜਾਣਾ ਏ। ਕਬੀਰ ਸਾਹਿਬ ਦੱਸਦੇ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਜੀ ਕਹਿੰਦੇ, ਸਤਿਗੁਰੂ ਜੀ ਕਹਿੰਦੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਇਸ ਕਰਕੇ ਨਾਨਕ ਹਰ ਗੁਣ ਗਾਏ ਲੈ। ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਆ ਕਰ। ਉਹ ਜੋ ਵਿਸਵਾਦ ਵਾਹਿਗੁਰੂ ਸਤਨਾਮ, ਜਿਸ ਦਾ ਨਾਮ ਸੱਚਾ ਏ, ਨਾ ਆਮ ਨਹੀਂ ਹੈ ਜਿਹੜਾ ਸਾਧ ਸੰਗਤ ਜੋ ਸੱਚ ਰਹਿਣ ਵਾਲਾ ਏ, ਉਸ ਵਾਹਿਗੁਰੂ ਜੀ ਦੇ ਨਾਮ ਨੂੰ ਰਸਨਾ ਦੇ ਦੁਆਰਾ ਕਹਿਣਾ ਕਰ, ਮਾਣ ਨਾ ਕਰ। ਕਬੀਰ ਸਾਹਿਬ ਜੀ ਦੱਸਦੇ ਹਨ, ਉਪਰ ਜਾਮੈ ਘਾਸ। ਮਹਾਰਾਜ ਕਹਿੰਦੇ ਤੇਰੀ ਕਬਰ ਤੇ ਉਹ ਸੱਚੇ ਪਾਤਸ਼ਾਹ ਕਹਿੰਦੇ ਘਾਹ ਜੰਮ ਜਾਵੇਗਾ। ਆਖਣ ਲੱਗੇ ਨੇ ਤੈਨੂੰ ਕਿਹਨੇ ਵੇਖਣਾ, ਫਿਰ ਮਾਣ ਹੰਕਾਰ ਕਰਦਾ ਏ। ਸੱਚੇ ਪਾਤਸ਼ਾਹ ਜੀ ਉਹ ਦੱਸਦੇ ਨੇ, ਮਹਾਰਾਜ ਬਾਬਾ ਰਵਿਦਾਸ ਜੀ ਦਾ ਵੀ ਬਚਨ ਆਉਂਦਾ, ਉੱਚੇ ਮੰਦਰ ਸਾਲ ਰਸੋਈ। ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਘੜੀ ਫੁਨ ਰਹਿਣ ਨਾ ਹੋਈ। ਸਾਧ ਸੰਗਤ ਜੀ ਇੱਕ ਘੜੀ ਵੀ ਰਹਿਣ ਨੂੰ ਨਹੀਂ ਮਿਲਦਾ। ਉੱਚੇ ਉੱਚਰ ਮੰਦਰ ਮਹਿਲ ਪਾਏ ਨੇ। ਮਹਿਲ ਪਾਉਣੀ ਕੋਈ ਮਾੜੀ ਗੱਲ ਨਹੀਂ ਹੈ, ਹੰਕਾਰ ਨਾ ਕਰ। ਇੱਥੇ ਹੰਕਾਰ ਦੀ ਗੱਲ ਹੋ ਰਹੀ ਹੈ ਸਾਧ ਸੰਗਤ ਜੀ। ਸੱਚੇ ਪਾਤਸ਼ਾਹ ਦੇ ਵੀ ਉੱਚੇ ਕਿਲੇ ਸਨ। ਕੀ ਗੁਰੂ ਕਲਗੀਆਂ ਵਾਲੇ ਨੇ ਕਿਲੇ ਨਹੀਂ ਬਣਾਏ? ਜਾਓ ਆਨੰਦਗੜ੍ਹ ਦਾ ਕਿਲਾ ਵੇਖੋ ਜਾ ਕੇ, ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਕਿਲੇ ਬਣਵਾਏ। ਸ਼ਾਹੀ ਠਾਠ ਬਾਠ ਰਹੀ, ਪਰ ਮਨ ਬੈਰਾਗ ਚ ਰਿਹਾ, ਮਨ ਉਪਰਾਮਤਾ ਚ ਰਿਹਾ। ਮਹਾਰਾਜ ਕਹਿੰਦੇ ਮਾਣ ਨਾ ਕਰ। ਸੱਚੇ ਪਾਤਸ਼ਾਹ ਜੀ ਕਹਿੰਦੇ ਉੱਚੇ ਮੰਦਰ ਸਾਲ ਰਸੋਈ। ਉੱਚੇ ਮੰਦਰਾਂ ਨੂੰ ਵੇਖ ਕੇ ਰਸੋਈਆਂ ਵਿੱਚ ਮਹਾਰਾਜ ਕਹਿੰਦੇ ਇਹ ਤੂੰ ਖਾਣਾ ਰਸ ਹੋਈ, ਉਹ ਰਸੋਈਆਂ ਦੇ ਵਿੱਚ ਤੂੰ ਭੋਜਨ ਛਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਵਾਦ ਨਾਲ। ਪਰ ਯਾਦ ਰੱਖੀ, ਜਿਸ ਮੰਦਰਾਂ ਦੇ ਵਿੱਚ ਤੂੰ ਰਹਿਣਾ ਏ, ਜਿਸ ਘਰ ਦੇ ਵਿੱਚ ਰਹਿ ਕੇ ਭੋਜਨ ਛਕਦਾ ਏ, ਇੱਕ ਘੜੀ ਹੁਣ ਰਹਿਣ ਨਾ ਹੋਈ। ਇੱਕ ਘੜੀ ਵੀ ਤੈਨੂੰ ਰੱਖਣ ਵਾਸਤੇ ਜਗ੍ਹਾ ਨਹੀਂ ਮਿਲੇਗੀ। ਮਹਾਰਾਜ ਕਹਿੰਦੇ ਇੱਕ ਘੜੀ ਨਹਿ ਕਊ ਰਾਖੈ, ਘਰ ਤੇ ਦੇਤ ਨਿਕਾਰ। ਨੌਵੇਂ ਪਾਤਸ਼ਾਹ ਮਹਾਰਾਜ ਗੁਰੂਦੇਵ ਕਹਿੰਦੇ ਇੱਕ ਘੜੀ ਵੀ ਤੈਨੂੰ ਸਤਿਗੁਰੂ ਜੀ ਕਹਿੰਦੇ ਰੱਖਣਾ ਨਹੀਂ, ਘਰ ਤੋਂ ਬਾਹਰ ਕੱਢ ਦਿੱਤਾ ਜਾਏਗਾ। ਘਰ ਤੇ ਦੇਤ ਨਿਕਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਤੇਰੇ ਨਾਲ ਬਹੁਤਾ ਪ੍ਰੇਮ ਕਰਦੇ ਸੀ, ਉਹ ਵੀ ਕਹਿਣਗੇ ਹੁਣ ਲੈ ਜਾਓ ਇਸ ਨੂੰ, ਕਿ ਕਹਿਣਗੇ ਪ੍ਰੇਤ ਪ੍ਰੇਤ ਕਰ ਭਾਗੀ। ਮਹਾਰਾਜ ਬਾਬਾ ਰਵਿਦਾਸ ਜੀ ਨੇ ਆਖਿਆ। ਮਹਾਰਾਜ ਕਹਿੰਦੇ ਉੱਚੇ ਮੰਦਰ ਸਾਲ ਰਸੋਈ, ਇੱਕ ਘੜੀ ਫੁਣ ਰਹਿਣ ਨਾ ਹੋਈ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ। ਆਖਣ ਲੱਗੇ ਇਹ ਜਿਹੜਾ ਸਰੀਰ ਹੈ ਨਾ, ਜਿਵੇਂ ਘਾਹ ਦਾ ਉਹ ਸਾਧ ਸੰਗਤ ਜੀ ਕੁੱਲੀ ਹੋਵੇ। ਮਹਾਰਾਜ ਕਹਿੰਦੇ ਘਾਹ ਦਾ ਬਣਿਆ ਹੋਇਆ ਘਰ ਹੋਵੇ, ਇਸ ਸਰੀਰ ਨੂੰ ਇਉਂ ਜਾਣੋ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ। ਮਹਾਰਾਜ ਬਾਬਾ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਨੇ ਕਿ ਇਹ ਸਰੀਰ ਤਾਂ ਇਉਂ ਸੜੂਗਾ ਤੇਰਾ ਜਿਵੇਂ ਘਾਹ ਸੜਦਾ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਲ ਗਇਓ ਘਾਸ ਰਲ ਗਇਓ ਮਾਟੀ। ਇਸੇ ਪ੍ਰਕਾਰ ਤੇਰਾ ਸਰੀਰ ਤੇ ਇਉਂ ਹੀ ਹੈ ਭਾਈ, ਉਪਰ ਜਾਮੇ ਆਕਾਸ। ਕਿਉਂ ਤੂੰ ਮਾਇਆ ਦੇ ਨਸ਼ੇ ਵਿੱਚ, ਹੰਕਾਰ ਦੇ ਮਦ ਨਸ਼ੇ ਵਿੱਚ ਮਹਾਰਾਜ ਕਹਿੰਦੇ ਬੋਲਦਾ ਆ। ਆਪਣਾ ਇਹ ਜਿਹੜਾ ਜੀਵਨ ਅਜਾਈ ਗਵਾ ਰਹੇ ਆ, ਹੰਕਾਰ ਨਾ ਕਰ, ਵਾਹਿਗੁਰੂ ਨੂੰ ਜਾਣ ਲੈ। ਪਰ ਵੇਖੋ ਸਮਝਦਾ ਹੀ ਕੱਖ ਨਹੀਂ ਹੈ ਸਾਧ ਸੰਗਤ ਜੀ। ਤਾਂ ਕਰਕੇ ਗੁਰਬਾਣੀ ਨੇ ਆਖਿਆ ਗੁਰਮੁਖ ਜਿੱਤਾ ਮਨਮੁਖ ਹਾਰਿਆ। ਅੱਜ ਦੀ ਕਥਾ 'ਚ ਹੀ ਬਚਨ ਕੀਤਾ ਮੈਂ, ਕਥਾ ਸ਼ੁਰੂ ਹੋਣ ਤੋਂ ਪਹਿਲਾਂ। ਗੁਰਮੁਖ ਜਿੱਤ ਗਏ ਨੇ ਮਨੁੱਖਾਂ ਦੀ ਬਾਜੀ, ਤੇ ਮਨਮੁਖ ਹਾਰ ਕੇ ਗਏ ਨੇ। ਇਹ ਧਾਰਨਾ ਵੀ ਮੈਂ ਪੜ੍ਹਦਾ ਹੁੰਦਾ ਜਦੋਂ ਧਾਰਨਾ ਤੇ ਕੀਰਤਨ ਕਰੀਦਾ ਕਿ ਗੁਰਮੁਖ ਜਿੱਤ ਕੇ ਮਨੁੱਖਾ ਰੂਪੀ ਬਾਜੀ, ਮਨਮੁਖ ਹਾਰ ਗਏ, ਮਨਮੁਖ ਹਾਰ ਕੇ ਗਏ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂਦੇਵ ਸੱਚੇ ਪਾਤਸ਼ਾਹ ਕਹਿੰਦੇ ਉਪਰ ਜਾਮੇ ਘਾਸ, ਉਪਰ ਤੇਰੇ ਘਾਹ ਹੀ ਜੰਮੇਗਾ, ਮਾਣ ਨਾ ਕਰ। ਕਬੀਰ ਗਰਬ ਨਾ ਕੀਜੀਐ। ਮਹਾਰਾਜ ਕਹਿੰਦੇ ਗਰਬ ਕਿਉਂ ਮਾਣ ਕਰਦਾ, ਕਿਉਂ ਹੰਕਾਰ ਕਰਦਾ ਏ ਭਾਈ। ਰੰਕ ਨਾ ਹਸੀਐ ਕੋਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਰੰਕ ਨਾ ਹਸੀਐ ਕੋਏ। ਕਿਉਂ ਕੰਗਾਲ ਗਰੀਬ ਤੇ ਹੱਸਦਾ ਏ, ਕਿਉਂ ਮਖੌਲ ਕਰਦਾ ਏ ਕਿ ਮੈਂ ਕੀ ਹੋ ਗਿਆ ਤੇਰੇ ਕੋਲ। ਮਹਾਰਾਜ ਕਹਿੰਦੇ 4 ਕੁ ਦਾਣੇ ਅਨਾਜ ਦੇ ਆ ਗਏ, ਪੈਸੇ ਆ ਗਏ। ਗਰੀਬ ਤੇ ਹੱਸਣਾ ਨਹੀਂ ਚਾਹੀਦਾ। ਵਾਹਿਗੁਰੂ ਪਰਮੇਸ਼ਰ ਬੜਾ ਵੱਡਾ ਹੈ,
खिन में राओ रंक को करी राओ रंक कर डारे। रीते भरे भरे सखनावे यह ताकू बिवहारे। ਭਰਿਆਂ ਨੂੰ ਖਾਲੀ ਤੇ ਖਾਲਿਆਂ ਨੂੰ ਭਰਿਆ ਕਰ ਦਵੇ। ਗੱਡਾ ਮੇਰਾ ਮਾਲਕ ਵਾਹਿਗੁਰੂ ਸਰਵ ਸ੍ਰੇਸ਼ਟ ਸਰਵ ਸ਼ਕਤੀਮਾਨ ਹੈ। ਧੰਨ ਗੁਰੂ ਤੇਗ ਬਹਾਦਰ ਦੀਨ ਦੁਨੀਆ ਦੇ ਮਾਲਕ ਬਿਹਾਗੜੇ ਰਾਗ 'ਚ ਬਚਨ ਕਰਦੇ ਐ। ਖਿਨ ਮੈਂ ਇੱਕ ਛਿਣ ਦੇ ਵਿੱਚ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਸਾਧ ਸੰਗਤ ਜੀ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਦੱਸਦੇ ਨੇ ਕਿਉਂ ਤੂੰ ਮਾਣ ਕਰਦਾ ਹੈ। ਤਨਵੰਤਾ ਹੋਏ ਕਰ ਗਰਬਾਵੇ। ਤ੍ਰਿਣ ਸਮਾਨ ਕਸ਼ਟ ਸੰਗਣਾ। ਤ੍ਰਿਣ ਇੱਕ ਡੱਕੇ ਦੇ ਸਮਾਨ, ਤ੍ਰਿਣ ਘਾਹ ਦੇ ਸਮਾਨ। ਜਿਹੜਾ ਘਾਹ ਦੇਖਿਓ ਨਾ ਛੋਟਾ ਜਿਹਾ ਪਤਲਾ ਜਿਹਾ ਹੀ ਹੁੰਦਾ ਵੇਖੋ, ਉਹਦੇ ਸਮਾਨ ਵੀ ਤੇਰੇ ਕੋਈ ਨਾਲ ਨਹੀਂ ਕੁਝ ਜਾਵੇਗਾ। ਤਨਵੰਤਾ ਹੋਏ ਕਰ ਗਰਬਾਵੇ। ਮਾਣ ਕਾਹਤੋਂ ਕਰਦਾ ਹੈ? ਇਹ ਤੇ ਦਾਤ ਹੈ ਵਾਹਿਗੁਰੂ ਦੀ, ਦਾਤ ਹੈ ਪਰਮੇਸ਼ਰ ਦੀ ਮਾਇਆ। ਇਹ ਸਰੀਰ ਮਨ ਤੇ ਧਨ ਧਨ ਵਾਹਿਗੁਰੂ ਨੇ ਵਰਤਣ ਵਾਸਤੇ ਦਿੱਤੀ ਹੈ। ਸਾਧ ਸੰਗਤ ਜੀ ਵਰਤ ਲਓ ਜਿੰਨੀ ਮਰਜ਼ੀ, ਪਰ ਮਾਣ ਨਹੀਂ ਕਰਨਾ। ਗਰਵ ਨਾ ਕੀਜੀਏ ਮਾਣ ਨਾ ਕਰ। ਰੰਕ ਨਾ ਹਸੀਏ ਕੋਏ ਕੰਗਾਲ ਤੇ ਹੱਸ ਨਾ ਗਰੀਬ। ਤੇ ਤਨਵੰਤਾ ਹੋਏ ਕਰ ਗਰਵਾਵੇ। ਤ੍ਰਿਣ ਸਮਾਨ ਕਸ਼ਟ ਸੰਗ ਨਾ ਜਾਵੇ। ਬਹੁ ਲਸਕਰ ਮਾਨਕ ਉਪਰ ਕਰੇ ਆਸ। ਪਲ ਭੀਤਰ ਤਾਕਾ ਹੋਏ ਵਿਨਾਸ਼। ਸਭ ਤੇ ਆਪ ਜਾਣੇ ਬਲਵੰਤ। ਖਿਨ ਮੈਂ ਹੋਏ ਜਾਏ ਪਸੰਦ। ਕਿਸੇ ਨਾ ਬਦੇ ਆਪ ਅਹੰਕਾਰੀ। ਧਰਮ ਰਾਏ ਤਿਸ ਕਰੇ ਖੁਆਰੀ। ਧਰਮ ਰਾਜੇ ਦੇ ਵੱਸ ਪੈਂਦੇ ਫਿਰ ਖੁਆਰੀ। ਮਹਾਰਾਜ ਪੰਜਵੇਂ ਪਾਤਸ਼ਾਹ ਸਵਾਮੀ ਕਹਿੰਦੇ ਵੱਢ ਪੈਂਦੀ ਏ। ਸਾਧ ਸੰਗਤ ਸਜਾਵਾਂ ਮਿਲਦੀਆਂ ਨੇ ਉੱਥੇ। ਧਰਮ ਰਾਏ ਤਿਸ ਕਰੇ ਖੁਆਰੀ। ਇਹ ਤੇ ਗੁਰੂ ਸਾਹਿਬ ਦੀ ਜਿਸ ਤੇ ਕਿਰਪਾ ਹੋ ਗਈ। ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ। ਸੋ ਜਨ ਨਾਨਕ ਦਰਗਹਿ ਪਰਵਾਨ। ਉਹ ਪਰਵਾਨ ਹੈ ਜਿਸ ਦੇ ਗੁਰੂ ਦੀ ਕਿਰਪਾ ਹੋ ਗਈ। ਮਾਨ ਹੰਕਾਰ ਤੋਂ ਰਹਿਤ ਹੋ ਗਏ। ਗੁਰੂ ਸਾਹਿਬ ਦੀ ਕਿਰਪਾ ਬਾਣੀ ਪੜ੍ਹ ਕੇ ਇਉਂ ਸਿਮਰਨ ਕਰਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਹੋਣੀ ਹੈ ਕਿਰਪਾ। ਤੇ ਕਥਾ ਸੁਣ ਕੇ ਸਤ ਸੰਗਤ ਵਿੱਚ ਆ ਕੇ ਕਥਾ ਹੋਣੀ ਹੈ। ਕਿਉਂਕਿ ਜਿਹੋ ਜੀ ਸੰਗਤ ਹੈ ਉਹੋ ਜੀ ਬੁੱਧੀ ਹੈ। ਜਿਹੋ ਜੀ ਬੁੱਧੀ ਹੈ ਉਹੋ ਜੀ ਕਰਮ ਬਣਦੇ ਹੈ। ਇਸ ਕਰਕੇ ਸੰਗਤ ਸਤ ਸੰਗਤ ਕਰੋ। ਸਾਡੀ ਬੁੱਧੀ ਚੇਂਜ ਹੋਵੇਗੀ। ਘੜੀਐ ਸ਼ਬਦ ਸੱਚੀ ਟਕਸਾਲ। ਮਨ ਘੜਿਆ ਜਾਵੇਗਾ ਸ਼ਬਦ ਮਨ ਘੜੇਗਾ। ਸਾਧ ਸੰਗਤ ਜਿਹੋ ਜੀ ਸੰਗਤ ਉਹੋ ਜੀ ਬੁੱਧੀ ਹੁੰਦੀ ਹੈ। ਤੇ ਜਿਹੋ ਜੀ ਬੁੱਧੀ ਮਨ ਬੁੱਧ ਸੋਝੀ ਉਹੋ ਜਿਹਾ ਹੀ ਕਰਮ ਹੋਵੇਗਾ। ਜਿਹੋ ਜਿਹੇ ਕਰਮ ਨੇ ਉਹੋ ਜਿਹੇ ਭੋਗ ਫਲ ਨੇ। ਸਾਧ ਸੰਗਤ ਜੀ ਤਾਂ ਕਰਕੇ ਮਹਾਰਾਜ ਦੱਸਦੇ ਹਨ ਰੰਕ ਨਾ ਹਸੀਐ ਕੋਏ। ਰੰਕ ਤੇ ਹੱਸਣਾ ਨਹੀਂ ਚਾਹੀਦਾ। ਮਾਣ ਨਾ ਕਰ ਤੂੰ ਹੰਕਾਰ ਨਾ ਕਰ ਕਿਸੇ ਵੀ ਚੀਜ਼ ਦਾ। ਅਜਹੋ ਸੋ ਨਾਉ ਸਮੁੰਦਰ ਮਹਿ। ਹਾਂ ਕਿਸੇ ਵੀ ਚੀਜ਼ ਦਾ ਮਾਣ ਨਾ ਕਰ। ਕਿਸੇ ਵੀ ਵਸਤੂ ਦਾ ਮਾਣ ਨਾ ਕਰ। ਕਿਉਂ? ਮਹਾਰਾਜ ਕਬੀਰ ਸਾਹਿਬ ਜੀ ਡੰਕੇ ਦੀ ਚੋਟ ਨਾ ਕਹਿੰਦੇ ਐ। ਸੱਚ ਕਹਿ ਰਹੇ ਨੇ ਮਹਾਰਾਜ ਬਾਬਾ ਕਬੀਰ ਸਾਹਿਬ। ਅਜਹੋ ਸੋ ਨਾਉ ਸਮੁੰਦਰ ਮਹਿ। ਮਹਾਰਾਜ ਕਹਿੰਦੇ ਹਜੇ ਤਾਂ ਇਹ ਤੇਰੀ ਜ਼ਿੰਦਗੀ ਰੂਪੀ ਜਿਹੜੀ ਬੇੜੀ ਹੈ ਨਾ, ਨਾਉ ਨਾਮ ਬੇੜੀ ਦਾ। ਅਜਹੋ ਸੁਨਾਓ ਸਮੁੰਦਰ ਮੈਂ। ਸੰਸਾਰ ਰੂਪੀ ਸਮੁੰਦਰ 'ਚ ਕੋਈ ਪਤਾ ਨਹੀਂ ਕਦੋਂ ਡੁੱਬ ਜਾਏ। ਆਖਣ ਲੱਗੇ ਹਨ ਕਿਆ ਜਾਣੋ ਕਿਆ ਹੋਏ। ਕੋਈ ਪਤਾ ਨਹੀਂ ਕਦ ਕੀ ਹੋ ਜਾਣਾ, ਕੱਲ ਨੂੰ ਕੀ ਹੋ ਜਾਣਾ, ਪਰਸੋਂ ਕੀ ਹੋ ਜਾਣਾ। ਕੋਈ ਪਤਾ ਨਹੀਂ ਕੀ ਹੋ ਜਾਣਾ। ਹਜੇ ਸੰਸਾਰ ਰੂਪੀ ਸਮੁੰਦਰ 'ਚ ਤੇਰੀ ਜ਼ਿੰਦਗੀ ਰੂਪੀ ਬੇੜੀ ਹੈ। ਕਈਆਂ ਨੇ ਬੜੇ ਮਾਨ ਕਰ ਕਰਕੇ ਸਾਧ ਸੰਗਤ ਜੀ ਬੜਾ ਨੀਵਾ ਕਰ ਕਰਕੇ ਜਲੀਲ ਕਰ ਕਰਕੇ ਸਾਧ ਸੰਗਤ ਜੀ ਦਿਖਾਇਆ। ਤੇ ਉਹ ਕੀਤਾ ਕਰਦੇ ਐ ਮਾਨ ਹੰਕਾਰ ਦੇ ਸਹਿਤ ਹੋ ਕੇ। ਪਰ ਜਦੋਂ ਸਮਾਂ ਬਦਲਦਾ ਨਾ ਸਮਾਂ, ਉਹ ਆਖਦੇ ਐ ਸਾਧ ਸੰਗਤ ਜੀ ਇੱਕ ਬਚਨ ਹੈ, ਕਹਿੰਦੇ ਜਦੋਂ ਸਮਾਂ ਮਨੁੱਖ ਤੇ ਆਣ ਪੈਂਦਾ ਫਿਰ ਸੱਪ ਰੱਸੀਆਂ ਦੇ ਬਣ ਡੰਗ ਜਾਂਦੇ। ਸਾਧ ਸੰਗਤ ਜਦੋਂ ਸਮਾਂ ਬਦਲਦਾ ਨਾ ਉਦੋਂ ਫਿਰ ਰੱਸੀ ਵੀ ਸੱਪ ਬਣ ਕੇ ਡੰਗ ਜਾਂਦੀ ਏ। ਸਮੇਂ ਦਾ ਚੱਕਰ ਸਾਧ ਸੰਗਤ, ਸਮਾਂ ਕਿਸੇ ਪਿਓ ਦਾ ਨਹੀਂ ਹੈ। ਇਹ ਸਮਾਂ ਸਮਰੱਥ ਹੈ। ਇੱਕ ਵਾਰ ਕੀ ਹੋਇਆ, ਅਰਜਨ ਸੀ ਨਾ ਜਿਹੜਾ, ਇਹ ਅਰਜਨ ਸਾਧ ਸੰਗਤ ਜੀ ਧਿਆਨ ਦਿਓ ਥੋੜਾ ਜਿਹਾ, ਇੱਥੇ ਪੁਰਾਤਨ ਕਥਾ ਹੈ। ਅਰਜਨ ਪੰਜਾਂ ਪਾਂਡਵਾਂ ਨੂੰ ਤਾਂ ਤੁਸੀਂ ਜਾਣਦੇ ਹੀ ਹੋ। ਅਰਜਨ ਸੀ ਜਿਹੜਾ, ਇਹ ਸਾਧ ਸੰਗਤ ਜੀ ਸ਼ਾਸਤਰ ਵਿਦਿਆ ਸਿੱਖਣ ਆਪਣੇ ਗੁਰੂ ਕੋਲੇ ਗਿਆ। ਇਹਨੇ ਜਦੋਂ ਆਪਣੇ ਗੁਰੂ ਕੋਲ ਸ਼ਾਸਤਰ ਵਿਦਿਆ ਸਿੱਖਣੀ ਸ਼ੁਰੂ ਕੀਤੀ, ਉੱਥੇ ਇੱਕ ਭੀਲਾਂ ਦਾ ਮੁੰਡਾ ਰਹਿੰਦਾ ਸੀ।
ਭਾਵ ਕਿ ਸਾਧ ਸੰਗਤ ਜੀ ਇੱਕ ਨੀਵੀਂ ਜਾਤੀ ਦਾ ਉਹ ਉੱਥੇ ਮੁੰਡਾ ਨਾ ਸਿੱਖਦਾ ਸੀ, ਉਹ ਲੜਕਾ ਸਿੱਖਦਾ ਸੀ, ਭੀਲਾਂ ਦਾ ਲੜਕਾ ਰਹਿੰਦਾ ਸੀ ਉਹਦੇ ਗੁਰੂ ਜੀ ਦੇ ਪਾਸ। ਉਹ ਵੀ ਗੁਰੂ ਦੇ ਪਾਸ ਸਾਧ ਸੰਗਤ ਜੀ ਸ਼ਾਸਤਰ ਵਿਦਿਆ ਸਿੱਖਦਾ ਸੀ। ਅਰਜਨ ਨੇ ਇਹ ਉਹਦੇ ਮਨ 'ਚ ਘਿਰਣਾ ਹੋ ਗਈ। ਜਦੋਂ ਅਰਜਨ ਦੇ ਮਨ ਵਿੱਚ ਘਿਰਣਾ ਹੋਈ, ਇਹ ਕਹਿਣ ਲੱਗਿਆ ਕਿ ਗੁਰੂਦੇਵ ਮੈਂ ਤੁਹਾਡੇ ਤੋਂ ਸ਼ਾਸਤਰ ਵਿਦਿਆ ਸਿੱਖਣੀ ਹੈ। ਕਿਵੇਂ ਨਾ ਕਿਵੇਂ ਉਹ ਭੀਲਾਂ ਦੇ ਮੁੰਡੇ ਨੂੰ ਬਾਹਰ ਕਰ ਦਿੱਤਾ, ਈਰਖਾ ਕਰ ਕਰਕੇ ਸਾਧ ਸੰਗਤ ਜੀ। ਤੇ ਜਦੋਂ ਭੀਲਾਂ ਦੇ ਲੜਕੇ ਨੂੰ ਪਤਾ ਲੱਗਿਆ ਕਿ ਅਰਜਨ ਨੇ ਮੈਨੂੰ ਬਾਹਰ ਕੱਢ ਦਿੱਤਾ, ਭਾਵ ਕਿ ਮੈਂ ਹੁਣ ਗੁਰੂਦੇਵ ਪਾਸੋਂ ਸ਼ਾਸਤਰ ਵਿਦਿਆ ਨਹੀਂ ਸਿੱਖ ਸਕਦਾ, ਪਰ ਇਹਨੇ ਜਿੰਨੀ ਕੁ ਵੀ ਆਪਣੇ ਗੁਰੂ ਤੋਂ ਵਿਦਿਆ ਲਈ ਸੀ ਉਹ ਵਿਦਿਆ ਸੰਭਾਲ ਕੇ ਰੱਖੀ। ਵਿਦਿਆ ਕਦੇ ਨਾਸ਼ ਨਹੀਂ ਹੁੰਦੀ ਸਾਧ ਸੰਗਤ ਜੀ। ਇੱਕ ਵਾਰ ਕੀ ਹੋਇਆ, ਜਦੋਂ ਅਰਜਨ ਸਾਧ ਸੰਗ ਸਾਰਾ ਕੁਝ ਰਾਜ ਭਾਗ ਦੇ ਕੇ ਜਦੋਂ ਚਲਿਆ ਗਿਆ ਨਾ ਰਾਜ ਭਾਗ, ਉਦੋਂ ਸਾਧ ਸੰਗਤ ਜੀ ਇਹ ਇੱਕ ਵਾਰ ਜੰਗਲ ਵਿੱਚ ਲੰਘਦਾ ਹੋਇਆ ਜਾ ਰਿਹਾ ਸੀ। ਭਗਵਾਨ ਸ਼੍ਰੀ ਕ੍ਰਿਸ਼ਨ ਤਾਂ ਸੱਚਖੰਡ ਚਲੇ ਗਏ ਸੀ ਸਾਧ ਸੰਗਤ ਜੀ। ਭਗਵਾਨ ਜੀ ਕਹਿਣ ਲੱਗੇ ਇਹ ਜਿਹੜੀ ਮੇਰੀਆਂ ਘਰ ਵਾਲੀਆਂ ਗੋਪੀਆਂ ਹੈ ਨਾ, ਇਹਨੂੰ ਨਾਲ ਲੈ ਕੇ ਤੂੰ ਚਲਿਆ ਜਾ, ਇਉਂ ਆਪਣੀਆਂ ਮਾਤਾਵਾਂ ਨੂੰ ਤੂੰ ਨਾਲ ਲੈ ਜਾ। ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਇਉਂ ਆਖਿਆ। ਸ਼੍ਰੀ ਕ੍ਰਿਸ਼ਨ ਜੀ ਤਾਂ ਆਪ ਤੇ ਬੈਕੁੰਠ ਧਾਮ ਚਲੇ ਗਏ ਸਾਧ ਸੰਗਤ ਜੀ। ਉਦੋਂ ਫਿਰ ਇਹ ਅਰਜਨ ਉਹ ਪਿੰਡ ਵਿੱਚੋਂ ਦੀ ਲੰਘਿਆ, ਜਿਹੜੇ ਪਿੰਡ ਵਿੱਚ ਦਾ ਉਹ ਲੜਕਾ ਸੀ ਭੀਲਾਂ ਦਾ, ਸਾਧ ਸੰਗਤ ਜੀ ਮੁੰਡਾ ਸੀ, ਉਥੋਂ ਦਾ ਸਰਦਾਰ ਸੀ ਉਹ। ਜਦੋਂ ਇਹਨੂੰ ਪਤਾ ਲੱਗਿਆ ਕਿ ਅਰਜਨ ਹੈ, ਇਹ ਵੇਖ ਲਿਆ ਕਿ ਮੈਨੂੰ ਇਹਨੇ ਗੁਰੂ ਪਾਸੋਂ ਵਿਦਿਆ ਨਹੀਂ ਲੈਣ ਦਿੱਤੀ ਸੀ, ਈਰਖਾ ਕਰਕੇ। ਅੱਜ ਸਾਧ ਸੰਗਤ ਜੀ ਕਹਿਣ ਲੱਗਿਆ ਅਰਜਨ ਮੇਰਾ ਪਿੰਡ ਹੈ, ਇਹ ਲੰਘਣਾ ਹੈ ਨਾ ਮੇਰੇ ਪਿੰਡ ਥਾਈ ਦੀ, ਮੇਰੇ ਨਾਲ ਸ਼ਾਸਤਰ ਵਿਦਿਆ ਕਰਕੇ ਤੂੰ ਉਹ ਗੁਰੂ ਪਾਸੋਂ ਮੈਨੂੰ ਬਾਹਰ ਕਢਵਾ ਦਿੱਤਾ ਸੀ। ਸ਼ਾਸਤਰ ਵਿਦਿਆ ਲੈਣ ਕਰਕੇ ਹੰਕਾਰ ਹੋ ਗਿਆ ਸੀ, ਮੈਂ ਹੀ ਵਿਦਿਆ ਸਿੱਖ ਸਕਦਾ, ਮੈਂ ਹੀ ਮਾਹਰ ਆ ਵਿਦਿਆ ਦੇ ਵਿੱਚ। ਇਹ ਮਖੌਲ ਕਰਦਾ ਸੀ, ਉਹੀ ਆਉਂਦਾ ਨਾ ਬਚਨ ਰੰਕ ਨਾ ਹੱਸੀਐ ਕੋਏ, ਹੱਸਦਾ ਸੀ ਮੇਰੇ ਤੇ। ਆਖਣ ਲੱਗੇ ਨੇ ਅੱਜ ਮੇਰੇ ਪਿੰਡ ਥਾਈ ਦੀ ਲੰਘਣ ਲੱਗਿਆ, ਮੇਰੇ ਨਾਲ ਯੁੱਧ ਕਰ, ਆਇਆ ਤੂੰ ਹੁਣ ਇੱਕ ਦੋ ਹਾਥੀ ਕਰ ਲੈ। ਸਾਧ ਸੰਗਤ ਜੀ ਸ਼ਾਸਤਰ ਫਿਰ ਇਹਨਾਂ ਦੋਵਾਂ ਨੇ ਕੱਢੇ ਤੇ ਭੀਲਾਂ ਦਾ ਲੜਕਾ ਏਡਾ ਨਿਪੁੰਨ ਸੀ ਸਾਧ ਸੰਗਤ ਜੀ, ਅਰਜਨ ਹਾਰ ਗਿਆ। ਅਰਜਨ ਹਾਰ ਗਿਆ, ਜਿਹੜਾ ਅਰਜਨ ਸਾਧ ਸੰਗਤ ਜੀ ਕਿਸੇ ਤੋਂ ਨਹੀਂ ਹਾਰਿਆ, ਵੱਡੇ ਵੱਡੇ ਯੋਧਿਆਂ ਤੋਂ ਨਹੀਂ ਹਾਰਿਆ, ਉਹ ਧਨ ਸਾਧ ਸੰਗਤ ਜੀ ਧਨੁਸ਼ ਧਾਰੀ ਅਰਜਨ ਹਾਰ ਗਿਆ ਅੱਜ। ਇਸ ਕਰਕੇ ਸਾਧ ਸੰਗਤ ਜੀ ਵਿਦਵਾਨ ਕਹਿੰਦੇ ਨੇ ਸਮੇਂ ਸਮੇਂ ਕੀ ਬਾਤ ਹੈ, ਸਮਾਂ ਸਮਾਂ ਬਲਵਾਨ। ਸਾਧ ਸੰਗਤ ਜੀ ਵਹੀ ਅਰਜਨ ਵਹੀ ਗੋਪੀਆਂ, ਵਹੀ ਧਨੁਸ਼ ਵਹੀ ਬਾਣ। ਸਾਧ ਸੰਗਤ ਜੀ ਉਹੀ ਧਨੁਖ ਹੈ, ਅਰਜਨ ਬਚਾ ਨਹੀਂ ਸਕਿਆ ਗੋਪੀਆਂ ਨੂੰ। ਸਾਧ ਸੰਗਤ ਜੀ ਉਹੀ ਧਨੁਖ ਸੀ। ਇਹ ਭੀਲਾਂ ਦਾ ਲੜਕਾ ਕਹਿੰਦਾ ਮੇਰੇ ਨਾਲ ਯੁੱਧ ਕਰ, ਜੇ ਗੋਪੀਆਂ ਨੂੰ ਲੈ ਕੇ ਜਾਣੇ, ਗੋਪੀਆਂ ਇੱਥੇ ਹੀ ਰਹਿਣਗੀਆਂ, ਮੇਰੀਆਂ ਦਾਸੀਆਂ ਬਣ ਕੇ ਰਹਿਣਗੀਆਂ। ਸਾਧ ਸੰਗਤ ਜੀ ਅਰਜਨ ਕਹਿੰਦਾ ਇਹ ਕਿਵੇਂ ਹੋ ਜਾਊਗਾ, ਕਹਿੰਦਾ ਆ ਠੀਕ ਹੈ ਫਿਰ ਯੁੱਧ ਕਰ ਲੈ। ਹਾਰ ਗਿਆ ਅਰਜਨ। ਸਾਧ ਸੰਗਤ ਜੀ ਸਮਾਂ ਬੜਾ ਸਮਰੱਥ ਹੈ। ਸਾਧ ਸੰਗਤ ਜਦੋਂ ਸਮੇਂ ਦਾ ਚੱਕਰ ਪੈਂਦਾ ਨਾ, ਸਾਧ ਸੰਗਤ ਜੀ ਬੜੇ ਬੜੇ ਗੋਡੇ ਟੇਕ ਜਾਂਦੇ ਐ। ਅਰਜਨ ਵਰਗੇ ਸਾਧ ਸੰਗਤ ਕਿੱਡੇ ਪ੍ਰਤਾਪੀ ਰਾਜੇ ਹੋਏ। ਵੇਖ ਲਓ ਹਾਰ ਗਿਆ ਇੱਕ ਭੀਲਾਂ ਦੇ ਮੁੰਡੇ ਤੋਂ, ਹਾਰ ਗਿਆ ਸਾਧ ਸੰਗਤ ਜੀ ਕਿਸੇ ਤੋਂ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਤੇਰੀ ਜ਼ਿੰਦਗੀ ਰੂਪੀ ਬੇੜੀ ਸੰਸਾਰ ਰੂਪੀ ਸਮੁੰਦਰ 'ਚ ਕਿਆ ਜਾਣੋ ਕਿਆ ਹੋਏ, ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ। ਸੱਚੇ ਪਾਤਸ਼ਾਹ ਦੱਸਦੇ ਹਨ ਕਿਆ ਜਾਣੋ ਕਿਆ ਹੋਏ। ਮਹਾਰਾਜ ਕਹਿੰਦੇ ਕੋਈ ਪਤਾ ਨਹੀਂ ਕੀ ਹੋ ਜਾਣਾ ਭਾਈ। ਇਸ ਕਰਕੇ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ, ਸਦਾ ਨਿਮਰਤਾ 'ਚ ਹੀ ਰਹਿਣਾ ਚਾਹੀਦਾ ਆ, ਹੱਸਣਾ ਨਹੀਂ ਚਾਹੀਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆਰਥਿਕ ਪੱਖੋਂ ਕੰਗਾਲ ਤੇ, ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੀ ਪਤਾ ਕੀ ਹਾਲਤ ਹੋਣੀ ਹੈ ਸਾਡੀ। ਸਤਿਗੁਰੂ ਜੀ ਮਹਾਰਾਜ ਇਉਂ ਦੱਸਦੇ ਨੇ ਜਦੋਂ ਸਮਾਂ ਸਮਰੱਥ ਹੁੰਦਾ ਸਾਧ ਸੰਗਤ ਜੀ, ਸਮੇਂ ਦਾ ਚੱਕਰ ਪੈਂਦਾ, ਬੜੇ ਬੜਿਆਂ ਸਾਧ ਸੰਗਤ ਜੀਭਾਂ ਤੱਕ ਨਿਕਲ ਜਾਂਦੀਆਂ। ਕਿਸੇ ਨੇ ਸ਼ੰਕਾ ਕਰ ਲਿਆ ਮਹਾਰਾਜ ਦੀ ਬਾਣੀ ਤੇ, ਕੀ ਕੀਤਾ ਗੁਰੂ ਸਾਹਿਬ ਦਾ ਬਚਨ ਆਉਂਦਾ ਨਾ, ਮਹਾਰਾਜ ਕਹਿੰਦੇ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ। ਉਹ ਰਾਜੇ ਨੇ ਸ਼ੰਕਾ ਕਰ ਲਿਆ, ਕੋਈ ਸਿੱਖ ਬਾਣੀ ਪੜ੍ਹ ਰਿਹਾ ਸੀ। ਜਦੋਂ ਸਾਧ ਸੰਗਤ ਜੀ ਇਹ ਰਾਜੇ ਨੇ ਸ਼ੰਕਾ ਕੀਤਾ ਨਾ, ਸਾਧ ਸੰਗਤ ਜੀ ਸ਼ਾਹਜਹਾਂ ਨੇ ਫਿਰ ਜਦੋਂ ਇਹ ਫੜ ਲਿਆ ਸਾਧ ਸੰਗਤ ਜੀ, ਔਰੰਗਜ਼ੇਬ ਨੇ ਕੈਦ ਕਰ ਲਿਆ।
ਜਦੋਂ ਕੈਦ ਕਰ ਲਿਆ ਨਾ, ਇਹਨੂੰ ਸਾਧ ਸੰਗਤ ਜੀ ਬਾਹਰ ਲੈ ਕੇ ਜਾ ਰਹੇ ਸੀ। ਸਾਧ ਸੰਗਤ ਜੀ ਸਿਪਾਹੀਆਂ ਨੇ ਕੀ ਕੀਤਾ, ਹੱਥ ਨੂੜੇ ਹੋਏ ਨੇ, ਹੱਥ ਬੰਨੇ ਹੋਏ ਨੇ। ਸਾਧ ਸੰਗਤ ਜੀ ਇਹਨੂੰ ਬੜੀ ਭੁੱਖ ਲੱਗੀ, ਰਾਹ ਵਿੱਚ ਛੋਲਿਆਂ ਦਾ ਖੇਤ ਵੇਖਿਆ। ਸਾਧ ਸੰਗਤ ਜੀ ਇਹਨੇ ਸ਼ੰਕਾ ਕੀਤਾ ਸੀ, ਤਾੜੀ ਮਾਰ ਕੇ ਆਖਿਆ ਸੀ, ਉਹ ਐਂ ਕਿਵੇਂ ਹੋ ਜਾਊਗਾ। ਅੱਜ ਵੀ ਬੜੇ ਕਹਿੰਦੇ ਨੇ ਐਂ ਕਿਵੇਂ ਹੋ ਜਾਊਗਾ, ਉਹ ਕਿਵੇਂ ਹੋ ਜਾਊਗਾ, ਐਂ ਤਾਂ ਹੋ ਹੀ ਨਹੀਂ ਸਕਦਾ। ਬੜੇ ਦਾਅਵੇ ਕਰਦੇ ਹੁੰਦੇ ਐ, ਦਾਅਵਾ ਨਹੀਂ ਬਹੁਤਾ ਕਰਨਾ ਚਾਹੀਦਾ। ਉਹ ਵੀ ਕਿਸੇ ਦੇ ਅੱਗੇ, ਕਿਸੇ ਰੱਬ ਦੇ ਪਿਆਰੇ ਅੱਗੇ, ਬਾਣੀ ਦੇ ਅੱਗੇ ਦਾਅਵਾ ਕਰ ਲਿਆ ਰਾਜੇ ਨੇ। ਰਾਜਾ ਕਹਿੰਦਾ ਐਂ ਕਿਵੇਂ ਹੋ ਜਾਊਗਾ। ਮਹਾਰਾਜ ਨੇ ਬਚਨ ਆਉਂਦਾ ਨਾ, ਆਸਾ ਕੀ ਵਾਰ ਚ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏ ਦਾ। ਤੇ ਤੜਕੇ ਸਿੱਖ ਬਾਣੀ ਪੜ੍ਹ ਰਿਹਾ ਸੀ। ਗੁਰਮੁਖੋ ਇਹਦੇ ਕੰਨਾਂ 'ਚ ਆਵਾਜ਼ ਪਈ ਤੇ ਇਹਨੇ ਸਾਧ ਸੰਗਤ ਜੀ ਆਖਿਆ ਅੱਦਾਂ ਕਿਵੇਂ ਹੋ ਜਾਊਗਾ। ਉਹ ਸਮਾਂ ਆ ਗਿਆ। ਅੱਜ ਹੱਥ ਬੰਨੇ ਹੋਏ ਨੇ, ਜਿਹੜੇ ਹੱਥਾਂ ਨਾਲ ਤਾੜੀ ਮਾਰ ਕੇ ਆਖਿਆ ਸੀ ਇੱਦਾਂ ਕਿਵੇਂ ਹੋ ਜਾਊਗਾ। ਸਾਧ ਸੰਗਤ ਤੜਕੇ ਸਿਪਾਹੀ ਨੂੰ ਲੈ ਕੇ ਗਏ ਬਾਹਰ ਜੰਗਲ ਪਾਣੀ। ਸਾਧ ਸੰਗਤ ਜੀ ਉਸ ਵੇਲੇ ਨੂੰ ਭੁੱਖ ਲੱਗੀ ਹੈ। ਆਉਂਦਿਆਂ ਹੋਇਆਂ ਜਦੋਂ ਭੁੱਖ ਲੱਗੀ ਨਾ, ਕਹਿੰਦਾ ਮੈਂ ਕੁਝ ਖਾਣਾ ਆ। ਛੋਲਿਆਂ ਦੇ ਖੇਤ ਵਿੱਚ ਇਹਨੇ ਵੇਖਿਆ, ਸਾਧ ਸੰਗਤ ਜੀ ਛੋਲੇ ਵੇਖੇ। ਇਹ ਸਿਪਾਹੀਆਂ ਨੂੰ ਕਹਿਣ ਲੱਗਿਆ ਭੁੱਖ ਲੱਗੀ। ਕਹਿੰਦਾ ਕੀ ਕਰੀਏ ਹੁਣ ਅਸੀਂ। ਕਹਿੰਦੇ ਆ ਛੋਲੇ ਆ, ਖਾ ਲਵਾਂ ਮੈਂ, ਹੱਥ ਮੇਰੇ ਇਹ ਖੋਲ ਦਿੱਤੇ ਜਾਣ। ਸਿਪਾਹੀ ਕਹਿੰਦੇ ਨਹੀਂ, ਰਾਜੇ ਦਾ ਹੁਕਮ ਹੈ ਕਿ ਹੱਥ ਨਹੀਂ ਜੇ ਖੋਲਣੇ, ਇਸੇ ਤਰ੍ਹਾਂ ਹੀ ਤੂੰ ਖਾ ਲੈ। ਤੇ ਸਾਧ ਸੰਗਤ ਜੀ ਉਦੋਂ ਫਿਰ ਉਹ ਰਾਜਾ ਜਿਹੜਾ ਕਿਤੇ ਦਿੱਲੀ ਦੇ ਤਖਤ ਤੇ ਬੈਠਾ ਸੀ, ਸਾਧ ਸੰਗਤ ਜੀ ਅੱਜ ਮੂੰਹ ਦੇ ਨਾਲ ਹੀ ਛੋਲੇ ਖਾ ਰਿਹਾ। ਨਲੇ ਦੇ ਛੋਲੇ ਖਾਵੇ, ਨਲੇ ਰੋਵੇ, ਮਹਾਰਾਜ ਦੇ ਬਚਨ ਨੂੰ ਯਾਦ ਕਰੇ ਕਿ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ। ਸਾਧ ਸੰਗਤ ਜੀ ਅੱਜ ਕਹਿੰਦਾ ਭੁੱਖ ਲੱਗੀ, ਮੈਨੂੰ ਭਿਖਿਆ ਨਹੀਂ। ਉਹੀ ਮੇਰੇ ਸਿਪਾਹੀ ਹੈ ਜਿਹੜੇ ਕਿਤੇ ਸਿਪਾਹੀ ਮੇਰੇ ਬਚਨ ਨੂੰ ਕਦੇ ਉਲੰਘਣਾ ਨਹੀਂ ਸੀ ਕੀਤੀ, ਮੇਰੇ ਹੁਕਮਾਂ ਦੀ ਹੁਕਮ ਅਦੁੱਲੀ ਨਹੀਂ ਸੀ ਕੀਤੀ। ਅੱਜ ਉਹੀ ਸਿਪਾਹੀ ਕਹਿਣ ਲੱਗੇ ਕਿ ਰਾਜਨ ਤੂੰ ਅੱਜ ਮੁਰਜਮ ਹੈ, ਅੱਜ ਤੂੰ ਰਾਜਾ ਨਹੀਂ ਹੈ, ਅੱਜ ਕੋਈ ਰਾਜਾ ਹੋਰ ਹੈ, ਮੈਂ ਹੱਥ ਨਹੀਂ ਜੇ ਖੋਲ ਸਕਦਾ, ਹੁਣ ਤੂੰ ਇੱਦਾਂ ਹੀ ਛੋਲੇ ਖਾ ਲੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਲੇ ਬਚਨ ਯਾਦ ਕਰੇ ਤੇ ਨਾਲੇ ਸਾਧ ਸੰਗਤ ਜੀ ਰੋਵੇ। ਸਤਿਗੁਰੂ ਜੀ ਆਪ ਜੀ ਬੜੇ ਬੇਅੰਤ ਹੋ, ਆਖਣ ਲੱਗੇ ਦਰ ਮੰਗਣ ਭਿੱਖ ਨਾ ਪਾਏ ਦਾ। ਹੁਣ ਮੈਨੂੰ ਭਿਖਿਆ ਵੀ ਨਹੀਂ ਮਿਲਦੀ, ਭੁੱਖਾ ਫਿਰਦਾ ਜਾਂ ਰੱਜ ਨਹੀਂ ਜੇ ਹੁੰਦਾ। ਇਹ ਹਾਲਤ ਉਸ ਸਮੇਂ ਰਾਜੇ ਦੀ ਹੋਈ। ਇਸ ਕਰਕੇ ਗੁਰਮੁਖੋ ਮਾਣ ਕਦਾ ਚਿਤ ਵੀ ਨਹੀਂ ਕਰੀਏ ਤੇ ਗੁਰਬਾਣੀ ਤੇ ਰੱਬ ਦੇ ਪਿਆਰਿਆਂ ਨੂੰ ਕਦੇ ਮਖੌਲ ਨਹੀਂ ਕਰਨਾ ਚਾਹੀਦਾ। ਮਖੌਲ ਕੀਤਾ ਸੀ ਸਾਧ ਸੰਗਤ ਜੀ ਦੁਰਬਖਸ਼ਾ ਰਿਖੀ ਨੂੰ, ਤੇ ਵੇਖੋ ਸ਼੍ਰੀ ਕ੍ਰਿਸ਼ਨ ਜੀ ਦੀ ਜਾਦਵ ਕੁੱਲ ਦਾ ਨਾਸ਼ ਹੋ ਗਿਆ। ਗੁਰਬਾਣੀ 'ਚ ਬਚਨ ਆਉਂਦੇ ਐ। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਕਬੀਰ ਗਰਭ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਕੋਈ ਪਤਾ ਨਹੀਂ ਸਾਧ ਸੰਗਤ ਜੀ ਕਿਹੜੀ ਗੱਲ ਕਦੋਂ ਹੋ ਜਾਣੀ ਏ। ਇਸੇ ਕਰਕੇ ਗੁਰਮੁਖੋ ਮਾਣ ਘਮੰਡ ਨਹੀਂ ਕਰਨਾ ਚਾਹੀਦਾ, ਹੰਕਾਰ ਤੋਂ ਰਹਿਤ ਹੋ ਕੇ ਹੀ ਨਿਮਰਤਾ 'ਚ ਹੀ ਰਹਿਣਾ ਚਾਹੀਦਾ। ਖਾਸ ਕਰਕੇ ਗੁਰਬਾਣੀ ਤੇ ਕਦੇ ਵੀ ਟੀਕਾ ਟਿੱਪਣੀ ਨਹੀਂ ਕਰਨੀ ਚਾਹੀਦੀ। ਕਬੀਰ ਗਰਬ ਨਾ ਕੀਜੀਐ। ਮਹਾਰਾਜ ਕਹਿੰਦੇ ਕਬੀਰ ਸਾਹਿਬ ਜੀ ਪਰਮ ਉਪਦੇਸ਼ ਬਖਸ਼ਦੇ ਬਚਨ ਮੁਬਾਰਕ ਬਚਨ ਉਚਾਰਦੇ ਨੇ, ਆਪਣੇ ਮੁਖਾਰ ਬਿੰਦ ਤੋਂ ਅੰਮ੍ਰਿਤ ਬਾਣੀ ਦੱਸਦੇ ਹਨ, ਉਚਾਰਦੇ ਹਨ। ਕਬੀਰ ਗਰਬ ਨਾ ਕੀਜੀਐ। ਅੰਮ੍ਰਿਤ ਬਾਣੀ ਉਚਾਰ ਕੇ ਦੱਸਦੇ ਨੇ ਕਬੀਰ ਗਰਬ ਨਾ ਕੀਜੀਐ, ਮਾਨ ਹੰਕਾਰ ਨਾ ਕਰ। ਦੇਹੀ ਦੇਖ ਸੋ ਰੰਗ। ਆਪਣੀ ਦੇਹੀ ਨੂੰ ਦੇਖ ਕੇ ਸੋ ਰੰਗ, ਧਿਆਨ ਦਿਓ, ਸੋ ਰੰਗ ਸ੍ਰੇਸ਼ਟ ਰੰਗਾਂ ਨੂੰ ਵੇਖ ਕੇ, ਸੋਹਣੇ ਰੰਗ ਨੂੰ ਵੇਖ ਕੇ, ਦੇਹੀ ਦੇ ਸੋਹਣੇ ਰੰਗ ਨੂੰ ਵੇਖ ਕੇ, ਸੋ ਰੰਗ ਦੁਨੀਆ ਦੇ ਰੰਗ ਢੰਗ ਨੂੰ ਵੇਖ ਕੇ ਦੇਹੀ ਦੇਖ, ਆਪਣੀ ਦੇਹ ਨੂੰ ਵੀ ਦੇਖ ਕੇ ਔਰ ਦੁਨੀਆ ਦੇ ਰੰਗਾਂ ਨੂੰ ਵੀ ਦੇਖ ਕੇ ਮਾਣ ਨਾ ਕਰ। ਪਰਿਵਾਰ ਨੂੰ ਵੇਖ ਵੇਖ ਕੇ ਮਾਣ ਨਾ ਕਰ। ਯਾਦ ਰੱਖੀ ਸੱਚੇ ਪਾਤਸ਼ਾਹ ਦਾ ਬਚਨ ਹੈ, ਪਰਿਵਾਰ ਪਿਓ ਪੁੱਤ ਦਾ ਵੈਰੀ ਹੋ ਜਾਂਦਾ ਆ, ਭਰਾ ਵੈਰੀ ਹੋ ਜਾਂਦੇ ਐ, ਭੈਣ ਭਾਈ ਵੈਰੀ ਹੋ ਜਾਂਦੇ ਐ। ਕਾਹਦਾ ਮਾਣ ਤੂੰ ਕਰਦਾ? ਮਹਾਰਾਜ ਕਹਿੰਦੇ ਦੇਹੀਆਂ ਦਾ ਦੇਹੀਆਂ ਨੂੰ ਵੇਖ ਕੇ ਮਾਣ ਨਾ ਕਰ। ਇੱਥੇ ਕਬੀਰ ਸਾਹਿਬ ਜੀ ਬਚਨ ਉਚਾਰਦੇ ਹਨ, ਕਬੀਰ ਗਰਬ ਨਾ ਕੀਜੀ। ਮਹਾਰਾਜ ਕਹਿੰਦੇ ਮਾਨ ਹੰਕਾਰ ਨਾ ਕਰ। ਦੇਹੀ ਦੇਖ ਸੁਰੰਗ। ਆਪਣੀ ਦੇਹੀ ਨੂੰ ਤੇ ਹੋਰਾਂ ਦੀਆਂ ਦੇਹੀਆਂ ਨੂੰ ਵੇਖ ਕੇ ਆਪਣੀ
ਆਪਣੇ ਭੈਣ ਭਰਾ ਮਾਂ ਪਿਓ ਜਿਹੜੇ ਤੇਰੇ ਸਤਿਗੁਰੂ ਜੀ ਕਹਿੰਦੇ ਧੀ ਪੁੱਤ ਨੇ, ਉਹਨਾਂ ਦੀਆਂ ਦੇਹੀਆਂ ਨੂੰ ਵੀ ਦੇਖ ਕੇ ਮਾਣ ਨਾ ਕਰ ਕਿ ਬੜੇ ਲਾਇਕ ਨੇ, ਬੜੇ ਚੰਗੇ ਐ। ਸੋ ਰੰਗ ਨਾਮ ਸਾਧ ਸੰਗਤ ਜੀ, ਇਹ ਖੁਸ਼ੀ ਖੇੜਿਆਂ ਦਾ, ਇਹ ਰੰਗਾਂ ਨੂੰ ਵੇਖ ਕੇ ਤੂੰ ਮਾਣ ਕਾਹਦਾ ਕਰਦਾ? ਆਜ ਕਾਲ ਤਜ ਜਾਹੋਗੇ, ਕੋਈ ਪਤਾ ਨਹੀਂ ਅੱਜ ਜਾਂ ਕੱਲ ਤੈਨੂੰ ਛੱਡ ਕੇ ਚਲੇ ਜਾਣ। ਜਿਹੜੇ ਪਰਿਵਾਰ ਨਾਲ ਤੂੰ ਮੋਹ ਪਾਇਆ, ਜਿਹੜੇ ਪਰਿਵਾਰ ਦੇ ਤੂੰ ਦੇਹੀ ਵੇਖਦਾ ਆ, ਸਰੀਰ ਵੇਖਦਾ ਕਿ ਆ ਮੇਰੀ ਭੈਣ ਹੈ, ਭਰਾ ਹੈ, ਭਾਈ ਹੈ, ਮੇਰਾ ਪੁੱਤਰ ਹੈ। ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਆਜ ਕਾਲ ਤਜ ਜਾਹੋਗੇ। ਮਹਾਰਾਜ ਕਹਿੰਦੇ ਕੋਈ ਪਤਾ ਨਹੀਂ ਅੱਜ ਜਾਂ ਕੱਲ੍ਹ ਤੈਨੂੰ ਛੱਡ ਜਾਣ, ਕਿਤੇ ਸਮੇਂ ਦਾ ਇਹੋ ਜਿਹਾ ਚੱਕਰ ਬਣ ਜੇ। ਸਤਿਗੁਰੂ ਜੀ ਕਹਿੰਦੇ ਮਾਣ ਨਾ ਕਰ। ਹੁਣ ਦੂਜਾ ਅਰਥ ਕਰਕੇ ਦੱਸਦੇ ਹਨ, ਆਜ ਕਾਲ ਤਜ ਜਾਹੋਗੇ, ਸਰੀਰ ਨੂੰ ਅੱਜ ਜਾਂ ਕੱਲ੍ਹ ਨੂੰ ਛੱਡ ਕੇ ਚਲੇ ਜਾਣਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੀ ਦੇਹੀ ਨੂੰ ਦੇਖ ਕੇ ਬੜਾ ਮਾਣ ਤੂੰ ਕੀਤਾ ਸੀ। ਸਤਿਗੁਰੂ ਜੀ ਕਹਿੰਦੇ ਸੋ ਰੰਗ ਸੋਹਣੇ ਵਰਗੀ ਦੇਹੀ ਸਮਝਦਾ ਸੀ। ਸਤਿਗੁਰੂ ਜੀ ਕਹਿੰਦੇ ਆਜ ਜਾਂ ਕੱਲ੍ਹ ਨੂੰ ਤੂੰ ਛੱਡ ਕੇ ਚਲਿਆ ਜਾਏਗਾ। ਸੱਚੇ ਪਾਤਸ਼ਾਹ ਕਹਿੰਦੇ ਸਰੀਰ ਨੂੰ ਛੱਡ ਜਾਏਗਾ, ਉਹ ਪਰਿਵਾਰ ਨੂੰ ਛੱਡ ਜਾਏਗਾ। ਮਹਾਰਾਜ ਕਹਿੰਦੇ ਉਹ ਮਾਣ ਵੀ ਤੇਰਾ ਲੱਥ ਜਾਣਾ। ਫਿਰ ਜਿਉਂ ਕਾਂ ਚੂਰੀ ਭੁਅੰਗ, ਹਾਂ ਭੁਅੰਗ ਨਾਮ ਸੱਪ ਦਾ ਹੈ। ਜਿਵੇਂ ਸੱਪ ਕੰਜ ਨੂੰ ਛੱਡ ਕੇ ਭੱਜ ਜਾਂਦਾ ਏ, ਜਿਵੇਂ ਸੱਪ ਸਾਧ ਸੰਗਤ ਜੀ ਕੰਜ ਛੱਡ ਜਾਂਦਾ ਏ, ਮਹਾਰਾਜ ਕਹਿੰਦੇ ਸਰੀਰ ਨੂੰ ਤੂੰ ਇਉਂ ਛੱਡ ਕੇ ਚਲਿਆ ਜਾਣਾ ਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਣ ਨਾ ਕਰ। ਇਸ ਕਰਕੇ ਇਹ ਹੁਣ ਆਖਰਲਾ ਬਚਨ ਇੱਕ ਸ਼ਲੋਕ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਕਬੀਰ ਸਾਹਿਬ ਜੀ ਇਉਂ ਮਾਣ ਦੀ ਗੱਲ ਕਰ ਲਈ ਨਾ, ਕਹਿੰਦੇ ਮਾਣ ਨਾ ਕਰ ਤੂੰ। ਫਿਰ ਕਹਿੰਦੇ ਜੀ ਕੀ ਕਰੀਏ? ਤਾਂ ਹੁਣ ਆਖਰਲਾ ਬਚਨ ਉਚਾਰਦੇ ਹਨ ਸਮਾਪਤੀ ਦਾ। ਕਬੀਰ ਲੁੱਟਣਾ ਹੈ ਤਾਂ ਲੂਟ ਲੈ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਜੇ ਤੂੰ ਲੁੱਟਣਾ ਆ ਤਾਂ ਮਹਾਰਾਜ ਕਹਿੰਦੇ ਇਹ ਲੁੱਟਣਾ ਕਰ। ਰਾਮ ਨਾਮ ਹੈ ਲੂਟ, ਵਾਹਿਗੁਰੂ ਦੇ ਨਾਮ ਨੂੰ ਤੂੰ ਲੁੱਟਿਆ ਕਰ। ਮਾਣ ਕਾਹਦਾ ਕਰਦਾ? ਸਰੀਰਾਂ ਦਾ, ਪਰਿਵਾਰਾਂ ਦਾ, ਧਨ ਦੌਲਤ ਦਾ ਲੁੱਟਣਾ ਹੈ। ਵਾਹਿਗੁਰੂ ਦੇ ਨਾਮ ਨੂੰ ਲੁੱਟ ਜਿਹੜਾ ਰਮਿਆ ਹੋਇਆ, ਫਿਰ ਪਾਸੇ ਪਛਤਾਹੋਗੇ। ਫਿਰ ਮਹਾਰਾਜ ਕਹਿੰਦੇ ਜਦੋਂ ਸਰੀਰ ਚਲਿਆ ਜਾਏਗਾ ਪਰਲੋਕ ਵਿੱਚ, ਫਿਰ ਤੂੰ ਪਛਤਾਵੇਂਗਾ। ਕਰ ਔਗਣ ਪਛੋਤਾਵਣਾ, ਪਛਤਾਵਾ ਹੀ ਰਹਿ ਜਾਏਗਾ। ਮਹਾਰਾਜ ਕਹਿੰਦੇ ਜਮਾਂ ਦੇ ਵਸ ਪੈ ਜਾਵੇਂਗਾ। ਪ੍ਰਾਨ ਜਾਹੇਂਗੇ ਛੂਟ, ਜਦੋਂ ਤੇਰੇ ਪ੍ਰਾਨ ਛੁੱਟ ਕੇ ਮਹਾਰਾਜ ਕਹਿੰਦੇ ਫਿਰ ਪਛਤਾਵੇਂਗਾ। ਔਗਣਾ ਦੇ ਕਰਕੇ ਜਮਾਂ ਦੇ ਵਸ ਪੈ ਜਾਵੇਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਹਾਰਾਜ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਨੂੰ ਲੁੱਟਣਾ ਕਰ, ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਕਰਦੇ ਆ, ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ। ਸਤਿਗੁਰੂ ਸਵਾਮੀ ਜੀ ਦਾਸ ਨੂੰ ਬਖਸ਼ ਲੈਣਗੇ, ਆਪ ਸੰਗਤਾਂ ਨੇ ਬਖਸ਼ ਲੈਣਾ। ਭਾਈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਕਬੀਰ ਲੁੱਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਫਿਰ ਪਾਛੈ ਪਛਤਾਹੋਗੇ, ਪ੍ਰਾਨ ਜਾਹੇਗੇ ਛੂਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।